ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਬਿਨਾਂ ਸਮਾਂ ਗਵਾਏ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਸਹਿਯੋਗੀ ਮਲਕਿਨ ਨਾਚੀ ਨੂੰ ਜੋੜ ਕੇ ਬਹੁਤ-ਬਹੁਤ ਸਵਾਗਤ ਹੈ ਸਰ। ਤਰਨ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਨਮਸਕਾਰ, ਬੜੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਸਰ ਵੈਦਰ ਬਹੁਤ ਵਧੀਆ, ਲਗਾਤਾਰ ਗਰਮੀ ਹੁੰਦੀ ਜਾ ਰਹੀ ਹੈ ਤੇ ਅਜਿਹੇ ਮਾਮਲੇ ਲਗਾਤਾਰ ਗਰਮਾਉਂਦੇ ਵੀ ਨਜ਼ਰ ਆ ਰਹੇ ਨੇ, ਸ਼ਾਇਦ ਇਸ ਕਰਕੇ ਗਰਮੀ ਵੱਧ ਰਹੀ ਹੈ। ਯੂਨਾਈਟਿਡ ਨੇਸ਼ਨ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਗੱਲ ਕਰੀਏ, ਕੈਨੇਡਾ ਨੇ ਆਪਣੀ ਦਾਅਵੇਦਾਰੀ ਗਵਾ ਬੈਠਾ। ਜੀ ਬਿਲਕੁਲ ਜੀ, ਯੂਨਾਈਟਿਡ ਨੇਸ਼ਨ ਦੇ ਵਿੱਚ ਬੜਾ ਵੱਡਾ ਝਟਕਾ ਲੱਗਿਆ ਜੀ ਕੈਨੇਡਾ ਨੂੰ। ਕੈਨੇਡਾ ਦਾ ਬਹੁਤ ਜ਼ੋਰ ਲੱਗਿਆ ਹੋਇਆ ਸੀਗਾ ਇਸ ਸੀਟ ਵਾਸਤੇ। 193 ਮੈਂਬਰਸ ਨੇ ਜੀ, ਉਹ ਚੋਂ 128 ਵੋਟਾਂ ਚਾਹੀਦੀਆਂ ਸੀਗੀਆਂ। ਇਹਨਾਂ ਨੂੰ 120 ਵੋਟਾਂ ਮਿਲੀਆਂ ਨੇ ਤੇ ਦੂਸਰੀ ਆਇਰਲੈਂਡ ਤੇ ਇੱਕ ਹੋਰ ਕੰਟਰੀ ਨਾਰਵੇ, ਉਹਨਾਂ ਨੂੰ ਜੀ 128 ਤੇ 130 ਵੋਟਾਂ ਮਿਲੀਆਂ ਨੇ ਤੇ ਉਹ ਦੋ ਮੈਂਬਰ ਬਣ ਗਏ ਨੇ। ਕੈਨੇਡਾ ਆਊਟ ਹੋ ਗਿਆ ਜੀ। ਕੈਨੇਡਾ ਦੀ ਬਾਹਰ ਜਾਣ ਦਾ ਕਾਰਨ ਕੀ ਹੈ? ਜਿਹੜਾ ਕੈਨੇਡਾ ਨੇ ਉਹ ਹੁਣ ਤੱਕ ਜਿਹੜਾ ਫਿਲਸਤੀਨ ਦਾ ਮੈਟਰ ਹੈਗਾ ਉਹਦੇ ਵਿੱਚ ਕੋਈ ਬਹੁਤਾ ਹਿੱਸਾ ਨਹੀਂ ਪਾਇਆ। ਕੋਈ ਸਮਾਂ ਸੀਗਾ ਕੈਨੇਡਾ ਬੜਾ ਵੱਡਾ ਸਪੋਰਟਰ ਸੀਗਾ, ਪਰ ਹੁਣ ਇਜ਼ਰਾਈਲ ਜਿਹੜਾ ਹੈਗਾ ਉਹ ਫਿਲਸਤੀਨ ਦੇ ਕਈ ਥਾਵਾਂ ਦੇ ਉੱਤੇ ਨਜਾਇਜ਼ ਕਬਜ਼ਾ ਕਰ ਰਿਹਾ ਹੈਗਾ, ਔਰ ਜਿਹਦੇ ਵਿੱਚ ਫਿਲਸਤੀਨੀ ਗਰੁੱਪ ਹੈਗੇ ਨੇ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਕਿ ਕੈਨੇਡਾ ਉਹਨਾਂ ਦੀ ਕਿਸੇ ਹਿਸਾਬ ਵਿੱਚ ਮਦਦ ਕਰੇ, ਔਰ ਉਸ ਗਰੁੱਪ ਦੀ ਇਹਨਾਂ ਨੇ ਮਦਦ ਨਹੀਂ ਕੀਤੀ, ਔਰ ਇਸੇ ਕਰਕੇ ਕੈਨੇਡਾ ਇਸ ਮਾਮਲੇ ਦੇ ਵਿੱਚ ਆਪਦੀ ਸੀਟ ਇਹਨਾਂ ਨੂੰ ਮਿਲੀ ਨਹੀਂ ਹੈ ਜੀ। ਪਿਛਲੀ ਵਾਰੀ ਹਾਰਪਰ ਸਾਹਿਬ ਦੇ ਵੇਲੇ ਉਦੋਂ ਵੀ ਟਰਾਈ ਕੀਤੀ ਸੀ ਕੈਨੇਡਾ ਨੇ, ਉਦੋਂ ਵੀ ਇਹਨਾਂ ਨੂੰ ਸੀਟ ਨਹੀਂ ਮਿਲੀ ਸੀ। ਸੋ ਇੱਕ ਵਾਰੀ ਫੇਰ 2 ਸਾਲ ਵਾਸਤੇ ਕੈਨੇਡਾ ਯੂਨਾਈਟਿਡ ਨੇਸ਼ਨਸ ਦੀ ਇਹ ਜਿਹੜੀ 10 ਮੈਂਬਰੀ 15 ਮੈਂਬਰ 5 ਪਰਮਾਨੈਂਟ ਨੇ ਜੀ, 10 ਟੈਂਪਰੇਰੀ ਨੇ। 10 ਟੈਂਪਰੇਰੀ ਦੇ ਵਿੱਚੋਂ ਕੈਨੇਡਾ ਇੱਕ ਵਾਰੀ ਫੇਰ ਬਾਹਰ ਆ ਗਿਆ ਜੀ। ਤੇ ਨਾਲ ਲੱਗਦੀ ਗੱਲ ਤਰਨ ਇੰਡੀਆ ਦੀ, ਹੁਣੇ ਤਰਨ ਨੇ ਮੈਨੂੰ ਦੱਸਿਆ ਜੀ, ਅਸੀਂ ਬੈਠੇ ਸੀਗੇ, ਹੁਣੇ ਬ੍ਰੇਕਿੰਗ ਨਿਊਜ਼ ਹੈ ਜੀ। ਇਹ ਇੰਡੀਆ ਨੂੰ ਯੂਨਾਈਟਿਡ ਨੇਸ਼ਨ ਦੀ ਸੀਟ ਮਿਲ ਗਈ ਹੈ ਜੀ, ਅਨਅਪੋਜ਼ਡ। ਇੰਡੀਆ ਯੂਨਾਈਟਿਡ ਨੇਸ਼ਨ ਦਾ ਜਿਹੜੇ 10 ਨੌਨ ਪਰਮਾਨੈਂਟ ਮੈਂਬਰ ਹੈਗੇ ਜੀ, ਉਹਨਾਂ ਦੇ ਵਿੱਚੋਂ ਇੰਡੀਆ ਨੂੰ ਸੀਟ ਇਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮਿਲ ਗਈ ਹੈ ਜੀ। ਸਰ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੈਨੇਡਾ ਕਾਫੀ ਲੰਬੇ ਸਮੇਂ ਤੋਂ ਟਰਾਈ ਕਰ ਰਿਹਾ ਸੀ ਤੇ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਉਧਰੋਂ ਇੰਡੀਆ ਨੂੰ ਅਨਪੋਸਟ ਜਿਹੜਾ ਹੈ ਇਸ ਦਾ ਮੈਂਬਰ ਬਣਾ ਦਿੱਤਾ ਗਿਆ। ਬਿਲਕੁਲ ਸਰ, ਤੁਸੀਂ ਇਹ ਕੈਨੇਡਾ ਵਾਸਤੇ ਬੜੀ ਹੈਰਾਨੀ ਦੀ ਗੱਲ ਆ, ਔਰ ਰੀਜ਼ਨ ਇਹ ਹੈ ਜੀ ਜਿਹੜੀ ਸਾਡੀ ਟਰੂਡੋ ਗਵਰਨਮੈਂਟ ਹੈ, ਰਿਗਾਰਡਲੈਸ ਪਹਿਲਾਂ ਹਾਰਪਰ ਗਵਰਨਮੈਂਟ ਦੀ ਵੀ ਉਹੀ ਪਾਲਿਸੀ ਸੀ, ਦੇ ਵਰ ਲੀਨਿੰਗ ਮੋਰ ਟੂਵਰਡਸ ਜਿਹੜੀ ਆਪਣਾ ਇਜ਼ਰਾਈਲ ਹੈਗਾ, ਉਹਦੇ ਕਰਕੇ ਇਹ ਜਿਹੜੀ ਉਸ ਗਰੁੱਪ ਦੇ ਵਿੱਚੋਂ ਇਹਨਾਂ ਨੂੰ ਜਿਹੜੀਆਂ ਵੋਟਾਂ ਬਣੀਆਂ ਸੀਗੀਆਂ ਦੇ ਲਾਸਟ ਇਟ, ਔਰ ਹੁਣ ਇਹਨਾਂ ਨੂੰ ਜ਼ਰੂਰ ਇਸ ਬਾਰੇ ਇਹ ਬੜਾ ਵੱਡਾ ਝਟਕਾ ਜੀ ਜਸਟਿਨ ਟਰੂਡੋ ਸਾਹਿਬ ਵਾਸਤੇ ਤੇ ਸਾਡੇ ਜਿਹੜੇ ਫੋਰਨ ਮਿਨਿਸਟਰ ਉਹਨਾਂ ਵਾਸਤੇ, ਇਨਕਲੂਡਿੰਗ ਕ੍ਰਿਸਚੀਆ ਫਰੀਲੈਂਡ ਵਾਸਤੇ ਵੀ। ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਇਸ ਮਾਮਲੇ ਦੇ ਉੱਤੇ। ਇਹ ਅੱਗੇ ਵਾਸਤੇ ਇਹਨਾਂ ਨੂੰ ਜ਼ਰੂਰ ਸੋਚਣਾ ਪਵੇਗਾ ਕਿ ਅਸੀਂ ਜਿਹੜਾ ਇੱਕ ਤਰਫਾ ਹੀ ਇਜ਼ਰਾਈਲ ਦੀ ਮਦਦ ਹੀ ਕਰੀ ਜਾ ਰਹੇ ਹਾਂ, ਔਰ ਇਜ਼ਰਾਈਲ ਦੀ ਮਦਦ ਅਸੀਂ ਇਸ ਕਰਕੇ ਕਰੀ ਜਾ ਰਹੇ ਹਾਂ ਕਿਉਂਕਿ ਇਜ਼ਰਾਈਲ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ ਕੈਨੇਡਾ ਦੇ ਵਿੱਚ ਤਰਨ, ਪਰ ਸਾਨੂੰ ਜਿਹੜੇ ਮਨੁੱਖੀ ਅਧਿਕਾਰ ਆ ਉਹਨਾਂ ਬਾਰੇ ਵੀ ਸੋਚਣਾ ਪਏਗਾ। ਅਸੀਂ ਹੁਣ ਤੱਕ ਬੜੇ ਦਾਅਵੇਦਾਰ ਰਹੇ ਹਾਂ, ਦੁਨੀਆ ਦੇ ਵਿੱਚ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਕੈਨੇਡਾ ਅੱਗੇ ਕਿਸੇ ਵੇਲੇ ਬਹੁਤ ਅੱਗੇ ਹੋ ਕੇ ਕੰਮ ਕਰਦਾ ਸੀਗਾ। ਅਸੀਂ ਹੁਣ ਪਿਛਲੇ ਜਿਹੜੀਆਂ 2 ਸਰਕਾਰਾਂ ਆਈਆਂ ਨੇ ਉਹ 'ਚ ਪਿੱਛੇ ਚਲੇ ਗਏ ਹਾਂ, ਔਰ ਉਹਦਾ ਨਤੀਜਾ ਸਾਡੇ ਸਾਹਮਣੇ ਜਿਹੜੀ ਅੱਜ ਸਾਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਸੀਟ ਤੋਂ ਵਾਂਝਾ ਰੱਖਿਆ ਗਿਆ। ਸਰ ਇੱਕ ਤਾਂ ਇਹ ਹੋ ਗਈ ਮਾਹੌਲ 'ਚ ਗਰਮੀ ਪੈਦਾ ਕਰ ਦਿੱਤੀ ਹੈ, ਦੂਜੀ ਗਰਮੀ ਜਿਹੜੀ ਆ ਪਾਰਲੀਮੈਂਟ ਤੋਂ ਸੁਣਨ ਨੂੰ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਕਿ ਜਗਮੀਤ ਸਿੰਘ ਨੂੰ ਪਾਰਲੀਮੈਂਟ 'ਚੋਂ ਬਾਹਰ ਦਾ ਰਾਸਤਾ ਦਿਖਾਇਆ ਗਿਆ। ਕੋਈ ਉਹਨਾਂ ਨੇ ਵਿਰੋਧ ਜਤਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਰਾਸਤਾ ਬਾਹਰ ਦਾ ਦਿਖਾਉਣਾ ਪਿਆ। ਕੀ ਇਹ ਪੂਰਾ ਮਾਮਲਾ ਹੈ? ਐਨਡੀਪੀ ਨੇ ਅੱਜ ਮੋਸ਼ਨ ਰੱਖਿਆ ਸੀਗਾ ਜੀ ਕਿ ਆਰਸੀਐਮਪੀ ਜਿਹੜੀ ਹੈ ਉਹ 'ਚ ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਹੈਗਾ। ਆਰਸੀਐਮਪੀ ਇਹ ਜਿਹੇ ਧੱਕੇ ਕਰਦੀ ਹੋਈ ਹੈ, ਖਾਸ ਕਰਕੇ ਜਿਹੜੀ ਨਾਰਦਰਨ ਅੰਟਾਰੀਓ ਦੇ ਨਾਰਦਰਨ ਕੈਨੇਡਾ ਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਨੇ ਜਿੱਥੇ ਕਿ ਮੋਸਟਲੀ ਰਿਜ਼ਰਵਸ ਨੇ, ਜਿਹੜੇ ਕਿ ਨੇਟਿਵ ਇੰਡੀਅਨਸ ਆਪਾਂ ਕਹਿੰਦੇ ਉਹਨਾਂ ਨੂੰ, ਉਹਨਾਂ ਦੇ ਨਾਲ ਜਿੱਥੇ ਵੀ ਜਾਂਦੇ ਬਹੁਤ ਧੱਕਾ ਹੁੰਦਾ। ਤੇ ਉਹਦੇ ਮਾਮਲੇ ਦੇ ਵਿੱਚ ਐਨਡੀਪੀ ਵੱਲੋਂ ਮੋਸ਼ਨ ਸੀਗਾ ਜੀ, ਤੇ ਉਹ ਯੂਨੈਨਿਮਸਲੀ ਪਾਸ ਨਹੀਂ ਹੋ ਸਕਿਆ। ਉਹਦੇ ਵਿੱਚ ਜੇ ਕਿਸੇ ਨੇ ਅਗੇਂਸਟ ਵੋਟ ਪਾਈ ਹੈ ਤਾਂ ਉਹ ਜਿਹੜਾ ਬਲਾਕ ਕੁਬਿਕ ਵਾ ਉਹਨਾਂ ਦੇ ਇੱਕ ਮੈਂਬਰ ਨੇ ਪਾਈ ਹੈ ਜੀ। ਉਹਦੇ ਇੱਕ ਮੈਂਬਰ ਦੇ ਅਗੇਂਸਟ ਐਲਨ ਥੈਰੇਨ ਹੈ ਜੀ ਉਹਨਾਂ ਦਾ ਨਾਮ। ਉਹਨਾਂ 'ਤੇ ਸਿੱਧਾ ਦੋਸ਼ ਲਾਇਆ ਜਗਮੀਤ ਹੋਣਾ ਨੇ ਕਿ ਤੁਸੀਂ ਇਹ ਰੇਸਿਸਟ ਹੋ। ਇਹ ਬੜਾ ਵੱਡਾ ਦੋਸ਼ ਹੈ ਜੀ। ਅਜਿਹੀਆਂ ਗੱਲਾਂ ਨੂੰ ਕਈ ਵਾਰੀ ਪ੍ਰੂਵ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ, ਪਰ ਜਗਮੀਤ ਹੋਣਾ ਨੇ ਜਦੋਂ ਇਹ ਜੀ ਵੱਡੀ ਗੱਲ ਕੀਤੀ ਹੈ ਤਾਂ ਉਹਨੂੰ ਸਪੀਕਰ ਸਾਹਿਬ ਨੇ ਉਹਨਾਂ ਨੂੰ ਅੱਜ ਦੇ ਦਿਨ ਵਾਸਤੇ ਪਾਰਲੀਮੈਂਟ ਤੋਂ ਬਾਹਰ ਦਾ ਰਸਤਾ ਦਿਖਾਇਆ ਜੀ। ਉਹਨੂੰ ਕਿਹਾ ਕਿ ਤੁਸੀਂ ਪਾਰਲੀਮੈਂਟ 'ਚੋਂ ਬਾਹਰ ਚਲੇ ਜਾਓ, ਕੱਲ੍ਹ ਨੂੰ ਦੁਬਾਰਾ ਫੇਰ ਅਲਾਊਡ ਹੋਣਗੇ ਜੀ, ਐਸੀ ਗੱਲ ਨਹੀਂ। ਪਰ ਅੱਜ ਦੇ ਦਿਨ ਵਾਸਤੇ ਉਹਨਾਂ ਨੂੰ ਬਾਹਰ ਜਾਣਾ ਪਿਆ, ਔਰ ਜਗਮੀਤ ਹੋਣਾ ਨੇ ਇਹ ਗੱਲ ਕਹੀ ਹੈ ਕਿ ਮੈਂ ਜਿਹੜੀ ਗੱਲ 'ਤੇ ਅੜਿਆ ਹਾਂ, ਮੈਂ ਗੱਲ ਸਹੀ ਕਹੀ ਹੈ। ਬਾਕੀ ਆਉਣ ਵਾਲੇ ਦਿਨ ਦੇਖੋ, ਕਿਉਂਕਿ ਅਜਿਹੀਆਂ ਗੱਲਾਂ ਕਹਿਣੀਆਂ ਅਤੇ ਪ੍ਰੂਵ ਕਰਨੀਆਂ ਤਰਨ ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦੀਆਂ ਨੇ। ਪਰ ਉਹਦੇ ਨਾਲ ਨਾਲ ਹੀ ਜਿਵੇਂ ਹੁਣੇ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਉਹਨਾਂ ਦੇ ਬ੍ਰਦਰ ਦਾ
ਵੀ ਬਿਆਨ ਆਇਆ ਕਿ ਉਹ ਕਹਿੰਦੇ ਵੀ ਅਸੀਂ ਰੇਸਿਜ਼ਮ ਦੇ ਅਗੇਂਸਟ ਹਮੇਸ਼ਾ ਹੀ ਖੜਾਂਗੇ ਤੇ ਮੇਰਾ ਭਰਾ ਇਸ ਗੱਲ ਦੇ ਵਿੱਚੋਂ ਕਿਤੇ ਵੀ ਵਾਪਸ ਨਹੀਂ ਜਾਏਗਾ। ਇਹਨਾਂ ਦੇ ਬ੍ਰਦਰ ਇੱਥੇ ontario ਦੇ ਵਿੱਚ MPP ਨੇ ਜੀ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਕਹਿੰਦੇ ਆ ਅਸੀਂ ਇੱਥੇ, ਜਿਹਨੂੰ ਕਿ ਆਪਾਂ ਇੰਡੀਆ ਦੇ ਵਿੱਚ ਜਿਹੜੀ ਜਿਹੜੀ ਪੰਜਾਬ ਦੀ ਅਸੈਂਬਲੀ ਹੈ ਉਹਦੇ ਮੈਂਬਰ ਹੋਣਾ ਦੇ ਇਕੁਇਵਲੈਂਟ ਹੈ ਜੀ। ਬਿਲਕੁਲ। ਜਗਮੀਤ ਸਿੰਘ ਦੀ ਗੱਲ ਕਰੀਏ ਸਰ, ਜਦੋਂ ਇਲੈਕਸ਼ਨਸ ਹੋਣੀਆਂ ਸੀ ਫੈਡਰਲ ਲੈਵਲ ਦੀਆਂ, ਉਦੋਂ ਵੀ ਇੱਕ ਖਬਰ ਸਾਹਮਣੇ ਆਈ ਸੀ ਜਦੋਂ ਉਹਨਾਂ ਦੇ ਨਾਲ ਖੁਦ ਰੇਸਿਜ਼ਮ ਹੋ ਕੇ ਹਟਿਆ ਸੀ ਇੱਕ ਗੋਰੇ ਵੋਟਰ ਨੇ, ਜਦੋਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੀ ਸ਼ਬਦਾਵਲੀ ਗਲਤ ਸੀ, ਉਹਨਾਂ ਦੇ ਕੇਸ ਨੂੰ ਕਹਿ ਕੇ ਉਹਨਾਂ ਨੇ ਕਿਹਾ ਸੀ ਜੇ ਕਟਵਾਲੇ ਜਾਣ, ਕੈਨੇਡੀਅਨ ਦਿੱਖ ਜਿਹੜੀ ਅਪਣਾਵੇ ਤਾਂ ਉਹ ਜ਼ਿਆਦਾ ਬੈਟਰ ਹੋਏਗਾ, ਵੋਟਰਸ ਨੂੰ ਆਕਰਸ਼ਿਤ ਕਰੇਗਾ। ਜਗਮੀਤ ਸਿੰਘ ਸਮੇਂ-ਸਮੇਂ ਤੇ ਆਪਣੇ ਨਾਲ ਹੋਏ ਰੇਸਿਜ਼ਮ ਦੀ ਵੀ ਗੱਲ ਚੁੱਕਦੇ ਰਹੇ ਨੇ ਤੇ ਅੱਜ ਜਦੋਂ ਉਹਨਾਂ ਨੇ MP ਨੂੰ ਡਾਇਰੈਕਟਲੀ ਇਹ ਗੱਲ ਆਖਿਆ ਕਿ ਉਹਨਾਂ ਦਾ ਜੋ ਫੈਸਲਾ ਹੈ ਉਹ ਰੇਸਿਜ਼ਮ ਨੂੰ ਪ੍ਰਭਾਵਿਤ ਕਰ ਰਿਹਾ ਤੇ ਉਹਨਾਂ ਦੀ ਜਿਹੜੀ ਸਾਥਣ ਸੀ, MP ਦੀ ਸਾਥਣ ਸੀ, ਉਹਨਾਂ ਨੇ ਕਿਹਾ ਸੀ ਉੱਠ ਕੇ ਕਿ ਜਗਮੀਤ ਸਿੰਘ ਨੂੰ ਉਸ ਮੁੱਦੇ ਉੱਤੇ ਮੁਆਫੀ ਮੰਗਣੀ ਚਾਹੀਦੀ ਆ, ਜੀ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗਮੀਤ ਸਿੰਘ ਆਪਣੇ ਸਟੈਂਡ ਦੇ ਉੱਤੇ ਬਰਕਰਾਰ ਰਹਿਣਗੇ ਜਾਂ ਫਿਰ ਉਹ ਮਾਹੌਲ ਨੂੰ ਦੇਖਦੇ ਹੋਏ ਮੁਆਫੀ ਮੰਗ ਸਕਦੇ ਨੇ? ਤਰਨ ਮੈਨੂੰ ਅਜੇ ਤਾਂ ਨਹੀਂ ਲੱਗਦਾ, ਕਿਉਂਕਿ ਹਜੇ ਮਾਮਲਾ ਗਰਮ ਹੈ। ਜਦੋਂ ਹੌਲੀ ਹੌਲੀ ਜਿਹਨੂੰ ਕਹਿੰਦੇ ਕੂਲ ਮਾਈਂਡਸ ਪ੍ਰੀਵੇਲ, ਉਹ ਤੇ ਕੋਈ ਠੰਡੇ ਮਤ ਨਾਲ ਜਦੋਂ ਸੋਚਿਆ ਜਾਵੇਗਾ, ਹੋ ਸਕਦਾ ਜਗਮੀਤ ਹੁਣੀ ਇਸ ਗੱਲ ਤੇ ਮਾਫੀ ਮੰਗਣ। ਪਰ ਇਹ ਜਿਹੜੀ ਇਹ ਟੈਨਸ਼ਨ ਸ਼ੁਰੂ ਹੋ ਗਈ ਹੈ ਪਾਰਲੀਮੈਂਟ ਦੇ ਵਿੱਚ, ਇਹ ਕੋਈ ਬਹੁਤਾ ਵਧੀਆ ਸਾਈਨ ਨਹੀਂ ਹੈ, ਚੰਗਾ ਸਾਈਨ ਨਹੀਂ ਹੈ, ਕਿਉਂਕਿ ਜਿਹੜੀ ਇਹ ਜਿਹੜੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਉਹਨਾਂ ਨੇ ਅਕਿਊਜ਼ ਕੀਤਾ ਉਹ ਹੈਗੇ ਨੇ ਕੁਬੈਕ ਦੇ ਵਿੱਚੋਂ, ਬਲਾਕ ਕੁਬੈਕ ਦੇ ਮੈਂਬਰ ਪਾਰਲੀਮੈਂਟ ਨੇ, ਔਰ ਜਿਹੜੇ ਇਹਨਾਂ ਤੇ ਰੇਸਿਜ਼ਮ ਦਾ ਇਹਨਾਂ ਦੇ ਬਾਰੇ ਜਿਹੜੀ ਤੁਸੀਂ ਹੁਣੇ ਜ਼ਿਕਰ ਕੀਤਾ ਜਿਹੜੀ ਘਟਨਾ ਦਾ, ਉਹ ਵੀ ਕੁਬੈਕ ਦੇ ਵਿੱਚ ਹੀ ਹੋਈ ਸੀ ਔਰ ਉਹ ਸ਼ਹਿਰ ਮੌਂਟਰੀਅਲ ਦੇ ਵਿੱਚ ਹੋਈ ਸੀ ਕਿ ਵਾਈ ਡੋਂਟ ਯੂ ਲੁੱਕ ਲਾਈਕ ਕੈਨੇਡੀਅਨਸ, ਇਹ ਕੁਐਸਚਨ ਕੀਤਾ ਗਿਆ ਸੀਗਾ ਜਗਮੀਤ ਹੋਣਾ ਨੂੰ, ਜਿਹੜਾ ਕਿ actually it is a racist question regardless। ਕੈਨੇਡੀਅਨ ਦੀ ਕੋਈ ਡੈਫੀਨੇਸ਼ਨ ਨਹੀਂ ਹੈ, ਕੋਈ ਹੁਣ ਤੋਂ 100 ਸਾਲ 200 ਸਾਲ 500 ਸਾਲ ਪਹਿਲਾਂ ਕੈਨੇਡੀਅਨ ਡੈਫੀਨੇਸ਼ਨ ਕੁਝ ਹੋਰ ਸੀ, ਸਮੇਂ ਦੇ ਨਾਲ ਬਦਲ ਰਹੀ ਹੈ, ਹੁਣ ਵੀ ਬਦਲ ਰਹੀ ਹੈ, ਅੱਗੇ ਨੂੰ ਵੀ ਬਦਲਦੀ ਰਹੇਗੀ। ਇਟਸ ਅ ਇਵੋਲਵਿੰਗ ਥਿੰਗ, ਔਰ ਇਹਦੇ 'ਚ ਕਿਸੇ ਨੂੰ ਇਹ ਅਜਿਹਾ ਕੁਐਸਚਨ ਕਰਨਾ ਕੋਈ ਬਹੁਤਾ ਸੋਭਦਾ ਨਹੀਂ ਸੀਗਾ। ਔਰ ਉਹਦਾ ਜਗਮੀਤ ਹੋਣਾ ਉਦੋਂ ਬੜਾ ਵਧੀਆ ਜਵਾਬ ਦਿੱਤਾ ਸੀ। ਪਰ ਜਿਹੜੀ ਗੱਲ ਹੁਣ ਤੁਸੀਂ ਇਹ ਕਹੀ ਹੈ ਕਿ ਪਾਰਲੀਮੈਂਟ ਦੇ ਜਿਹੜੀ ਮਾਫੀ ਮੰਗਣ ਵਾਲੀ ਗੱਲ ਆ, ਇਹ ਹਜੇ ਨਹੀਂ ਲੱਗਦਾ, ਹੋ ਸਕਦਾ ਠਹਿਰ ਕੇ ਜਦੋਂ ਜਿਹਨੂੰ ਕੂਲ ਮਾਈਂਡਸ ਪ੍ਰੋਵੇਲ ਸ਼ਾਇਦ ਇਸ ਤੇ ਮਾਫੀ ਮੰਗ ਲਈ ਜਾਵੇ। ਬਿਲਕੁਲ ਜੀ। ਉੱਥੇ ਨਾਰਦਰਨ ਅਫੇਅਰ ਮਿਨਿਸਟਰ ਦੀ ਗੱਲ ਕਹੀਏ ਤਾਂ ਉਹਨਾਂ ਨੇ ਵੀ ਇਹ ਗੱਲ ਜ਼ਰੂਰ ਮੰਨੀ ਹੈ ਕਿ ਇੰਡੀਜੀਨਸ ਲੋਕਾਂ ਦੇ ਉੱਤੇ RCMP ਵੱਲੋਂ ਧੱਕਾ ਕੀਤਾ ਗਿਆ ਆ। ਸਹੀ ਗੱਲ ਆ। ਤਾਂ ਨਾਰਦਰਨ ਅਫੇਅਰਸ ਜਿਹੜੇ ਮਿਨਿਸਟਰ ਨੇ ਜੀ, ਉਹਨਾਂ ਨੇ ਪੁਲਿਸ ਦੀ ਬਰੂਟੈਲਿਟੀ ਬਾਰੇ ਜ਼ਰੂਰ ਉਹਨਾਂ ਨੇ ਮੰਨਿਆ ਕਿ ਪੁਲਿਸ ਜ਼ਰੂਰ ਧੱਕਾ ਕਰਦੀ ਮੋਸਟਲੀ RCMP ਹੈ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੈ ਜੀ। ਪੂਰਾ ਫਾਰਮ ਜਿਹੜੇ ਸਾਡੇ ਤੋਂ ਬਾਹਰਲੇ ਦਰਸ਼ਕ ਉਹਨਾਂ ਨੂੰ ਦੱਸਣਾ ਚਾਹਾਂਗਾ, ਕਿਸੇ ਵੇਲੇ ਘੋੜਿਆਂ ਤੇ ਹੁੰਦੇ ਸੀਗੇ ਜੀ, ਇਸੇ ਕਰਕੇ ਮਾਊਂਟਡ ਪੁਲਿਸ ਕਹਿੰਦੇ ਆ ਜੀ। ਉਹਦੇ ਬਾਰੇ ਅੱਜ ਜਿਹੜਾ ਨਾਰਦਰਨ ਅਫੇਅਰਸ ਦੇ ਮਿਨਿਸਟਰ ਨੇ ਹਾਊਸ ਆਫ ਕਾਮਨਸ ਦੀ ਕਮੇਟੀ ਦੇ ਵਿੱਚ ਇਹ ਗੱਲ ਕਹਿਣਾ ਔਰ ਇਸ ਚੀਜ਼ ਨੂੰ ਮੰਨਣਾ, ਇਹ ਬੜੀ ਵੱਡੀ ਗੱਲ ਹੈ ਜੀ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਅਜਿਹੀਆਂ ਗੱਲਾਂ ਤੂਲ ਫੜਦੀਆਂ ਜਾ ਰਹੀਆਂ ਨੇ, ਅਜਿਹਾ ਕੁਝ ਹੁੰਦਾ ਜਾ ਰਿਹਾ, ਇਹਦੇ ਨਾਲ ਹੋ ਸਕਦਾ ਜੀ ਜ਼ਰੂਰ ਕੋਈ ਨਾ ਕੋਈ ਫਰਕ ਆਵੇ। ਬਿਲਕੁਲ। ਉੱਥੇ RCMP ਨੇ ਵੀ ਆਪਦੀ ਗੱਲ ਜ਼ਰੂਰ ਕਬੂਲ ਕੀਤੀ ਹੈ। ਸਾਡੀ ਪੁਲਿਸ ਹੋਵੇ ਤਾਂ ਛੇਤੀ ਮੰਨੇ ਨਾ, ਪੰਜਾਬ ਪੁਲਿਸ ਹੋਵੇ ਤਾਂ ਵੈਸੇ ਹੀ ਨਾ ਬਿਲਕੁਲ ਮੰਨੇ, ਪਰ RCMP ਨੇ ਗੱਲ ਜ਼ਰੂਰ ਕਬੂਲ ਕੀਤੀ ਹੈ ਕਿ ਪਿਛਲੇ 3 ਸਾਲ ਦੇ ਵਿੱਚ ਉਹਨਾਂ ਨੇ ਲਗਭਗ 5000 ਵਾਰ ਜਿਹੜਾ ਗਨ ਦਾ ਇਸਤੇਮਾਲ ਕੀਤਾ ਆ। ਬਿਲਕੁਲ ਤਰਨ, 5000 ਵਾਰੀ ਜੇ ਆਪਾਂ ਸੋਚਿਆ ਜਾਵੇ ਤਾਂ ਬਹੁਤ ਵੱਡਾ ਨੰਬਰ ਹੈ। ਜਦੋਂ ਵੀ ਤੇ ਡਰਿਊ ਦਾ ਗਨ ਆ ਕਿ ਜੋ ਹੋਲਸਟਰ ਚੋਂ ਗਨ ਕੱਢ ਲੈਣੀ ਹੈ ਜੀ, ਉਹ ਉਹਨਾਂ ਨੂੰ ਇੱਥੇ ਪੁਲਿਸ ਨੂੰ ਲਿਖਣਾ ਪੈਂਦਾ ਜੀ, ਹੈ ਹੋਵੇਗਾ ਤਾਂ ਇੰਡੀਆ ਦੇ ਵਿੱਚ ਵੀ ਐਵੇਂ ਹੀ, ਪਰ ਇੱਥੇ ਲਾਜ਼ਮੀ ਕਾਰਵਾਈ ਪਾਉਣੀ ਪੈਂਦੀ ਹੈ ਵੀ ਮੈਂ ਹੋਲਸਟਰ ਚੋਂ ਗਨ ਕੱਢੀ ਸੀਗੀ ਤੇ ਉਹਨੂੰ ਵਰਤਿਆ ਚਾਹੇ ਨਹੀਂ ਵਰਤਿਆ, ਪੁਆਇੰਟ ਕੀਤਾ 5000 ਵਾਰੀ। ਇਹ ਬੜਾ ਵੱਡਾ ਨੰਬਰ ਹੈ ਜੀ। ਪਰ ਜੇ ਪਰਸੈਂਟੇਜ ਆਫ ਆਪਾਂ ਇਨਸੀਡੈਂਟਸ ਗਿਣੀਏ ਤਾਂ ਉਹਦੇ ਮੁਤਾਬਕ ਤਕਰੀਬਨ 1% ਟਾਈਮ ਹੋਈ ਪੁਲਿਸ ਨੇ ਗਨ ਕੱਢੀ। ਇਮੈਜਿਨ ਕਰੋ ਵੀ 3 ਸਾਲਾਂ 'ਚ ਕਿੰਨੇ ਕੇਸਿਸ ਪਰਸਿਊ ਕੀਤੇ RCMP ਨੇ, ਕਿੰਨਾ ਕੁਛ ਕੀਤਾ। ਪਰ ਜਦੋਂ 5000 ਨੰਬਰ ਆ ਜਾਂਦਾ, ਇਹ ਬੜਾ ਵੱਡਾ ਨੰਬਰ ਆ ਵੀ ਇਨ ਕੇਸ 'ਚ ਕਿਤੇ ਅਜਿਹੇ ਤੇ ਗਨ ਵਰਤੀ ਜਾਂਦੀ, ਫਾਇਰ ਕੀਤੀ ਜਾਂਦੀ, ਨੁਕਸਾਨ ਹੋ ਸਕਦਾ ਸੀਗਾ। 5000 ਬੰਦਿਆਂ ਤੱਕ ਦਾ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਸੀ। RCMP ਨੇ ਇਸ ਗੱਲ ਨੂੰ ਅੱਜ ਮੰਨਿਆ ਜੀ ਕਿ ਅਸੀਂ 5000 ਵਾਰੀ ਪਿਛਲੇ 3 ਸਾਲਾਂ 'ਚ ਗਨ ਨੂੰ ਅਸੀਂ ਆਪਦੇ ਕਾਰਵਾਈ ਦੇ ਵੇਲੇ ਵਰਤਿਆ ਜੀ। ਜਦੋਂ ਵੀ ਕਿਸੇ ਚੀਜ਼ ਸਿਸਟਮ ਵਿੱਚ ਸਾਨੂੰ ਕੋਈ ਕਮੀ ਲੱਗਦੀ ਹੈ, ਉਹਦੇ ਵਿੱਚ ਹਮੇਸ਼ਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਕੱਲ ਗੱਲ ਕੀਤੀ ਸੀ ਕਿ ਮਿਸਟਰ ਟਰੰਪ ਨੇ ਵੀ ਪੁਲਿਸਿੰਗ ਪਾਲਿਸੀਜ਼ ਦੇ ਵਿੱਚ ਸੁਧਾਰ ਕਰਨ ਲਈ ਇੱਕ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਸਾਈਨ ਕੀਤੇ ਨੇ। ਉਧਰੋਂ ਹੁਣ ਗੱਲ ਕਰੀਏ ਟੋਰਾਂਟੋ ਦੀ, ਤਾਂ ਟੋਰਾਂਟੋ ਦੇ ਮੇਅਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇੱਥੋਂ ਦੀ ਸਥਾਨਕ ਪੁਲਿਸ ਦੇ ਵਿੱਚ ਥੋੜਾ ਜਿਹਾ ਹੋਰ ਸੁਧਾਰ ਕੀਤਾ ਜਾ ਸਕੇ। ਹਾਂ ਤਰਨ, ਇੱਕ ਤਾਂ ਜਿਹੜੇ ਅੱਜ ਕੱਲ ਇੰਨੇ ਹੋ ਰਹੇ ਨੇ, ਲੋਕਾਂ ਦਾ ਇਕੱਠ ਆ ਰਿਹਾ, ਲੋਕੀ ਇੰਨੇ ਮੁਜ਼ਾਹਰੇ ਕਰ ਰਹੇ ਨੇ, ਇੱਕ ਇਹਦਾ ਅਸਰ ਹੈ। ਇੱਕ ਸ਼ਾਇਦ ਤੁਹਾਨੂੰ ਪਤਾ ਹੋਵੇਗਾ, ਆਪਾਂ ਕੁਝ ਦੇ ਪਹਿਲਾਂ 23 ਸਾਲਾ ਲੜਕੀ ਹੈ ਪਾਰਕਡੇਲ ਦੇ ਏਰੀਏ ਦੇ ਵਿੱਚ, ਉਹ
ਸੌਰੀ 23ਵੇਂ ਫਲੋਰ ਤੋਂ ਉਹਨੇ ਛਾਲ ਮਾਰ ਦਿੱਤੀ ਸੀਗੀ। ਇਹ ਨਹੀਂ, ਉਹਦੇ ਬਾਰੇ ਹਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹ ਨਹੀਂ ਪਤਾ ਕਾਰਨ ਕੀ ਸੀਗਾ। ਉਹ ਵੈਸਟ ਇੰਡੀਅਨ ਕਮਿਊਨਿਟੀ ਦੇ ਨਾਲ ਸੰਬੰਧਿਤ ਸੀਗੀ। ਅਜਿਹੀਆਂ ਗੱਲ ਉਦੋਂ ਕਹਿੰਦੇ ਕਿ ਉਹਨੂੰ ਕੋਈ ਮੈਂਟਲ ਪ੍ਰੋਬਲਮ ਸੀਗੀ। ਸੋ ਹੁਣ ਜਿਹੜੀ ਸਾਡੇ ਟੋਲੀ ਸਾਹਿਬ ਨੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੁਲਿਸ ਦਾ ਸੁਧਾਰ ਲੈ ਕੇ, ਖਾਸ ਕਰਕੇ ਜਿਹੜੇ ਮੈਂਟਲ ਕੇਸਿਸ ਹੁੰਦੇ ਨੇ ਉਹਨਾਂ ਨੂੰ ਹੈਂਡਲ ਕਿਵੇਂ ਕੀਤਾ ਜਾਵੇ। ਐਗਜ਼ੈਕਟਲੀ ਉਹਦੇ ਨਾਲ ਜਿਹੜੇ ਪੁਲਿਸ ਯੂਨੀਅਨ ਦੇ ਇਸ ਵੇਲੇ ਲੀਡਰ ਨੇ ਜੀ ਮਿਸਟਰ ਮਕੌਰਮੈਕ, ਉਹਨਾਂ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕਹਿੰਦੇ ਵੀ ਜਿਹੜੇ ਸਪੈਸ਼ਲ ਯੂਨਿਟਸ ਚਾਹੀਦੇ ਆ, ਜਿੱਥੇ ਵੀ ਕਿਤੇ ਕੋਈ ਮੈਂਟਲ ਕੇਸ ਹੈਗਾ ਉੱਥੇ ਸਪੈਸ਼ਲ ਟ੍ਰੇਨਿੰਗ ਵਾਲਾ ਪੁਲਿਸ ਅਫਸਰ ਵੀ ਭੇਜਿਆ ਜਾਵੇ ਜਿਹੜਾ ਕਿ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਸਕੇ। ਕਈ ਵਾਰੀ ਇਹ ਹੁੰਦਾ ਜਿਹਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੈਗੀ ਆ, ਨੋਰਮਲ ਕਾਪ ਹੈਗਾ, ਉਹ ਚਲਾ ਜਾਂਦਾ ਤਾਂ ਕਈ ਵਾਰੀ ਸਿਚੁਏਸ਼ਨ ਹੱਥੋਂ ਬਾਹਰ ਹੋ ਜਾਂਦੀ ਹੈ, ਬਿਲਕੁਲ ਜਿਵੇਂ ਕਿ ਆਹ ਪਾਰਕ ਦੇ ਏਰੀਏ ਦੇ ਵਿੱਚ ਹੋਈ ਸੀਗੀ। ਹੋ ਸਕਦਾ ਜਿਹੜੀ ਗੱਲ ਚੱਲੀ ਹੈ ਤਰਨ, ਇਹਦਾ ਕੋਈ ਨਾ ਕੋਈ ਅਸਰ ਜ਼ਰੂਰ ਹੋਵੇਗਾ ਔਰ ਚੰਗੀ ਗੱਲ ਹੈ, ਇਹ ਸਹੀ ਡਾਇਰੈਕਸ਼ਨ ਵਾਲੇ ਪਾਸੇ ਸਾਰੀਆਂ ਗੱਲਾਂ ਜਾ ਰਹੀਆਂ ਨੇ ਜੀ। ਬਿਲਕੁਲ, ਤੇ ਉੱਥੇ ਹੀ ਸਰ ਸਭ ਬੈਨੀਫਿਟਸ ਸਰਕਾਰ ਵੱਲੋਂ ਐਲਾਨੇ ਗਏ ਸੀ ਤਾਂ ਕਿ ਜਿਹੜਾ ਨਾਰਮਲ ਤਬਕਾ ਆ ਆਪਣੇ ਖਰਚਿਆਂ ਨੂੰ ਚਲਾ ਸਕੇ। ਉਸ ਤੋਂ ਬਾਅਦ ਸਮਾਲ ਸਕੇਲ ਇੰਡਸਟਰੀਜ਼ ਦੇ ਲਈ 40,000 ਦਾ ਲੋਨ ਦਿੱਤਾ ਗਿਆ ਤਾਂ ਕਿ ਸਮਾਲ ਸਕੇਲ ਇੰਡਸਟਰੀਜ਼ ਆਪਣਾ ਗੁਜ਼ਰ ਬਸਰ ਕਰ ਸਕਣ, ਆਪਣੇ ਬਿਜ਼ਨਸ ਨੂੰ ਜ਼ਿੰਦਾ ਰੱਖਣ। ਤੇ ਉਸ ਤੋਂ ਇਲਾਵਾ ਜਿਹੜੀ ਬਿਗ ਇੰਡਸਟਰੀਜ਼ ਸੀਗੀ, ਵੱਡੇ ਉਦਯੋਗਿਕ ਘਰਾਣੇ ਸੀ, ਉਹਨਾਂ ਲਈ ਵੀ ਸਰਕਾਰ ਨੇ ਕੁਝ ਫਾਈਨੈਂਸ਼ੀਅਲ ਹੈਲਪ ਪ੍ਰੋਵਾਈਡ ਕੀਤੀ ਸੀ। ਸੁਣਨ ਵਿੱਚ ਜੋ ਆਇਆ ਵਾ ਉਹ ਕਾਫੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿ ਕਿਸੇ ਵੀ ਅਦਾਰੇ ਨੇ, ਕਿਸੇ ਵੀ ਵੱਡੀ ਇੰਡਸਟਰੀ ਨੇ ਫਾਈਨੈਂਸ਼ੀਅਲ ਹੈਲਪ ਨਹੀਂ ਲਈ। ਬਿਲਕੁਲ ਤਰਨ, ਉਹ ਜਿਹੜਾ ਪ੍ਰੋਗਰਾਮ ਦਾ ਨਾਮ ਹੈਗਾ ਲਾਰਜ ਇੰਪਲੋਇਰ ਐਮਰਜੈਂਸੀ ਫਾਈਨੈਂਸਿੰਗ ਫੈਸਿਲਿਟੀ ਹੈ, ਜਿਹੜੀ 60 ਮਿਲੀਅਨ ਤੱਕ ਦਾ ਲੋਨ ਵੀ ਦੇਣਾ ਸੀਗਾ ਸਰਕਾਰ ਨੇ ਕਿਸੇ ਵੱਡੀਆਂ ਕੰਪਨੀਆਂ। ਸਪੈਸ਼ਲੀ ਜਦੋਂ ਇਹ ਗੱਲ ਕੀਤੀ ਗਈ ਸੀਗੀ ਉਦੋਂ ਜ਼ਿਕਰ ਜਿਹੜਾ ਆਇਆ ਸੀਗਾ ਉਹ ਮੋਸਟਲੀ ਜਿਹੜੀਆਂ ਆਇਲ ਕੰਪਨੀਆਂ ਉਹਨਾਂ ਦਾ ਜ਼ਿਕਰ ਆਇਆ ਸੀਗਾ, ਕਿਉਂਕਿ ਪ੍ਰੋਬਲਮ ਇਹ ਹੈ ਇਸ ਵੇਲੇ ਜਿਹੜੀ ਆਇਲ ਦੀਆਂ ਕੀਮਤਾਂ ਨੇ ਦੁਨੀਆ ਦੇ ਵਿੱਚ ਬਹੁਤ ਥੱਲੇ ਚਲੇ ਗਈਆਂ ਨੇ ਔਰ ਕਈ ਐਸੀਆਂ ਕੰਪਨੀਆਂ ਨੇ ਜਿਹੜੀਆਂ ਆਲਮੋਸਟ ਕਲੋਜ਼ ਟੂ ਜਿਹਨੂੰ ਕਹਿੰਦੇ ਬ੍ਰਿੰਕ ਆਫ ਬੈਂਕਰਪਸੀ ਐਸ ਅਜਿਹੇ ਥਾਂ ਤੇ ਪਹੁੰਚੇ ਹੋਏ ਨੇ। ਔਰ ਪਰ ਜਿਹੜਾ ਇਹ ਪ੍ਰੋਗਰਾਮ ਅਨਾਉਂਸ ਕੀਤਾ ਗਿਆ, ਇਸ ਪ੍ਰੋਗਰਾਮ ਦੇ ਅੰਤਰਗਤ ਹਾਲਾਂਕਿ ਇਹ 20 ਮਈ ਨੂੰ ਕੀਤਾ ਗਿਆ ਸੀਗਾ, ਹੁਣ ਤੱਕ ਦੇਖ ਲਓ ਜੋ ਆਪਣਾ ਜੂਨ ਅੱਧ ਹੋ ਗਿਆ, ਅਜੇ ਤੱਕ ਇੱਕ ਵੀ ਕਿਸੇ ਕੰਪਨੀ ਨੇ ਇਸ ਲੋਨ ਦਾ ਫਾਇਦਾ ਨਹੀਂ ਲਿਆ। ਇਹ ਪਤਾ ਨਹੀਂ ਗੱਲ ਕੀ ਹੈ, ਜਾਂ ਤਾਂ ਕਈ ਕੰਪਨੀਆਂ ਡਰਦੀਆਂ ਹੁੰਦੀਆਂ ਨੇ ਅਖੀਰ ਲੋਨ ਵਾਪਸ ਤਾਂ ਕਰਨਾ ਹੀ ਹੈਗਾ, ਕੁਛ ਨਾ ਕੁਛ ਅਜਿਹੀ ਗੱਲ ਹੈਗੀ ਹੈ ਕਿ ਜਿਹਦੇ ਵਿੱਚ ਵੱਡੀਆਂ ਕੰਪਨੀਆਂ ਨੇ ਇਸ ਲੋਨ ਦੇ ਉੱਤੇ ਕੋਈ ਵੀ ਇਹਨੂੰ ਹੱਥ ਨਹੀਂ ਪਾਇਆ ਹਜੇ ਤੱਕ ਜੀ। ਬਿਲਕੁਲ, ਜਦ ਕਿ ਆਮ ਇਨਸਾਨ ਦੀ ਗੱਲ ਕਰੀਏ ਤਾਂ ਸਰਕਾਰ ਨੇ 2 ਮਹੀਨਿਆਂ ਲਈ ਜਿਹੜੇ ਬੈਨੀਫਿਟਸ ਹੋਰ ਵਧਾ ਦਿੱਤੇ ਨੇ ਤੇ ਬਹੁਤ ਸਾਰੇ ਸਰਕਾਰ ਵੀ ਅਸੀਂ ਗੱਲ ਕਰ ਰਹੇ ਸੀਗੇ ਕਿ ਸਰਕਾਰ ਨੇ ਵਧਾਇਆ। ਲੋਕਾਂ ਦਾ ਥੋੜਾ ਜਿਹਾ ਜ਼ਰੂਰ ਹੋਏਗਾ ਕਿ ਗਰਮੀਆਂ ਦਾ ਮੌਸਮ ਹੈ, ਕੰਮਾਂ ਕਾਰਾਂ ਦੇ ਜੇ ਹਜੇ ਨਾ ਵਰਤਿਆ ਜਾਵੇ ਤਾਂ ਜ਼ਿਆਦਾ ਬੈਟਰ ਹੈ। ਸਹੀ ਗੱਲ ਆ ਤਰਨ, ਜਦ ਤੱਕ ਕਰੋਨਾ ਦਾ ਡਰ ਹੈਗਾ, ਦੋਨੇ ਗੱਲਾਂ ਨੇ। ਮੇਰੇ ਖਿਆਲ ਆ ਹੁਣ ਬਹੁਤੇ ਲੋਕ ਇਹ ਚਾਹੁੰਦੇ ਨੇ ਲਾਈਕ ਕਾਈਂਡ ਆਫ ਜਿਹਨੂੰ ਕਹਿੰਦਾ ਇਚਿੰਗ ਟੂਵਰਡਸ ਵਰਕ, ਉਹ ਚਾਹੁੰਦੇ ਵੀ ਕਿਉਂ ਨਾ ਕੰਮ ਤੇ ਜਾਇਆ ਜਾਵੇ। ਘਰ ਰਹਿ ਕੇ ਵੀ ਕਈ ਵਾਰੀ ਅਗਲੇ ਅੱਕ ਜਾਂਦੇ ਆ, ਕੁਛ ਕਰਨ ਨੂੰ ਹੈ ਨਹੀਂਗਾ। ਠੀਕ ਹੈ, ਸਰਕਾਰ ਨੇ ਗੁਜ਼ਾਰੇ ਜੋਗਾ ਦਿੱਤਾ ਹੈ ਤੁਹਾਨੂੰ, ਜਿਹਦੇ ਨਾਲ ਜਿਹੜੇ ਬਿਲਸ ਪੇ ਹੋਈ ਜਾਣ, ਤੁਹਾਨੂੰ ਗਰੋਸਰੀ ਆਉਂਦੀ ਰਹੇ, ਪਰ ਜਿਹੜਾ ਐਕਚੁਅਲ ਹਰ ਇੱਕ ਬੰਦੇ ਦੀ ਲਾਈਫ ਸੀਗੀ ਉਹ ਇੱਕ ਤਰ੍ਹਾਂ ਨਾਲ ਖੜ ਗਈ ਹੈ ਬਿਲਕੁਲ ਵੀ। ਹੁਣ ਉਹਦੇ 'ਚ ਕੋਈ ਮੂਵਮੈਂਟ ਨਹੀਂ ਹੈਗੀ ਹੈ ਔਰ ਹਰ ਕੋਈ ਚਾਹੁੰਦਾ ਕਿ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਵਾਪਸ ਕੰਮਾਂ ਤੇ ਜਾਇਆ ਜਾਵੇ। ਜਿਹੜੀ ਇਹ 2 ਮਹੀਨੇ ਹੋਰ ਸਰਕਾਰ ਨੇ $2,000 ਦੇਣ ਦਾ ਵਾਅਦਾ ਕੀਤਾ ਹੈ ਚੰਗੀ ਗੱਲ ਆ, ਕਿਉਂਕਿ ਅਜੇ ਤੱਕ ਕੰਮ ਚੱਲੇ ਨਹੀਂ ਹੈਗੇ। ਪਰ ਮੈਨੂੰ ਇਉਂ ਲੱਗਦਾ ਹੈ ਕਿ ਇਸ ਤੋਂ ਬਾਅਦ ਸ਼ਾਇਦ ਹੋਈ ਸਰਕਾਰ $2,000 ਦੇਵੇ, ਕੁਛ ਨਾ ਕੁਛ ਜਾਂ ਤਾਂ ਕਮੀ ਆਏਗੀ, ਕੋਈ ਚੇਂਜ ਆਏਗੀ ਜਾਂ ਬੰਦ ਹੋ ਜਾਏਗਾ। ਔਰ ਸਰਕਾਰਾਂ ਨੂੰ ਇਹ ਪੂਰੀ ਆਸ ਹੈ ਕਿ ਹੋ ਸਕਦਾ ਅਗਲੇ 2 ਮਹੀਨਿਆਂ ਦੇ ਵਿੱਚ ਬਹੁਤੇ ਕੰਮ ਸ਼ੁਰੂ ਹੋ ਜਾਣਗੇ। ਐਂਡ ਔਨ ਟਾਪ ਆਫ ਦੈਟ ਸਰਕਾਰ ਇੱਕ ਹੋਰ ਐਕਸਪੈਕਟ ਕਰ ਰਹੀ ਹੈ ਤਰਨ ਕਿ ਜਿੰਨਾ ਜਿਹੜੇ ਇਹ ਸਰਬ ਲੈ ਰਹੇ ਨੇ ਉਹਨਾਂ ਤੋਂ ਹੁਣ ਐਕਸਪੈਕਟੇਸ਼ਨ ਇਹ ਵੀ ਆਉਣ ਲੱਗ ਪਈਆਂ ਨੇ ਕਿ ਤੁਹਾਨੂੰ ਕਿਤੇ ਨਾ ਕਿਤੇ ਜੇ ਕੰਮ ਲੱਭਦਾ ਤਾਂ ਉਹ ਤੇ ਤੁਹਾਨੂੰ ਕੰਮ ਤੇ ਜਾਣਾ ਚਾਹੀਦਾ। ਜਿੱਥੇ ਕਿ ਕੋਵਿਡ ਦੇ 19 ਨੂੰ ਮੁੱਖ ਰੱਖ ਕੇ ਉੱਥੇ ਤੁਹਾਡਾ ਖਿਆਲ ਰੱਖਿਆ ਜਾਂਦਾ ਔਰ ਕੰਮ ਸ਼ੁਰੂ ਹੋ ਗਏ ਨੇ ਤੇ ਤੁਹਾਨੂੰ ਇਹ ਇਨਕਰੇਜ ਕੀਤਾ ਜਾ ਰਿਹਾ ਕਿ ਤੁਸੀਂ ਹੁਣ ਉੱਥੇ ਜਾ ਕੇ ਆਪਦਾ ਕੰਮ ਜ਼ਰੂਰ ਲੱਭਣ ਲੱਗੋ। ਬਿਲਕੁਲ ਜੀ, ਹੁਣ ਹੌਲੀ ਹੌਲੀ ਪ੍ਰੋਵਿੰਸਸ ਦਾ ਜੇ ਅਸੀਂ ਗੱਲ ਕਰੀਏ ਖੁੱਲ੍ਹਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਕਰੋਨਾ ਵਾਇਰਸ ਦੀ ਸਰ ਗੱਲ ਕਰੀਏ ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਲੋਕਾਂ 'ਚ ਬਹੁਤ ਸਾਰਾ ਡਰ ਸੀ, ਬਹੁਤ ਪ੍ਰੀਕਾਸ਼ਨਸ ਯੂਜ਼ ਕਰਦੇ ਸੀ। ਘਰਾਂ ਵਿੱਚ ਹੀ ਇੱਕ ਦੂਜੇ ਨੂੰ ਜੇਕਰ ਛਿੱਕ ਆ ਜਾਂਦੀ ਸੀ ਕਿਸੇ ਨੂੰ ਤਾਂ ਹਰ ਕੋਈ ਡਰ ਜਾਂਦਾ ਸੀ। ਹੌਲੀ ਹੌਲੀ ਸਮੇਂ ਦੇ ਨਾਲ ਨਾਲ ਸ਼ਾਇਦ ਜ਼ਿਆਦਾ ਲੋਕਾਂ ਨੇ ਜਿਉਣਾ ਸਿੱਖ ਲਿਆ ਕਰੋਨਾ ਦੇ ਨਾਲ, ਜਾਂ ਫਿਰ ਉਹਨਾਂ ਦੇ ਮਨਾਂ ਵਿੱਚੋਂ ਕਰੋਨਾ ਦਾ ਵਹਿਮ ਜਾਂ ਕਰੋਨਾ ਦਾ ਡਰ ਜਿਹੜਾ ਉਹ ਜਾ ਚੁੱਕਿਆ ਹੈ। ਹੌਲੀ ਹੌਲੀ ਪ੍ਰੋਵਿੰਸਸ ਵੀ ਖੁੱਲਣ ਲੱਗ ਚੁੱਕੀਆਂ ਨੇ, ਕੇਸਿਸ ਵੀ ਘਟਣ ਲੱਗ ਗਿਆ। ਓਨਟਾਰੀਓ ਦੀ ਗੱਲ ਕਰੀਏ, ਸੁਣਨ ਵਿੱਚ ਆ ਰਿਹਾ ਕਿ ਅਦਾਲਤਾਂ ਜਿਹੜੀਆਂ ਨੇ ਕੋਰਟਸ ਛੇਤੀ ਖੁੱਲ ਸਕਦੀਆਂ ਨੇ। ਬਿਲਕੁਲ ਤਰਨ, ਜੁਲਾਈ ਦੇ ਵਿੱਚ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੀ ਆਲਰੇਡੀ ਡੇਟ ਆ ਗਈ ਹੈ ਜੀ। ਉਹ ਜਿਹੜੀਆਂ
ਆਲ ਓਵਰ ਅੰਟੈਰੀਓ। ਇਉਂ ਨਹੀਂ ਹੈ ਵੀ ਜੇ ਹੁਣ GTA ਬੰਦ ਹੈਗਾ ਤਾਂ GTA ਦੇ ਅਦਾਲਤਾਂ ਨਹੀਂ ਖੁੱਲਣਗੀਆਂ। GTA ਦੇ ਵਿੱਚ ਇਨਕਲੂਡਿੰਗ ਆਪਣਾ ਬਰੈਂਪਟਨ ਮਿਸਿਸਾਗਾ, ਇੱਥੇ ਆਲਰੇਡੀ ਅਨਾਉਂਸਮੈਂਟ ਹੋ ਗਈ ਹੈ ਜੀ ਇਸ ਜਗ੍ਹਾ ਦੇ ਉੱਤੇ ਜਿਹੜੇ ਆਪਣੇ ਸਪੀਡਿੰਗ ਫਾਈਨਸ ਆ ਰਹੀਆਂ, ਜਿਹੜੀਆਂ ਇਹੋ ਜਿਹੀਆਂ ਅਦਾਲਤਾਂ ਵਗੈਰਾ ਹੈਗੀਆਂ ਨੇ, ਉਹ ਸਾਰੀਆਂ ਜੁਲਾਈ ਦੇ ਵਿੱਚ ਸ਼ੁਰੂ ਹੋ ਜਾਣਗੀਆਂ ਜੀ। ਬਿਲਕੁਲ ਹੋਣਗੀਆਂ ਇਸ COVID-19 ਦੇ ਮੁਤਾਬਕ ਹੋਈ, ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੋਣਗੀਆਂ। ਪਰ ਜਿਹੜੀਆਂ ਅਸਲ ਅਦਾਲਤਾਂ ਨੇ ਜੀ ਜੁਲਾਈ ਦੇ ਮਹੀਨੇ ਵਿੱਚ ਉਹ ਖੁੱਲ੍ਹਣ ਜਾ ਰਹੀਆਂ ਥਰੂ ਆਊਟ ਅੰਟੈਰੀਓ। ਜੀ ਬਿਲਕੁਲ। ਦੂਜੀਆਂ ਪ੍ਰੋਵਿੰਸਸ ਦੀ ਗੱਲ ਕਰੀਏ ਤਾਂ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਕੈਨੇਡਾ ਦੀਆਂ ਬਾਕੀ ਪ੍ਰੋਵਿੰਸਸ ਵੀ ਖੁੱਲ ਸਕਦੀਆਂ ਨੇ, ਜਿਨ੍ਹਾਂ ਵਿੱਚੋਂ ਕਿਹਾ ਜਾ ਰਿਹਾ ਐਲਬਰਟਾ ਦੇ ਵਿੱਚ ਸੁਣਨ ਵਿੱਚ ਆ ਰਿਹਾ ਹੁਣ ਕਿ ਉੱਥੇ ਸਿਨੇਮਾ ਘਰ ਵੀ ਖੁੱਲ ਸਕਦੇ ਆ ਛੇਤੀ, ਤੇ ਨਾਲ ਦੀ ਨਾਲ ਜਿਹੜੇ ਡਰਾਈਵਿੰਗ ਟੈਸਟ ਨੇ ਉਹ ਵੀ ਛੇਤੀ ਖੁੱਲ ਸਕਦੇ ਨੇ। ਹਾਂ ਤਰਨ, ਕਿਉਂਕਿ 4 ਦਿਨਾਂ ਵਾਸਤੇ ਦਾ ਐਲਬਰਟਾ ਗਵਰਨਮੈਂਟ ਨੇ ਆਪਦਾ ਸਾਰਾ ਸਿਸਟਮ ਡਾਊਨ ਕੀਤਾ ਹੋਇਆ ਸੀਗਾ ਕਿ ਉਹਨੂੰ ਦੁਬਾਰੇ ਰੀਲੋਡ ਕਰਨਾ। ਉਸ ਤੋਂ ਮਗਰੋਂ ਜਿਹੜੇ ਡਰਾਈਵਿੰਗ ਟੈਸਟ ਹੈਗੇ ਆ, ਜਿਹੜੇ ਪਲੇ ਸਟਿਕਰਸ ਹੈਗੇ, ਸਾਰਾ ਕੁਝ ਦੁਬਾਰੇ ਸ਼ੁਰੂ ਹੋ ਜਾਏਗਾ। ਤਾਂ ਐਂਡ ਥੀਏਟਰਸ, ਜਿਹੜੇ ਥੀਏਟਰਸ ਖੁੱਲਣਗੇ, ਮੈਨੂੰ ਹੁਣ ਇਹ ਸਮਝ ਨਹੀਂ ਆਉਂਦੀ ਤਰਨ, ਕਿਉਂਕਿ ਜਿਵੇਂ ਪਲੇਨ 'ਚ ਅੱਜ ਕੱਲ੍ਹ ਲੋਕ ਟਰੈਵਲ ਕਰਦੇ ਆ, ਨਾਲ ਦੀ ਸੀਟ ਖਾਲੀ ਹੁੰਦੀ ਆ। ਤੁਸੀਂ ਮੋਸਟਲੀ ਹਾਂ ਥੀਏਟਰ 'ਚ ਇਹ ਜ਼ਰੂਰ ਹੈਗਾ ਕਿ ਤੁਸੀਂ ਇੱਕੋ ਘਰ ਦੇ ਵਿੱਚ ਜੋ ਜਾ ਰਹੇ ਹੋ ਤਾਂ ਤੁਸੀਂ ਇਕੱਠੇ ਬੈਠ ਸਕਦੇ ਹੋ, ਅਲਾਓ ਹੋਵੋਗੇ, ਪਰ ਸੀਟਾਂ ਬਹੁਤ ਖਾਲੀ ਰਹਿਣਗੀਆਂ। ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਹਿਸਾਬ ਦੇ ਵਿੱਚ ਥੀਏਟਰ 'ਚ ਲੋਕ ਜਾਇਆ ਕਰਨਗੇ। ਉਹਨਾਂ ਨੂੰ ਮਾਸਕ ਪਾਉਣਾ ਪਿਆ ਕਰੇਗਾ, ਮੇਰਾ ਖਿਆਲ ਹੈ ਜ਼ਰੂਰ ਪਾਉਣਾ ਪਿਆ ਕਰੇਗਾ, ਔਰ ਲੋਕੀ ਹੋ ਸਕਦਾ ਵੀ ਗਲਵਜ਼ ਵਗੈਰਾ ਪਾ ਕੇ ਵੀ ਜਾਣ। ਪਰ ਇਹ ਇੱਕ ਅਨਦਰ ਸਟੈਪ towards opening up the country and opening up the provinces as well. ਜੀ ਬਿਲਕੁਲ। ਤੇ ਉੱਥੇ ਦੂਜੇ ਪਾਸੇ ਗੱਲ ਕਰੀਏ, ਫਲਾਈਟਾਂ ਵੀ ਕਿਹਾ ਜਾ ਰਿਹਾ ਕਿ ਹੁਣ ਥੋੜੀਆਂ ਜਿਹੀਆਂ ਸ਼ੁਰੂ ਹੋ ਜਾਣਗੀਆਂ। ਵੈਸਟ ਜੈਟ ਦੀਆਂ ਫਲਾਈਟਸ ਵੀ ਵਧਾਉਣ ਦੀ ਗੱਲ ਆਖੀ ਜਾ ਰਹੀ ਹੈ। ਬਿਲਕੁਲ ਤਾਂ ਇਕੱਲੇ ਵੈਸਟ ਜੈਟ ਨਹੀਂ, ਬਾਕੀ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਵੀ ਇਹ ਪੂਰੀ ਕੋਸ਼ਿਸ਼ ਹੈ ਕਿ ਫਲਾਈਟਸ ਜਿੰਨੀ ਛੇਤੀ ਸ਼ੁਰੂ ਕੀਤੀ ਹੈ, ਕਿਉਂਕਿ ਉਹਨਾਂ ਨੇ ਆਪਾਂ ਪਿਛਲੇ ਹਫ਼ਤੇ ਖਬਰ ਕਵਰ ਕੀਤੀ ਸੀ ਕਿ ਸਰਕਾਰ ਨੂੰ ਉਹਨਾਂ ਨੇ ਇਹ ਰਿਕੁਐਸਟ ਕੀਤੀ ਹੈ, ਈਵਨ 에ਅਰ ਟ੍ਰਾਂਜ਼ਿਟ ਨੇ ਕੀਤੀ ਸੀ ਕਿ ਅਸੀਂ ਬੈਂਕਰਪਸੀ ਦੇ ਕੋਰਨਰ ਤੇ ਖੜੇ ਆ, ਜਿੰਨੀ ਛੇਤੀ ਤੁਸੀਂ ਟਰੈਵਲ ਇੰਡਸਟਰੀ ਨੂੰ ਖੋਲ੍ਹਿਆ ਜਾਵੇ ਉਹਦੇ 'ਚ ਓਨਾ ਹੀ ਚੰਗਾ ਹੋਏਗਾ। ਵੈਸਟ ਜੈਟ ਨੇ ਅਨਾਉਂਸਮੈਂਟ ਕਰਤੀ ਹੈ ਜੀ, ਬਾਕੀਆਂ ਇਸ ਚੀਜ਼ ਨੂੰ ਜ਼ਰੂਰ ਫੋਲੋ ਕਰਨਗੇ। ਹਰ ਕੋਈ ਚਾਹੁੰਦਾ ਕਿ ਜਿੰਨੀ ਛੇਤੀ ਤੋਂ ਛੇਤੀ ਉਹਨਾਂ ਦੇ, ਆਪਾਂ ਅੱਗੇ ਗੱਲ ਕੀਤੀ ਕਿ ਜਹਾਜ਼ ਥੱਲੇ ਕਿਹੜਾ ਕਾਸਟ ਕਰਦਾ, ਹਵਾ 'ਚ ਉੱਡਾ ਹੀ ਇਹਨਾਂ ਨੂੰ ਫਾਇਦਾ ਦਿੰਦਾ, ਅਦਰਵਾਈਜ਼ ਨਹੀਂ। ਸੋ ਸਾਰੀਆਂ ਕੰਪਨੀਆਂ ਦਾ ਹੁਣ ਇਸ ਪੂਰਾ ਜ਼ੋਰ ਲੱਗਾ ਹੈ, ਜਿਸ ਸਰਕਾਰ ਨੂੰ ਪ੍ਰੈਸ਼ਰ ਵੀ ਪਿਆ ਹੈ ਕਿ ਇਸ ਜ਼ਿਆਦਾ ਅਲਾਓ ਕੀਤਾ ਜਾਵੇ, ਔਰ ਇਸ ਦੇ ਅੰਤਰਗਤ ਵੈਸਟ ਜੈਟ ਆਪਣੀ ਸੇਵਾ ਵਧਾ ਰਹੀ ਹੈ ਜੀ। ਜਦੋਂ ਵੀ ਪ੍ਰੋਟੈਸਟ ਹੁੰਦੇ ਨੇ ਸਰ, ਪਬਲਿਕ ਪ੍ਰਾਪਰਟੀ ਦਾ ਨੁਕਸਾਨ ਵੀ ਉਦੋਂ ਕਈ ਵਾਰੀ ਹੁੰਦਾ ਜਦੋਂ ਇਹ ਹਿੰਸਕ ਰੂਪ ਧਾਰਨ ਕਰ ਲੈਂਦੇ ਨੇ। ਕਿਤੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਸੀ, ਅਸੀਂ US ਦੀ ਗੱਲ ਕਰੀਏ ਤਾਂ ਕਿਤੇ ਕੁਝ ਹੋ ਰਿਹਾ ਸੀ। ਕੈਨੇਡਾ ਵਿੱਚ ਵੀ ਅਸੀਂ ਦੇਖਿਆ ਹੈ ਕਿ ਕਈ ਥਾਵਾਂ ਦੇ ਉੱਤੇ ਥੋੜਾ ਜਿਹਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਸੀ। ਪ੍ਰਦਰਸ਼ਨ ਜਿਹੜੇ ਹੋ ਰਹੇ ਸੀ ਉਹ ਥੋੜੇ ਜਿਹੇ ਹਿੰਸਕ ਰੂਪ ਧਾਰਨ ਕਰ ਗਏ ਸੀ। ਹੁਣ ਸੁਣਨ ਵਿੱਚ ਆ ਰਿਹਾ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਕਈ ਥਾਵਾਂ ਦੇ ਉੱਤੇ ਬੁੱਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਕਿਤੇ ਕਾਲੀ ਸਾਹੀ ਮੜੀ ਗਈ। ਹੁਣ ਸੁਣਨ ਵਿੱਚ ਆਇਆ ਕਿ ਕੈਨੇਡਾ ਦੇ ਵਿੱਚ ਜੋ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ ਉਹਨੂੰ ਹਟਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਬਿਲਕੁਲ ਤਰ੍ਹਾਂ ਇਹ ਯੂਨੀਵਰਸਿਟੀ ਹੈਗੀ ਆ, ਇਹ ਐਕਚੁਅਲੀ ਪਹਿਲੀ ਵਾਰੀ ਨਹੀਂ ਹੋਇਆ। ਇਸ ਯੂਨੀਵਰਸਿਟੀ ਵਿੱਚ ਪਹਿਲਾਂ ਵੀ ਕਾਰਲਟਨ ਯੂਨੀਵਰਸਿਟੀ ਹੈ ਜੀ, ਮੇਰੇ ਖਿਆਲ ਆਟਵਾ ਦੇ ਵਿੱਚ ਹੈਗੀ ਆ ਇਹ। ਉਹਦੇ ਤੇ ਇਹ ਇਤਰਾਜ਼ ਉੱਠਿਆ ਕਿ ਉੱਥੇ ਮੋਹਨਦਾਸ ਕਰਮਚੰਦ ਗਾਂਧੀ ਦਾ ਬੁੱਤ ਲੱਗਾ ਹੈ ਜੀ, ਤੇ ਉਹਨੂੰ ਲਾਇਆ ਜਾਵੇ। ਲਾਇਆ ਕਿਉਂ ਜਾਵੇ? ਕਿਉਂਕਿ ਜਿਹੜੀਆਂ ਇਟਸ ਔਨ ਰੈਕਡ, ਮਿਸਟਰ ਗਾਂਧੀ ਨੇ ਰੈਕਡ ਦੇ ਵਿੱਚ ਲਿਖਿਆ ਕਾਲਿਆਂ ਵਾਸਤੇ, ਜਿਹੜੇ ਆਪਣੇ ਜਦੋਂ ਅਫਰੀਕਾ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਹੁੰਦੇ ਸੀਗੇ, ਉਹਨਾਂ ਨੇ ਕੋਈ ਬਹੁਤੀ ਸ਼ਬਦਾਵਲੀ ਵਧੀਆ ਨਹੀਂ ਵਰਤੀ। ਉਹਨਾਂ ਦੇ ਵਾਸਤੇ ਉਹਨਾਂ ਨੂੰ ਗਲਤ ਗੱਲਾਂ ਦੇ ਨਾਲ, ਡਿਗਰੇਡਿੰਗ ਗੱਲਾਂ ਦੇ ਨਾਲ ਗਾਂਧੀ ਹੋਣਾ ਨੇ ਉਹਨਾਂ ਨੂੰ ਸੰਬੋਧਨ ਕੀਤਾ। ਔਰ ਉਹ ਜਿਹੜੀ ਗੱਲ ਹੈਗੀ ਤੂਲ ਫੜ ਰਹੀ ਆ। ਹੁਣ ਤੋਂ 4 ਸਾਲ 5 ਸਾਲ ਪਹਿਲਾਂ, ਮੈਂ ਕਿਹਾ 2013 ਦੇ ਵਿੱਚ ਇਹ ਗੱਲ ਚੱਲੀ ਸੀਗੀ, ਪਰ ਹੁਣ ਜਿਹੜੀ ਰੇਸਿਜ਼ਮ ਦੀ ਗੱਲ ਚੱਲੀ ਹੋਈ ਹੈ, ਔਰ ਗਾਂਧੀ ਸਾਹਿਬ ਨੂੰ ਵੀ ਉਸ ਰੇਸਿਜ਼ਮ ਦੇ ਅੰਤਰਗਤ, ਕਿਉਂਕਿ ਉਹਨਾਂ ਨੇ ਜਿਹੜੇ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਲੋਕ ਆ ਉਹਨਾਂ ਬਾਰੇ ਗਲਤ ਗੱਲਾਂ ਕਹੀਆਂ ਸਨ, ਉਹਦੇ ਕਰਕੇ ਇਹਨਾਂ ਦਾ ਬੁੱਤ ਹਟਾਉਣ ਦੀ ਗੱਲ ਆਲਰੇਡੀ 2000 ਸਾਈਨ ਹੋ ਗਏ ਨੇ ਜੀ। ਇੱਕ ਨਾਲ ਉਹਨੇ ਗੱਲ ਹੋਰ ਵੀ ਕਹਿ ਰਹੀਆਂ, ਜੇ ਬੱਚੇ ਸੁਣਦੇ ਆ ਤਾਂ ਪਲੀਜ਼, ਕਿਉਂਕਿ ਉਹਨਾਂ ਮਹਾਤਮਾ ਗਾਂਧੀ ਤੇ ਇੱਕ ਹੋਰ ਵੀ ਦੋਸ਼ ਲਾਇਆ ਸੀਗਾ ਕਿ ਉਹਨਾਂ ਨੇ ਆਪਣੇ ਭਤੀਜੀ ਦੇ ਨਾਲ ਕਿਸੇ ਵੇਲੇ ਸੌਣ ਦੀ ਕੋਸ਼ਿਸ਼ ਕੀਤੀ ਸੀਗੀ, ਜਿਹੜੀ ਕਿ ਆਪਦੀ ਲੇਟਰ ਏਜ ਦੇ ਵਿੱਚ ਜਸਟ ਟੂ ਸੈਲੀਬੇਸੀ ਆਪਦੀ ਪ੍ਰੂਵ ਕਰਨ ਵਾਸਤੇ। ਇਹ ਇੱਕ ਦੋਸ਼ ਵੀ ਬੜਾ ਵੱਡਾ ਲੱਗ ਰਿਹਾ ਹੈ। ਹੁਣ ਦੇਖੋ ਇਹ ਗੱਲ ਕਿੱਥੇ ਤੱਕ ਪਹੁੰਚਦੀ ਹੈ। ਯੂਨੀਵਰਸਿਟੀ ਨੇ ਅਜੇ ਤੱਕ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਜੇ ਗੱਲ ਤੂਲ ਫੜ ਜਾਂਦੀ ਹੈ ਤਾਂ ਹੋ ਸਕਦਾ ਜੀ ਮੋਹਨਦਾਸ ਕਰਮਚੰਦ ਗਾਂਧੀ ਦਾ ਬੁੱਤ ਸ਼ਾਇਦ ਉੱਥੋਂ ਹਟਾ ਦਿੱਤਾ ਜਾਵੇ। ਬਿਲਕੁਲ ਸਰ, ਅਸੀਂ ਗੱਲ ਕਰ ਰਹੇ ਸੀ ਜਦੋਂ ਸਭ ਬੈਨੀਫਿਟਸ ਵਗੈਰਾ ਐਲਾਨੇ ਗਏ ਸੀ ਤਾਂ ਸਰਕਾਰ ਨੇ ਵੀ ਕਿਹਾ ਸੀ ਕਿ ਜੇਕਰ ਤੁਹਾਡੇ ਹਾਲਾਤ ਨਹੀਂ ਹੈਗੇ, ਤੁਸੀਂ ਕਿਰਾਇਆ ਨਹੀਂ ਦੇ ਸਕਦੇ, ਪਰ ਜੇਕਰ ਤੁਹਾਡੇ ਕੋਲ ਹਾਲਾਤ ਹੈਗੇ, ਤੁਹਾਡੇ ਕੋਲ ਨੌਕਰੀ ਹੈਗੀ ਆ, ਪੈਸੇ ਤੁਹਾਡੇ ਕੋਲ ਹੈ, ਤਾਂ ਤੁਹਾਨੂੰ ਆਪਣਾ ਕਿਰਾਇਆ ਜ਼ਰੂਰ ਦੇਣਾ ਚਾਹੀਦਾ। ਜੋ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਜੀ ਟੋਰਾਂਟੋ ਤੋਂ, ਬਲੂ ਜੇਜ਼ ਦੀ ਟੀਮ ਦੇ ਇੱਕ ਮੈਂਬਰ ਨੇ
ਕਿਰਾਇਆ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਬਿਲਕੁਲ ਜੀ, ਜਿਹੜੇ ਸਾਡੇ ਬਾਹਰਲੇ ਦਰਸ਼ਕਾਂ ਨੂੰ ਦੱਸਦੇ ਆ, ਸਾਡੀ ਟੋਰਾਂਟੋ ਦੀ ਬਹੁਤ ਇੱਕ ਹੀ ਟੀਮ ਹੈ ਜੀ ਸਾਡੇ ਕੋਲ ਕੈਨੇਡਾ 'ਚ, ਜਿਹੜੀ ਬੇਸਬਾਲ ਦੀ ਟੀਮ ਹੈਗੀ ਆ। ਕਿਸੇ ਵੇਲੇ ਮੌਂਟਰੀਅਲ ਵੀ ਹੁੰਦੀ ਸੀ, ਪਰ ਇਕੱਲੇ ਟੋਰਾਂਟੋ, ਹੁਣ ਟੋਰਾਂਟੋ ਦੇ ਵਿੱਚ ਹੀ ਹੈ ਜੀ, ਬਲੂ ਜੇਜ਼ ਕਹਿੰਦੇ ਆ ਉਹਨਾਂ ਨੂੰ। ਉਹਨਾਂ ਦਾ ਇੱਕ ਮੈਂਬਰ ਹੈ ਜੀ, ਉਹਨੂੰ ਈਵਨ ਸਾਈਨਿੰਗ ਬੋਨਸ ਦਰਨ $8.5 ਲੱਖ ਮਿਲਿਆ ਸੀਗਾ। ਤੇ ਉਹਦਾ ਜਿਹੜਾ ਕਿਰਾਇਆ ਹੈ ਤਕਰੀਬਨ 2 ਮਹੀਨੇ ਦਾ ਉਹਨੇ ਦਿੱਤਾ ਨਹੀਂ ਜੀ ਹੁਣ ਤੱਕ, $4100 ਬਣਦਾ। ਔਰ ਉਹਨੇ ਜਵਾਬ ਉਹਦਾ ਇਹ ਹੈ ਕਿ ਮੈਂ ਰਹਿ ਰਹੀ ਆ ਤੇ ਮੈਂ ਕਿਰਾਇਆ ਦੇਣਾ ਨਹੀਂ ਹੈ। ਹਾਲਾਂਕਿ ਉਹਨੂੰ ਪੈਸੇ ਤਾਂ ਮਿਲ ਰਹੇ ਨੇ ਨਾ, ਜੇ ਉਹਨੂੰ ਪੈਸੇ, ਹੀ ਇਜ਼ ਅਮਰੀਕਨ, ਇਸ ਵੇਲੇ US 'ਚ ਰਹਿ ਰਿਹਾ ਹੈਗਾ। ਤੇ ਜਿਹੜੀ ਉੱਥੋਂ ਦੀ ਉਹਦਾ ਲੈਂਡਲੋਰਡ ਲੇਡੀ ਹੈਗੀ ਆ, ਉਹ ਕਹਿੰਦੀ ਵੀ ਮੇਰੇ ਪੈਸੇ ਤਾਂ ਬਣਦੇ ਆ ਜਦੋਂ ਫਸਟ ਐਂਡ ਲਾਸਟ ਮੰਥ ਦਾ ਦਿੱਤਾ ਸੀਗਾ ਕਿਰਾਇਆ। ਸੋ ਡੀਲ ਸਾਈਨ ਹੋਈ ਸੀ ਤਾਂ ਡੀਲ ਕਹਿ ਕੇ ਨਾ ਆਲਰੇਡੀ ਹੋ ਗਈ ਹੋਈ ਹੈ, ਤੇ ਬਟ ਹੀ ਇਜ਼ ਰਿਫਿਊਜ਼ਿੰਗ ਟੂ ਪੇ ਦੈਟ ਰੈਂਟ। ਔਰ ਮੇਰੇ ਖਿਆਲ ਆ ਉਹਦੇ PR ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਕੱਲ੍ਹ ਨੂੰ ਉਹਨੇ ਆ ਕੇ ਖੇਲਣਾ ਟੋਰਾਂਟੋ ਦੇ ਵਿੱਚ ਹੈਗਾ। ਔਰ ਇੱਥੇ ਕਿਉਂਕਿ ਮੈਂ ਉਹਦੇ ਕਮੈਂਟਸ ਪੜ੍ਹ ਰਿਹਾ ਸੀਗਾ ਤਰਨ, ਜਿਹੜੇ ਆਪ ਥੱਲੇ ਲੋਕਾਂ ਦੇ ਦਿੰਦੇ, ਉਹ ਕਹਿੰਦੇ ਆਵੇ ਤਾਂ ਸਹੀ, ਅਸੀਂ ਬੂ ਕਰਾਂਗੇ ਜਦੋਂ ਉਹ ਕਹਿੰਦਾ। ਸੋ ਜਦੋਂ ਤੁਹਾਡੇ ਕੋਲੇ ਅਫੋਰਡੇਬਿਲਿਟੀ ਹੈਗੀ, ਸਰਕਾਰ ਵੀ ਕਹਿੰਦੀ ਹੈ ਜੇ ਤੁਸੀਂ ਅਫੋਰਡ ਕਰਦੇ ਹੋ ਤਾਂ ਤੁਹਾਨੂੰ ਉਹ ਚੀਜ਼ ਕਿਰਾਇਆ ਦੇਣਾ ਚਾਹੀਦਾ ਹੈਗਾ। ਜਿਹੜਾ ਕਿ ਇਹ ਬਲੂ ਜੇਜ਼ ਦਾ ਪਲੇਅਰ ਹੈ ਜੀ, ਰਾਇਨ ਅਰਾਉਡੀ ਕਹਿੰਦੇ ਆ ਇਹਨੂੰ, ਰਾਉਡੀ ਇਹਦਾ ਨਿਕਨੇਮ ਹੈ ਜੀ। ਉਹਦੇ ਤੇ ਇਹ ਜ਼ਰੂਰ ਇਤਰਾਜ਼ ਹੋਏਗਾ ਜੀ, ਔਰ ਮੇਰਾ ਖਿਆਲ ਆ ਉਹਨੂੰ ਪੈਸੇ ਦੇ ਦੇਣੇ ਚਾਹੀਦੇ ਆ ਵੈਨ ਯੂ ਕੈਨ ਅਫੋਰਡ ਟੂ ਡੂ ਇਟ। ਬਿਲਕੁਲ ਜੀ ਸਰ, ਕਹਿੰਦੇ ਆ ਕਿ ਪੁੱਠੇ ਕੰਮਾਂ ਦੇ ਵਿੱਚ ਪੈਣ 'ਚ ਵੀ ਮਿੰਟ ਨਹੀਂ ਲੱਗਦਾ। ਨਸ਼ਾ ਤਸਕਰੀ ਹਰ ਦੇਸ਼ ਦੇ ਵਿੱਚ ਪੈਰ ਪਸਾਰ ਚੁੱਕੀ ਹੈ, ਚਾਹੇ ਉਹ ਭਾਰਤ ਹੋਵੇ, ਕੈਨੇਡਾ ਹੋਵੇ, US ਹੋਵੇ। ਨਸ਼ੇ ਦੇ ਕਾਰੋਬਾਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਪ ਨੂੰ ਸ਼ਾਮਲ ਕਰ ਚੁੱਕੇ ਨੇ। ਤਾਜ਼ਾ ਖਬਰ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੈਨੇਡੀਅਨ ਇੱਕ ਪੰਜਾਬੀ 30 ਸਾਲ ਦਾ ਗੁਰਪ੍ਰੀਤ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਦੇ ਟਰੱਕ ਵਿੱਚੋਂ ਡਰੱਗਸ ਮਿਲੀਆਂ ਨੇ ਬਹੁਤ ਵੱਡੀ ਕੀਮਤ ਦੀਆਂ। ਹਾਂਜੀ, ਤੇ ਤਰਨ ਤੁਸੀਂ ਉਹ ਦੇਖੋ, ਇਹ ਕਈ ਵਾਰੀ ਗੱਲ ਕਰਦਿਆਂ ਨੂੰ ਸੰਗ ਆਉਂਦੀ ਹੈ। ਇਹ ਪਹਿਲਾਂ 'ਚ ਗੱਲ ਨਹੀਂ ਹੈ ਜੀ, ਇਹ ਪਹਿਲੀ ਘਟਨਾ ਨਹੀਂ ਹੈ। ਅਜਿਹੀਆਂ ਘਟਨਾਵਾਂ ਹੋਰ ਬਹੁਤ ਨੇ ਇਸ ਵੇਲੇ ਆਪਣੇ ਜਿਹੜੇ ਇੰਡੀਅਨ ਭਾਈਚਾਰੇ ਨਾਲ ਸੰਬੰਧਿਤ। ਬਹੁਤ ਮਰਦ, ਈਵਨ ਔਰਤਾਂ ਵੀ US ਦੀਆਂ ਜੇਲ੍ਹਾਂ ਵਿੱਚ ਬੈਠੇ ਨੇ ਜੀ, ਇਹ ਤਸਕਰੀ ਦੇ ਮਾਮਲੇ ਦੇ ਵਿੱਚ। ਇਹ ਉਹਦੇ ਨਾਲ ਇੱਕ ਨੰਬਰ ਹੋਰ ਜੁੜ ਗਿਆ, ਜਿਹੜੀ ਕਿ ਬੜੀ ਮੰਦਭਾਗੀ ਘਟਨਾ। ਕਈ ਇਹ ਜ਼ਰੂਰ ਹੈਗਾ, ਸਾਰਿਆਂ ਦਾ ਕਸੂਰ ਨਹੀਂ ਹੋ ਸਕਦਾ। ਕਈਆਂ ਤੇ ਕੋਈ ਕਿਸੇ ਗਲਤ ਗੱਲ, ਕਈ ਨੂੰ ਪਤਾ ਵੀ ਨਹੀਂ ਹੁੰਦਾ ਵੀ ਵੈਦਰ ਹੀ ਇਜ਼ ਬ੍ਰਿੰਗਿੰਗ ਔਰ ਟੇਕਿੰਗ ਡਰੱਗਸ ਅਕ੍ਰੋਸ ਦਾ ਬਾਰਡਰ। ਪਰ ਇਹ ਜਿਹੜੇ ਗੁਰਪ੍ਰੀਤ ਸਿੰਘ ਹੈਗੇ ਜੀ, ਇਹਨਾਂ ਦੇ ਵਿੱਚੋਂ ਫੜੀ ਗਈ ਹੈ ਹੁਣ ਡਰੱਗ, ਔਰ ਇਹਨਾਂ ਨੂੰ ਚਾਰਜ ਕਰ ਲਿਆ ਗਿਆ, ਕੇਸ ਚੱਲੇਗਾ। ਖੱਜਲ ਖੁਆਰੀ ਬਹੁਤ ਹੈ ਜੀ ਇਸ ਮਾਮਲੇ ਦੇ ਵਿੱਚ। ਔਰ ਮੇਰਾ ਖਿਆਲ ਹੈ ਖਾਸ ਕਰਕੇ ਆਪਣੀ ਕਮਿਊਨਿਟੀ ਨੂੰ ਜਿਵੇਂ ਅਸੀਂ ਤਰੱਕੀ ਕੀਤੀ ਹੈ, ਅਜਿਹੀਆਂ ਗੱਲਾਂ ਕਰਨੀਆਂ ਸੋਭਦੀਆਂ ਨਹੀਂ ਹੈ। ਇੱਕ ਸਾਡੀ ਕਮਿਊਨਿਟੀ ਉੱਤੇ ਬੜਾ ਵੱਡਾ ਦਾਗ ਲੱਗਦਾ, ਔਰ ਇਹ ਆਮ ਗੱਲ ਕੀਤੀ ਜਾਂਦੀ ਹੈ ਤਰਨ। ਜਿਹੜੇ ਸਾਡੇ ਬਾਹਰਲੇ ਦਰਸ਼ਕ ਆ, ਸਾਰੀ ਗੱਲ ਕਰਦੇ ਨੂੰ ਸੰਗ ਵੀ ਆਉਂਦੀ ਹੈ ਕਿ ਜੋ ਬਾਰਡਰ ਕ੍ਰਾਸ ਕਰਦੇ ਹੋ, ਜਦੋਂ ਤੁਸੀਂ ਐਡਰੈਸ ਦੱਸਦੇ ਹੋ ਮੇਰਾ ਬਰੈਂਪਟਨ ਦਾ, ਤਾਂ ਤੁਹਾਡੇ ਵੱਲ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਕਿਉਂਕਿ ਇੱਥੇ ਦੀ ਬਹੁਤ ਵੱਡੀ ਕਮਿਊਨਿਟੀ ਸਾਡੀ ਬਰੈਂਪਟਨ ਦੇ ਵਿੱਚ ਰਹਿੰਦੀ ਹੈ। ਔਰ ਇਹ ਜੋ ਸ਼ੱਕ ਦੀ ਨਿਗਾਹ ਨਾਲ ਦੇਖਣਾ, ਇਹ ਅਸੀਂ ਕੋਈ ਬਹੁਤੀ ਚੰਗੀ ਗੱਲ ਨਹੀਂ ਕੀਤੀ ਜਿਹੜੀਆਂ ਅਜਿਹੀਆਂ ਗੱਲਾਂ ਕਰਦੇ ਆ। ਪਰ ਫਿਰ ਵੀ ਕੁਛ ਨਾ ਕੁਛ, ਕੋਈ ਨਾ ਕੋਈ ਟਾਵੀਂ ਟੱਲੀ ਗੱਲ ਅਜਿਹੀ ਹੁੰਦੀ ਰਹਿੰਦੀ ਹੈ, ਜਿਹੜੀ ਕਿ ਸਾਡੀ ਜਿਹੜੀ ਕਮਿਊਨਿਟੀ ਇੰਨੀ ਵਧੀਆ ਕੰਮ ਕਰ ਰਹੀ ਹੈ, ਇੰਨੀ ਤਰੱਕੀ ਕੀਤੀ ਹੈ, ਉਹ ਤੇ ਜ਼ਰੂਰ ਕੁਛ ਨਾ ਕੁਛ ਅਜਿਹਾ ਦਾਗ ਲੱਗ ਜਾਂਦਾ। ਬਿਲਕੁਲ ਜੀ ਸਰ, ਇਹਨਾਂ ਦਾ ਟਰੱਕ ਜਿਹੜਾ ਰੋਕਿਆ ਸੀ ਉਹ ਸੀ ਕੈਨੇਡਾ ਦੇ ਪ੍ਰਿੰਸ ਬ੍ਰਿਜ ਤੋਂ ਇਹ ਨਾਇਗਰਾ ਫਾਲ ਵੱਲ ਨੂੰ ਜਾ ਰਹੇ ਸੀ। ਤੇ ਇਹਦੇ ਵਿੱਚੋਂ ਜਦੋਂ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਕਿ ਕੀ ਹੈ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਹ 'ਚ ਬਾਗਬਾਨੀ ਦਾ ਸਮਾਨ ਹੈ। ਪਰ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ 3346 ਪਾਉਂਡ ਦੀ ਜਿਹੜੀ ਹੈ ਕੋਕੀਨ ਬਰਾਮਦ ਹੋਈ ਹੈ, ਜਿਹੜੀ ਕਿ ਅੰਤਰਰਾਸ਼ਟਰੀ ਮਾਰਕੀਟ 'ਚ ਇਹਦੀ ਵੈਲਿਊ ਲਗਭਗ $50 ਲੱਖ ਬਣਦੀ ਆ। ਜਦੋਂ ਵੀ ਸਰ ਕੋਈ ਐਵੇਂ ਦਾ ਕੇਸ ਹੁੰਦਾ ਨਾ, ਛੇਤੀ ਪੁਲਿਸ ਵਾਲੇ ਕਿਤੇ ਪਛਾਣ ਜਾਰੀ ਨਹੀਂ ਕਰਦੇ। ਸੋ ਜਦੋਂ ਵੀ ਅਸੀਂ ਵੀ ਕਿਸੇ ਨਾਲ ਬਹਿ ਕੇ ਜਦੋਂ ਐਵੇਂ ਦੀ ਕੋਈ ਖਬਰ ਸਾਂਝੀ ਕਰਨ ਲੱਗਦੇ ਆ, ਤਾਂ ਹਰ ਕੋਈ ਪਹਿਲਾ ਕਮੈਂਟ ਇਹੀ ਹੁੰਦਾ, ਜਦੋਂ ਅਸੀਂ ਕੁਝ ਵੀ ਕਹੀਏ ਨਾ ਕਿ ਹਜੇ ਪਹਿਚਾਣ ਜਾਰੀ ਨਹੀਂ ਕੀਤੀ ਗਈ, ਤਾਂ ਦਰਸ਼ਕਾਂ ਦੇ ਵੀ ਮੋਸਟਲੀ ਇਹੀ ਕਮੈਂਟ ਹੁੰਦੇ ਆ ਕਿ ਆਪਣਾ ਹੀ ਹੋਣਾ, ਆਪਣਾ ਪੰਜਾਬੀ ਹੀ ਹੋਣਾ। ਮਤਲਬ ਹੁਣ ਸੋਚ ਉਵੇਂ ਦੀ ਬਣਦੀ ਜਾ ਰਹੀ ਹੈ ਕਿ ਸ਼ਾਇਦ ਇਹ ਜਿਹੇ ਪੁੱਠੇ ਕੰਮਾਂ ਦੇ ਵਿੱਚ ਸਾਡੀ ਕਮਿਊਨਿਟੀ ਜ਼ਿਆਦਾ ਹੁਣ ਸ਼ਾਮਿਲ ਹੁੰਦੀ ਜਾ ਰਹੀ ਹੈ। ਬੜੀ ਬਹੁਤ ਮੰਦਭਾਗੀ ਗੱਲ ਹੈ ਤਰਨ ਇਹ, ਕਿਉਂਕਿ ਅਸੀਂ ਜਦੋਂ ਸਾਡੇ ਤੇ ਇਹ ਦੋਸ਼, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਕ੍ਰਾਸ ਕਰਦੇ ਹਾਂ, ਤਾਂ ਜਦੋਂ ਤੁਸੀਂ ਕਹਿੰਦੇ ਮੈਂ ਬਰੈਂਪਟਨ ਰਹਿੰਦਾ, ਤਾਂ ਤੁਹਾਡੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਅਸੀਂ ਕਿਹੜੀ ਜਗ੍ਹਾ ਤੋਂ ਤੁਰੇ ਸੀ ਔਰ ਅਸੀਂ ਆਪਦੇ ਆਪ ਨੂੰ ਕਿੱਥੇ ਲੈ ਆਏ ਹਾਂ। ਇਹ ਪਲੀਜ਼ ਜਿਹੜੇ ਵੀ ਕਰਨ ਦੀ ਸੋਚ ਵੀ ਰਹੇ ਆ, ਅਖੀਰ ਇਹਦਾ ਰਿਜ਼ਲਟ ਮਾੜਾ ਹੀ ਮਾੜਾ।
ਤੁਹਾਨੂੰ ਬਹੁਤ ਜ਼ਿਆਦਾ ਪੇ ਕਰਨਾ ਪੈਂਦਾ ਹੈ, ਜ਼ਿੰਦਗੀ ਉਥਲ ਪੁਥਲ ਹੋ ਜਾਂਦੀ ਹੈ। ਜਿਹੜਾ ਤੁਹਾਡੇ ਸਾਰੀ ਉਮਰ ਦਾ ਦੋਸ਼ ਹੈ, ਤੁਸੀਂ ਕਮਿਊਨਿਟੀ ਦੇ ਵਿੱਚ ਤੁਰੇ ਫਿਰਦੇ ਹੋ, ਅਗਲਾ ਕਹਿੰਦਾ ਇਹ ਬੰਦਾ ਉਹ ਸੀਗਾ, ਜਦੋਂ ਕਿਤੇ ਤੁਹਾਨੂੰ ਛੁੱਟ ਕੇ ਵੀ ਆ ਜਾਂਦੇ ਹੋ। ਕੋਸ਼ਿਸ਼ ਕਰੋ, ਮਿਹਨਤ ਨਾਲ ਜਿਹੜੇ ਕਮਾਇਆ ਉਹਦੇ ਨਾਲ ਦਾ ਕੋਈ ਰੰਗ ਨਹੀਂ ਹੈਗਾ ਜੀ, ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ, ਤੁਹਾਨੂੰ ਕੋਈ ਉਂਗਲੀ ਨਹੀਂ ਕਰ ਸਕਦਾ ਅਜਿਹੇ ਜ਼ਿੰਦਗੀ ਜਿਉਂ ਜਿੱਤੇ ਤੁਹਾਨੂੰ ਆਪਦੇ ਆਪ ਜਿਉਣ ਦੇ ਉੱਤੇ ਮਾਣ ਹੋਵੇ। ਬਿਲਕੁਲ। ਉੱਥੇ ਸਰ ਕੈਲੀਫੋਰਨੀਆ ਵਿੱਚੋਂ ਵੀ ਕੋਈ ਬਹੁਤੀ ਵਧੀਆ ਚੰਗੀ ਖਬਰ ਸਾਹਮਣੇ ਨਹੀਂ ਆਈ। ਤੁਸੀਂ ਕਿਹਾ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ। ਕੈਲੀਫੋਰਨੀਆ ਵਿੱਚ ਇੱਕ 50 ਸਾਲਾ ਸਾਡੇ ਪੰਜਾਬੀ ਨੇ ਜਿਨ੍ਹਾਂ ਦਾ ਨਾਮ ਜੰਗ ਬਹਾਦਰ ਸਿੰਘ ਸੰਧੂ ਹੈ, ਉਹਨਾਂ ਨੇ ਖੁਦ ਖੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਤੇ ਆਪਣੇ ਇੱਕ 12 ਸਾਲ ਦੇ ਬੇਟੇ ਤੇ ਪਹਿਲਾਂ ਗੋਲੀ ਮਾਰੀ, ਫਿਰ ਖੁਦ ਨੂੰ ਗੋਲੀ ਮਾਰੀ ਤੇ ਤਿੰਨੋਂ ਜਿਹੜੇ ਆ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਪੂਰਾ ਦਾ ਪੂਰਾ ਪਰਿਵਾਰ ਹੀ ਖਤਮ ਕਰ ਲਿਆ ਗਿਆ ਇੱਥੇ। ਤਰਨ ਉਸ ਵੇਲੇ ਉਸ ਘਰ ਦੇ ਵਿੱਚ ਕਹਿੰਦੇ ਇੱਕ ਹੋਰ ਰਿਸ਼ਤੇਦਾਰ ਸੀਗਾ ਜਿਹਨੂੰ ਕਿ ਕੁਛ ਨਹੀਂ ਕਿਹਾ ਗਿਆ, ਕਿਤੇ ਇਹਨਾਂ ਦਾ ਦੂਸਰਾ ਵਿਆਹ ਸੀਗਾ ਜੀ। ਜਿਹੜੇ ਪਹਿਲਾਂ ਆਪਣੇ ਬੇਟੇ ਨੂੰ ਗੋਲੀ ਮਾਰੀ ਹੈ ਜੀ, ਤੇ ਅਖੀਰ ਆਪ ਨੇ ਸੁਸਾਈਡ ਮਰਡਰ ਜਿਹੜੀ ਹੈ ਪੁਲਿਸ ਇਹ ਕਹਿ ਰਹੀ ਹੈ। ਬਾਕੀ ਇਨਵੈਸਟੀਗੇਸ਼ਨ ਤੇ ਪਤਾ ਲੱਗਿਆ ਜੀ ਜਿਹੜਾ ਇਹਨਾਂ ਦੀ ਜਿਹੜੀ ਪਹਿਲੀ ਧਰਮ ਪਤਨੀ ਸੀਗੀ ਤੇ ਉਹ ਆਪਣੇ ਬੇਟੇ ਨਾਲ ਵੱਖਰੀ ਰਹਿ ਰਹੀ ਹੈ ਜੀ, ਔਰ ਇਹ ਬਹੁਤ ਮੰਦਭਾਗੀ ਹੈ। ਤਰਨ ਇੱਕ ਗੱਲ ਹੋਰ ਵੀ ਹੈ, ਹੋ ਸਕਦਾ ਅਜਿਹੀਆਂ ਗੱਲਾਂ ਸ਼ਾਇਦ ਨਾ ਹੋਣ ਜੇ ਤੁਹਾਨੂੰ ਈਜ਼ੀ ਐਕਸੈਸ ਨਾ ਹੋਵੇ ਕਿਸੇ ਹਥਿਆਰ ਦਾ। ਜਿਹੜਾ ਹਥਿਆਰ ਦਾ ਐਕਸੈਸ ਹੈ US ਦੇ ਵਿੱਚ, ਸੌਰੀ ਜਿਹੜੇ ਆਪਣੇ ਦਰਸ਼ਕ ਹੈਗੇ ਹੋ ਸਕਦਾ ਉਹਨਾਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ, ਤੁਹਾਡੇ ਕੰਟਰੀ ਦੇ ਵਿੱਚ ਜਿਹੜਾ ਐਕਸੈਸ ਹੈ ਹਥਿਆਰ ਦਾ ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਹਥਿਆਰ ਦੀ ਲੋੜ ਕਿਉਂ ਹੈ? ਜਦ ਤੁਹਾਡੀ ਸਰਕਾਰ ਗਰੰਟੀ ਕਰਦੀ ਹੈ ਵੀ ਅਸੀਂ ਤੁਹਾਡਾ ਸੇਵਾ ਸੰਭਾਲ ਅਸੀਂ ਖਿਆਲ ਰੱਖਾਂਗੇ, ਤੁਹਾਨੂੰ ਅਸੀਂ ਸਿਕਿਉਰਿਟੀ ਦਿੰਦੇ ਹਾਂ, ਤਾਂ ਤੁਹਾਨੂੰ ਗਨ ਦੀ ਕੀ ਲੋੜ ਹੈ? ਜਦ ਕੋਈ ਨਾ ਕੋਈ ਅਮੈਂਡਮੈਂਟ ਨਿਕਲੇ ਆਉਂਦੀ ਵੀ ਅਸੀਂ ਇਸ ਅਮੈਂਡਮੈਂਟ, ਉਹ ਜਿਹੜੀਆਂ ਅਮੈਂਡਮੈਂਟ ਸੀਗੀਆਂ ਤਰਨ, ਉਹ ਤਾਂ ਬਣੀਆਂ ਸੀਗੀਆਂ ਜਦੋਂ ਇਸ ਦੇਸ਼ ਦੇ ਵਿੱਚ ਅਨਾਰਕੀ ਸੀ, ਆਪੋ ਤਾਪ ਸੀਗੀ, ਜਿਹੜੇ ਮਲੀਸ਼ੀਆ ਗਰੁੱਪ ਸੀਗੇ, ਬਹੁਤ ਤੇ ਪਹਿਲਾਂ ਦੀਆਂ ਗੱਲਾਂ ਨੇ, ਉਦੋਂ ਜ਼ਰੂਰਤ ਸੀ, ਹੁਣ ਜ਼ਰੂਰਤ ਨਹੀਂ ਹੈ। ਅਸੀਂ ਕੈਨੇਡੀਅਨ ਹੈ ਜੀ, ਸਾਡੇ ਅਲਾਉਡ ਹੀ ਨਹੀਂ ਹੈ ਗਨ। ਅਸੀਂ ਜੇ ਤਰਨ ਅਸੀਂ ਗਨ ਕਿਤੋਂ ਜੇ ਮੈਂ ਓਨ ਵੀ ਕਰਦਾ ਤੇ ਮੈਂ ਜੇ ਉਹ ਜਿੱਥੇ ਰੇਂਜ ਤੇ ਲੈ ਕੇ ਜਾਣਾ, ਉਹ ਪਹਿਲਾਂ ਮੈਨੂੰ ਪੁਲਿਸ ਨੂੰ ਇਨਫੋਰਮ ਕਰਨਾ ਪਏਗਾ ਵੀ ਮੈਂ ਰੇਂਜ ਤੇ ਚੱਲਿਆ ਤੇ ਉੱਥੇ ਮੈਂ ਗਨ ਲੈ ਕੇ ਜਾ ਰਿਹਾ, ਮੇਰਾ ਆਹ ਰੂਟ ਹੋਊਗਾ। ਤੁਸੀਂ ਉਹ ਰੂਟ ਤੋਂ ਉਰੇ ਪਰੇ ਵੀ ਨਹੀਂ ਹੋ ਸਕਦੇ। US ਦੇ ਵਿੱਚ ਤੁਸੀਂ ਜਾਓ, ਜਿੱਥੇ ਮਰਜ਼ੀ ਜਾਓ, ਗਨ ਲਓ, ਜੇਬ 'ਚ ਪਾਓ, ਪੈਸੇ ਫੜਾਓ, ਘਰੇ ਜਾਓ। ਇਹ ਜਿਹੜਾ ਐਕਸੈਸ ਹੋਣਾ, ਇਹ ਵੀ ਇੱਕ ਕਤਲ ਨੂੰ ਸੌਖਾ ਹੋ ਜਾਂਦਾ ਬੰਦੇ ਨੂੰ ਕਿ ਮੇਰੇ ਕੋਲ ਹਥਿਆਰ ਹੈਗਾ। ਗੁੱਸਾ ਆਇਆ ਹੋਇਆ, ਜੇ ਹਥਿਆਰ ਲੱਭਣਾ ਪਵੇ ਤਾਂ ਉਹੀ ਗੱਲ ਕਹਿੰਦੇ ਨੇ, ਜੇ 10 ਤੱਕ ਗਿਣ ਲਓ ਸ਼ਾਇਦ ਫਰਕ ਪੈ ਜਾਵੇ। ਜੇ ਲੱਭਣਾ ਹੈਗਾ ਤਾਂ ਕੋਈ ਇਹੋ ਜਿਹੀ ਗੱਲ ਕਰਨੀ ਹੈ ਤਾਂ ਹੋ ਸਕਦਾ ਜੇ ਬਹੁਤ ਸਾਰੇ ਕਤਲ ਟਲ ਜਾਣ। ਬੜੀ ਮੰਦਭਾਗੀ ਘਟਨਾ ਹੋਈ ਹੈ ਸਰ। ਸੁਸਾਈਡ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਨੇ, ਕੋਈ ਵੀ ਕਮਿਊਨਿਟੀ ਹੋਵੇ। ਅਸੀਂ ਕੱਲ ਵੀ ਹੁਣ ਦੇਖੀਏ, ਬੀਤੇ ਦਿਨੀ ਐਕਟਰ ਸੁਸ਼ਾਂਤ ਸਿੰਘ ਰਾਜਪੂਤ, ਕੋਈ ਬਹੁਤੀ ਉਮਰ ਨਹੀਂ ਸੀ, 34 ਸਾਲ ਦੀ ਉਮਰ ਸੀ। ਕੀ ਕਾਰਨ ਹੈ ਇਹਦਾ ਕਿ ਲੋਕੀ ਅੱਜ ਕੱਲ੍ਹ ਸੁਸਾਈਡ ਵੱਲ ਨੂੰ ਬਹੁਤ ਜ਼ਿਆਦਾ ਵੱਧ ਰਹੇ ਨੇ? ਕਮਿਊਨੀਕੇਸ਼ਨ ਗੈਪ, ਦੂਜਾ ਗੁੱਸੇ ਤੇ ਕਾਬੂ ਨਾ ਹੋਣਾ, ਖੁਦ ਵੀ ਮਾਰ ਰਹੇ ਨੇ ਤੇ ਨਾਲ ਦੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਪੂਰੀ ਉਮਰ ਲਈ ਤੜਪਤਾ ਛੱਡ ਰਹੇ ਨੇ। ਇਹ ਫਰਸਟ੍ਰੇਸ਼ਨ ਹੈ ਤਰਨ। ਪਤਾ ਜ਼ਿੰਦਗੀ ਸਾਡੀ ਇਸ ਵੇਲੇ ਮਟੀਰੀਅਲਿਸਟਿਕ ਬਹੁਤ ਹੋ ਗਈ ਹੈ। ਜੇ ਆਪਾਂ ਹੁਣ ਤੋਂ 100 ਸਾਲ ਪਹਿਲਾਂ ਚਲੇ ਜਾਈਏ, ਈਵਨ 50 ਸਾਲ ਪਹਿਲਾਂ ਵੀ ਚਲੇ ਜਾਈਏ, ਜ਼ਿੰਦਗੀ ਅਜਿਹੀ ਨਹੀਂ ਸੀ। ਉਦੋਂ ਆਮ ਸਾਦਾ ਜ਼ਿੰਦਗੀ ਸੀਗੀ। ਹੁਣ ਜ਼ਿੰਦਗੀ ਐਸੀ ਰੈਟ ਰੇਸ ਹੋ ਗਈ ਹੈ। ਮੈਂ ਇੱਕ ਨਾ ਸਟਿੱਕਰ ਦੇਖਿਆ, ਬੰਪਰ ਦੇ ਪਿੱਛੇ ਸਟਿੱਕਰ ਲਾਇਆ ਹੁੰਦਾ ਨਾ, ਔਰ ਮੈਨੂੰ ਸਟਿੱਕਰ ਬੜਾ ਚੰਗਾ ਲੱਗਿਆ। ਮੈਂ ਮੇਰੇ ਖਿਆਲ ਆ ਹੁਣ ਤੋਂ 30 ਸਾਲ ਪਹਿਲਾਂ ਦੇਖਿਆ, ਮੈਨੂੰ ਹੁਣ ਤੱਕ ਮੇਰੇ ਪ੍ਰਿੰਟ ਹੋਇਆ ਹੈ। ਉਹ ਸਟਿੱਕਰ ਤੇ ਲਿਖਿਆ ਸੀ, ਰੈਟ ਰੇਸ ਇਜ਼ ਓਵਰ, ਰੈਟਸ ਵਨ। ਬੰਦੇ ਨੇ ਸੋਚ ਰਿਹਾ ਸੀਗਾ ਵੀ ਹਾਂ ਮੈਂ ਉਸ ਰੇਸ ਤੋਂ ਬਾਹਰ ਆ। ਔਰ ਉਹ ਅਸੀਂ ਜਿਹੜੀ ਰੈਟ ਰੇਸ ਦੇ ਵਿੱਚ ਲੱਗੇ ਹੋਏ ਆ, ਸਾਨੂੰ ਬਹੁਤ ਤੇਜ਼ੀ ਵਾਲੀ ਜ਼ਿੰਦਗੀ ਹੈ। ਸਾਨੂੰ ਇਉਂ ਲੱਗਦਾ ਵੀ ਹਰ ਚੀਜ਼ ਮੇਰੇ ਕੋਲੇ ਹੋਵੇ। ਜਦੋਂ ਅਜਿਹੀ ਨਹੀਂ ਹੁੰਦੀ ਜਾਂ ਉਹਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਹੋਰ ਜ਼ਿਆਦਾ ਕੰਮ ਕਰਦੇ ਹਾਂ, ਹੋਰ ਜ਼ਿਆਦਾ ਕੰਮ ਕਰਦੇ ਹਾਂ, ਆਰਾਮ ਨਹੀਂ ਕਰਦੇ, ਫਰਸਟ੍ਰੇਸ਼ਨ ਹੋ ਜਾਂਦੀ ਹੈ, ਤਾਂ ਉਹ ਜਿਹੜੀਆਂ ਗੱਲਾਂ ਨੇ ਤੁਹਾਨੂੰ ਫਿਰ ਫੈਮਿਲੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਇਹ ਜਿਹੀਆਂ ਗੱਲਾਂ ਤੁਹਾਨੂੰ ਇਸ ਪਾਸੇ ਨੂੰ ਲੈ ਕੇ ਜਾਂਦੀਆਂ ਨੇ। ਔਰ ਇਹ ਬੜੀ ਜਿਹੜੀ ਸਾਨੂੰ ਅਸੀਂ ਇਸ ਕੀਮਤ ਦੇ ਰਹੇ ਹਾਂ, ਜਿਹੜੀ ਰੈਟ ਰੇਸ 'ਚ ਅਸੀਂ ਲੱਗੇ ਹੋਏ ਹਾਂ, ਉਹਦੀਆਂ ਕੀਮਤਾਂ ਅਸੀਂ ਸਾਡੀਆਂ ਖੁਦਕੁਸ਼ੀਆਂ ਦੇ ਨਾਲ ਹੋ ਰਹੀਆਂ ਨੇ। ਲੋਕੀ ਡਰੱਗਸ ਵਰਤਣ ਲੱਗੇ ਹੋਏ ਨੇ, ਡਰੱਗਸ ਵੇਚਣ ਲੱਗੇ ਹੋਏ ਨੇ। ਉਹ ਵੀ ਇਸੇ ਕਰਕੇ ਹੈ ਵੀ ਸਾਨੂੰ ਛੇਤੀ ਪੈਸਾ ਆਵੇ ਤੇ ਅਸੀਂ ਬਾਕੀਆਂ ਨਾਲੋਂ ਵੱਡਾ ਕਰ ਲਈਏ, ਮੇਰੇ ਕੋਲ ਬੈਟਰ ਕਾਰ ਹੋਵੇ, ਮੈਂ ਦੁਨੀਆ 'ਚ ਲੋਕੀ ਮੇਰੇ ਬਾਰੇ ਜਾਣਨ। ਜਦੋਂ ਅਸੀਂ ਇਹ ਗੱਲਾਂ ਦੇ ਪਿੱਛੇ ਪੈਂਦੇ ਹਾਂ ਤਾਂ ਫਰਸਟ੍ਰੇਸ਼ਨ ਹੁੰਦੀ ਹੈ ਜਦ ਤੁਸੀਂ ਉਹ ਪ੍ਰਾਪਤ ਨਹੀਂ ਕਰ ਸਕਦੇ, ਤੇ ਕਈਆਂ ਦਾ ਮਨ ਇਸ ਪਾਸੇ ਨੂੰ ਜਾਂਦਾ। ਵੈਸੇ ਉਸ ਵੇਲੇ ਚਾਹੇ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ,
ਇਸ ਜਗ੍ਹਾ ਤੇ ਆ ਕੇ ਫਿਰ ਜ਼ਰੂਰ ਪ੍ਰਮਾਤਮਾ ਵਾਲਾ ਪਾਸਾ ਤੁਹਾਨੂੰ ਕੁਛ ਨਾ ਕੁਛ ਟਿਕਾਅ 'ਚ ਜ਼ਰੂਰ ਲੈ ਕੇ ਆਉਂਦਾ ਹੈ। ਜੇ ਇਸ ਪਾਸੇ ਨੂੰ ਜਾਇਆ ਜਾਵੇ ਤਾਂ ਪਲੀਜ਼ ਇੱਕ ਵਾਰੀ ਅਜਿਹੀਆਂ ਗੱਲਾਂ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ। ਬਿਲਕੁਲ ਜੀ। ਤੇ ਸਰ ਥੋੜਾ ਜਿਹਾ ਹੁਣ ਯੂਐਸ ਦਾ ਰੁਖ ਕਰ ਲਈਏ, ਨਵੰਬਰ 'ਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਤੇ ਇਹ ਮੰਨਿਆ ਜਾ ਰਿਹਾ ਕਿ ਮਿਸਟਰ ਟਰੰਪ ਦੀ ਜਿਹੜੀ ਹੁਣ ਰੈਲੀ ਹੋਏਗੀ ਉਹਦੇ ਵਿੱਚ ਮਿਲੀਅਨਸ ਆਫ ਯੂਐਸ ਦੇ ਲੋਕੀ ਜਿਹੜੇ ਉੱਥੇ ਪਹੁੰਚ ਸਕਦੇ ਆ ਤੇ ਬਹੁਤ ਭਾਰੀ ਇਕੱਠ ਉੱਥੇ ਹੋ ਸਕਦਾ ਆ। ਤਰਨ ਇਹ ਜਿਹੜੀ 19 ਤਾਰੀਖ ਨੂੰ ਹੋਣੀ ਸੀਗੀ ਉਹ 20 ਨੂੰ ਹੋਈ ਸੀ, ਆਪਾਂ ਕੱਲ ਗੱਲ ਕੀਤੀ ਆ। ਟੁਲਸਾ ਦੇ ਵਿੱਚ ਹੈਗੀ ਆ ਜੀ, ਇਹ ਓਕਲਾਹੋਮਾ ਦੇ ਵਿੱਚ ਆ। ਔਰ ਜਿਹੜੀ ਜਗ੍ਹਾ ਤੇ ਤਰਨ ਹੋਣੀ ਹੈ ਨਾ, ਉਸ ਸਟੇਡੀਅਮ ਦੀ ਕੈਪੈਸਿਟੀ ਤਕਰੀਬਨ 19,000 ਹੀ ਆ। ਔਰ ਜਿਹੜੇ ਹਿਸਾਬ 'ਚ ਟਰੰਪ ਜਿਹੜਾ ਸਾਈਡ ਹੈਗੀ ਆ, ਉਹ ਜਿਵੇਂ ਉਹ ਕਲੇਮ ਕਰ ਰਹੇ ਨੇ, ਇਹ ਨਹੀਂ ਪਤਾ ਇੰਨਾ ਇਕੱਠ ਹੋਵੇਗਾ ਜਾਂ ਨਹੀਂ ਹੋਵੇਗਾ। ਅਕੋਰਡਿੰਗ ਟੂ ਦੈਮ ਉਹ ਕਹਿੰਦੇ ਜੀ ਮਿਲੀਅਨ ਬੰਦਾ ਆਏਗਾ। ਮਿਲੀਅਨ ਬੰਦਾ 19,000 ਵਾਲੀ ਥਾਂ ਤੇ ਆਉਣਾ ਇਹ ਬੜੀ ਵੱਡੀ ਗੱਲ ਆ। ਔਰ ਜਿੱਥੇ ਕਿ ਅੱਜ ਕੱਲ੍ਹ ਕੋਵਿਡ ਦਾ ਇੰਨੀ ਪ੍ਰਕੋਪ ਚੱਲ ਰਿਹਾ, ਹਾਲੇ ਤੱਕ ਮੁੱਕਿਆ ਨਹੀਂ ਹੈ ਤਰਨ। ਔਰ ਜੇ ਅਜਿਹਾ ਇਕੱਠ ਟਰੰਪ ਸਾਹਿਬ ਕਰ ਜਾਂਦੇ ਨੇ, ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਟਰੰਪ ਸਾਹਿਬ ਰੈਲੀਆਂ ਕਰਨ ਦੇ ਵਿੱਚ ਬਹੁਤ ਮਾਹਰ ਨੇ, ਕਿਉਂਕਿ ਤੁਹਾਨੂੰ ਕਿਸੇ ਨੂੰ ਕਮਿਟਮੈਂਟ ਦਾ ਕੋਈ ਕਰਨੀ ਨਹੀਂ ਹੈ। ਕਈ ਦਿਨ ਜੁਮਲੇ ਛੱਡਣੇ ਆ ਔਰ ਲੋਕਾਂ ਨੂੰ ਇਹ ਇਸ ਤਰ੍ਹਾਂ ਫੁਸਲਾ ਸਕਦੇ ਨੇ। ਇਹਨਾਂ ਕੋਲੇ ਆਰਟ ਹੈਗਾ, ਇਹ ਓਰੇਟਰ ਤਕੜੇ ਨੇ। ਅਗਲੇ ਜਿਹੜਾ ਇਹਨਾਂ ਦਾ ਸਪੋਰਟਰ ਆ ਉਹਦੇ ਮਨ ਨੂੰ ਗੱਲ ਲੱਗਦੀ ਹੈ ਵੀ ਹਾਂ ਬਹੁਤ ਵਧੀਆ ਗੱਲ ਕਰ ਰਹੇ ਨੇ। ਔਰ ਇਸੇ ਕਰਕੇ ਇਹਨਾਂ ਦੇ ਰੈਲੀਆਂ ਤੇ ਇਕੱਠ ਹੁੰਦਾ ਔਰ ਰੈਲੀਆਂ 'ਚ ਕਾਮਯਾਬੀ ਮਿਲਦੀ ਹੈ। ਇਹ 20 ਤਾਰੀਖ ਨੂੰ ਜ਼ਰੂਰ ਦੇਖਾਂਗੇ ਕਿ ਕੀ ਉਹ ਰੈਲੀ ਕਾਮਯਾਬ ਹੋਈ ਹੈ ਜਾਂ ਨਹੀਂ ਹੋਈ। ਜੇ ਕਿਤੇ ਇਸ ਜਗ੍ਹਾ ਤੇ ਇਹ ਰੈਲੀ ਕਾਮਯਾਬ ਨਹੀਂ ਹੁੰਦੀ ਤਰਨ, ਜੇ ਇੰਨਾ ਇਕੱਠ ਨਹੀਂ ਹੁੰਦਾ ਤਾਂ ਟਰੰਪ ਸਾਹਿਬ ਵਾਸਤੇ ਇੱਕ ਹੋਰ ਚੁਣੌਤੀ ਆ ਰਹੀ ਹੈ ਕਿ ਅਗਲੀ ਜਿਹੜੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕਿਵੇਂ ਜਿੱਤ ਪ੍ਰਾਪਤ ਕਰਨੀ ਪਏਗੀ। ਚੁਣੌਤੀਆਂ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਲਰੇਡੀ। ਉਹਨਾਂ ਦੇ 2 ਟੌਪ ਦੇ ਸਪੋਰਟਰਸ ਨੇ ਉਹਨਾਂ ਦਾ ਸਾਥ ਜੋ ਛੱਡ ਦਿੱਤਾ ਆ। ਤੁਸੀਂ ਸਪੋਰਟਰਸ ਦੀ ਗੱਲ ਕੀਤੀ ਸੀ, ਬਿਨਾਂ ਸਪੋਰਟਰਸ ਤੇ ਰੈਲੀਆਂ ਵੀ ਅਧੂਰੀਆਂ ਨੇ, ਬਿਨਾਂ ਸਪੋਰਟਰਸ ਤੇ ਚੋਣ ਲੜਨਾ ਵੀ ਬਹੁਤ ਔਖਾ ਆ। ਸੋ ਟੌਪ ਦੇ 2 ਸਪੋਰਟਰਸ ਨੇ ਉਹਨਾਂ ਦਾ ਸਾਥ ਜਿਹੜਾ ਛੱਡ ਦਿੱਤਾ। ਬਿਲਕੁਲ ਤਰਨ, ਇਹ 2 ਐਸੀਆਂ ਇੰਸਟੀਟਿਊਸ਼ਨਸ ਨੇ, NFL ਨੈਸ਼ਨਲ ਫੁੱਟਬਾਲ ਲੀਗ ਤੇ ਨੈਸਕਾਰ ਰੇਸ ਦੀ ਇੱਕ ਬੜੀ ਵੱਡੀ ਸੰਸਥਾ ਹੈ ਜੀ। ਅਮਰੀਕਨ ਬਹੁਤ ਪਸੰਦ ਕਰਦੇ ਆ ਉਸ ਚੀਜ਼ ਨੂੰ। ਔਰ ਦੋਨੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਗੋਡਾ ਨਵਾਉਣ ਵਾਲੀ ਗੱਲ ਆ, NFL ਸ਼ੁਰੂ ਹੋਈ ਸੀਗੀ। NFL ਸ਼ੁਰੂ ਹੋਈ ਸੀ, ਟਰੰਪ ਸਾਹਿਬ ਨੇ ਉਹਦੇ ਪਲੇਅਰ ਦੇ ਅਗੇਂਸਟ ਕੀਪਸੇਕ ਸੀ ਮੇਰਾ ਖਿਆਲ ਸ਼ਾਇਦ ਉਹਦਾ ਨਾਂ, ਉਹਦੇ ਅਗੇਂਸਟ ਬਹੁਤ ਬੋਲੇ ਸੀਗੇ। ਔਰ ਜਿਹੜੀ NFL ਆ ਉਹਨਾਂ ਨੇ ਐਕਸ਼ਨ ਵੀ ਲਿਆ ਸੀਗਾ। ਹੁਣ ਉਸੇ NFL ਨੇ ਮੁਆਫੀ ਮੰਗੀ ਹੈ, ਉਸ ਪਲੇਅਰ ਨੂੰ ਵਾਪਸ ਸੱਦਿਆ ਹੈਗਾ। ਤੇ ਨੈਸਕਾਰ ਦੇ ਵਿੱਚ ਵੀ ਹੁਣ ਜੋ ਕਿਤੇ ਕੋਈ ਗੋਡਾ ਨਵਾਉਂਦਾ ਸੀਗਾ, ਗੋਡਾ ਨੈਸ਼ਨਲ ਐਂਥਮ ਵੇਲੇ ਨਵਾਉਂਦੇ ਆ ਜੀ, ਉਹ ਪ੍ਰੋਟੈਸਟ ਦੇ ਤੌਰ ਤੇ ਨਵਾਇਆ ਜਾਂਦਾ। ਔਰ ਉਹ ਜਦੋਂ ਨੈਸਕਾਰ ਦੇ ਵਿੱਚ ਵੀ ਇਹ ਗੱਲ ਨੈਸਕਾਰ ਨੇ ਐਕਸੈਪਟ ਕੀਤੀ ਹੈ। ਉਹ ਕਹਿੰਦੇ ਵੀ ਅਸੀਂ ਹਾਂ ਹੁਣ ਤੱਕ ਅਸੀਂ ਜੋ ਕਰਦੇ ਰਹੇ ਹਾਂ ਠੀਕ ਨਹੀਂ ਸੀਗਾ। ਸੋ ਇਹ 2 ਬੜੇ ਵੱਡੇ ਸਪੋਰਟਰ ਜਿਨ੍ਹਾਂ ਨੂੰ ਅਸੀਂ ਜਿਹੜੀ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ ਜੀ, ਵੈਰੀ ਰਾਈਟ ਵਿੰਗ ਉਹਨਾਂ ਦੀ ਸੋਚ ਹੈ ਜੀ। ਜੇ 2 ਐਡੀਆਂ ਵੱਡੀਆਂ ਸੰਸਥਾਵਾਂ ਨੇ ਇਹ ਗੱਲ ਮੰਨ ਲਈ ਹੈ, ਗੋਡਾ ਨਵਾਉਣਾ ਅਲਾਉਡ ਕਰ ਦਿੱਤਾ, ਇਹ ਵੀ ਟਰੰਪ ਸਾਹਿਬ ਵਾਸਤੇ ਬੜਾ ਵੱਡਾ ਸੁਨੇਹਾ ਹੈ ਜੀ ਕਿ ਜਿਹੜੇ ਵਾਈਟ ਸੁਪਰੀਮੇਸੀ ਵਾਲੇ ਕਾਈਂਡ ਆਫ ਅਨਓਫੀਸ਼ੀਅਲੀ ਜਿਹੜੀਆਂ ਇਸ ਸੋਚ ਦੇ ਮਾਲਕ ਸੀਗੀਆਂ ਸੰਸਥਾਵਾਂ, ਉਹਨਾਂ ਨੇ ਵੀ ਪਿੱਛੇ ਆਪਣੇ ਪੈਰ ਖਿੱਚ ਲਏ ਤੇ ਟਰੰਪ ਸਾਹਿਬ ਦੇ ਸਪੋਰਟ ਵਾਲੀ ਇੱਕ ਬਹੁਤ ਵੱਡੀਆਂ ਸੰਸਥਾਵਾਂ ਪਿੱਛੇ ਚਲੀਆਂ ਗਈਆਂ ਨੇ ਜੀ। ਬਿਲਕੁਲ ਜੀ। ਤੇ ਸਰ ਉਹ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਟਲਾਂਟਾ ਦੇ ਵਿੱਚ ਜਿਨ੍ਹਾਂ ਨੇ ਗੋਲੀ ਚਲਾਈ ਸੀ ਪੁਲਿਸ ਅਫਸਰ ਨੇ, ਉਹਨਾਂ ਦੇ ਉੱਤੇ ਜਿਹੜਾ ਮਾਮਲਾ ਚਾਰਜ ਕਰ ਲਿਆ ਗਿਆ। ਤੇ ਦੂਜੇ ਪਾਸੇ ਜਿਨ੍ਹਾਂ ਨੇ 75 ਸਾਲ ਦੇ ਬਜ਼ੁਰਗ ਨੂੰ ਉਹ ਧੱਕਾ ਮਾਰਿਆ ਸੀ, ਉਹ ਪੁਲਿਸ ਅਫਸਰ ਦੇ ਉੱਤੇ ਵੀ ਦੋਸ਼ ਆਇਦ ਕੀਤੇ ਗਏ ਨੇ। ਸੋ ਆਖਿਰਕਾਰ ਜਿਹੜੇ ਪੁਲਿਸ ਵਾਲੇ ਨੇ ਧੱਕੇਸ਼ਾਹੀ ਕਰਦੇ ਨੇ, ਆਪਣੇ ਜਿਹੜਾ ਉਹਨਾਂ ਨੂੰ ਪਾਵਰ ਮਿਲੀ ਆ ਉਹਦਾ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਉੱਤੇ ਹੁਣ ਆਖਿਰਕਾਰ ਕਾਰਵਾਈ ਹੋਣੀ ਸ਼ੁਰੂ ਹੋ ਚੁੱਕੀ ਹੈ। ਹਾਂ ਤਰਨ, ਜਿਹੜੇ ਅਟਲਾਂਟਾ ਪੁਲਿਸ ਅਫਸਰ 2 ਸੀਗੇ ਜਿਹਦੇ ਵਿੱਚ ਜਿਹੜੇ ਪੁਲਿਸ ਅਫਸਰ ਨੇ ਰਿਚਰਡ ਦੇ ਗੋਲੀ ਮਾਰੀ ਸੀ ਜੀ, ਉਹਦੇ ਤੇ ਮਰਡਰ ਚਾਰਜਸ ਆਇਦ ਹੋ ਗਏ ਨੇ ਜੀ। ਉਹਨਾਂ ਨੂੰ ਮਰਡਰ ਚਾਰਜ ਦੇ ਵਿੱਚ ਉਹਨੂੰ ਬੁੱਕ ਕਰ ਲਿਆ ਗਿਆ। ਤੇ ਇਵੇਂ ਜਿਹੜੇ ਬਫਲੋ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ, ਜਿਹੜੇ 75 ਸਾਲਾ ਪੁਲਿਸ 75 ਸਾਲਾ ਇੱਕ ਆਦਮੀ ਨੂੰ ਪੁਲਿਸ ਵਾਲੇ ਨੇ ਧੱਕਾ ਦਿੱਤਾ ਸੀਗਾ। ਔਰ ਤਰਨ ਜੇ ਤੁਸੀਂ ਵੀਡੀਓ ਦੇਖੋ ਨਾ, ਉਹਦੇ ਵਿੱਚ ਵੀ ਜਿਹੜੀ ਫੁਟੇਜ ਹੈਗੀ ਆ ਤੇ ਬਾਅਦ ਵਿੱਚ ਦੱਸਦਾ ਕਿ ਉਹਨਾਂ ਦੇ ਸਿਰ ਦੇ ਵਿੱਚੋਂ ਲਹੂ ਵਗ ਰਿਹਾ ਹੈ। ਉਹਦੇ ਵਿੱਚ ਵੀ ਜਿਹੜੇ ਪੁਲਿਸ ਵਾਲੇ ਨੇ ਧੱਕਾ ਮਾਰਿਆ ਸੀਗਾ, ਉਸ ਪੁਲਿਸ ਵਾਲੇ ਨੂੰ ਵੀ ਚਾਰਜ ਕਰ ਲਿਆ ਗਿਆ। ਆਪਾਂ ਕਾਲ ਲੈ ਲਈਏ ਜੀ। ਬਿਲਕੁਲ, ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਬ੍ਰੈਂਟਨ ਤੋਂ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸਰ ਦੱਸੋ ਕੀ ਕਹਿਣਾ ਚਾਹੁੰਦੇ ਹੋ? ਪਹਿਲੀ ਗੱਲ ਸਰ, ਜਿਹੜਾ ਹਥਿਆਰ ਬਾਰੇ ਕਹਿੰਦੇ ਆ 95% ਤੁਹਾਨੂੰ ਹਥਿਆਰ ਰੱਖਣਾ ਨਹੀਂ ਚਾਹੀਦਾ। ਜਿਹਨੇ ਵੀ ਤੁਹਾਨੂੰ ਮਾਰਨਾ ਵਾ ਉਹਨੇ ਪਲੈਨਿੰਗ ਨਾਲ ਮਾਰ। ਬਿਲਕੁਲ ਜੀ। ਤੇ ਦੂਜੀ ਗੱਲ, ਜਿਹੜਾ ਆਪਣਾ
ਹਥਿਆਰ ਜੇ ਤੁਹਾਡੇ ਕੋਲ ਹੈਗਾ ਸਮਝ ਲਓ ਤੁਸੀਂ ਚੱਲਦੀ ਫਿਰਦੀ ਮੌਤ ਨਾਲ ਲਈ ਸਕਦੇ। ਬਿਲਕੁਲ ਜੀ। ਤੇ ਰਾਜਪੂਤ ਜੀ ਬਾਰੇ ਕਹਿ ਦਿੰਦਾ ਛੋਟੀ ਜੀ ਗੱਲ, ਜਿਨ੍ਹਾਂ ਨੇ ਸੁਸਾਇਡ ਕੀਤਾ। ਹਾਂਜੀ। ਇਹਦਾ ਜੀ ਸੁਸਾਇਡ ਦਾ 2 ਮਿੰਟ ਦਾ ਐਪੀਸੋਡ ਹੁੰਦਾ ਬ੍ਰੇਨ ਚ ਆਉਂਦਾ, ਜਿਹੜਾ ਉਹਨੂੰ ਫਟਾਫਟ ਆਪਣੀ ਦੱਸ ਜਾਵੇ ਮੂਹਰਲੇ ਨੂੰ ਕਿ ਮੈਨੂੰ ਐਪੀਸੋਡ ਆਇਆ, ਤਾਂ ਤੁਹਾਡਾ ਬਚਾਅ ਹੋ ਜਾਂਦਾ। ਤੇ ਇਹ 1 ਮਿੰਟ ਦਾ ਵੀ ਹੋ ਸਕਦਾ, 1 ਘੰਟੇ ਦਾ ਵੀ ਹੋ ਸਕਦਾ, ਤੇ ਮਹੀਨਿਆਂ ਦਾ ਵੀ ਹੋ ਸਕਦਾ। ਬਿਲਕੁਲ। ਤੇ 17 ਤਰ੍ਹਾਂ ਦਾ ਡਿਪਰੈਸ਼ਨ ਹੁੰਦਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਸੋ ਨਾਈਸ, ਬੜੀ ਕੰਮ ਦੀ ਗੱਲ ਕੀਤੀ ਹੈ ਜੀ ਇਹਨਾਂ ਨੇ। ਸਹੀ ਗੱਲ ਹੈ। ਜਿਹੜਾ ਸੁਸਾਈਡ ਵਾਲਾ, ਜਦੋਂ ਬੰਦਾ ਸੁਸਾਈਡਲ ਹੋ ਜਾਂਦਾ ਤਰਨ, ਉਹ ਪਰਿਵਾਰ ਨੂੰ ਵੈਸੇ ਪਤਾ ਲੱਗਣ ਲੱਗ ਜਾਂਦਾ ਹੈ। ਸਰ ਉਹ ਇਹ ਵੀ ਕਮਿਊਨੀਕੇਸ਼ਨ, ਜਿਹੜੀ ਲੈਕ ਆਫ ਕਮਿਊਨੀਕੇਸ਼ਨ ਆ, ਕਿਸੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਆਪਣੇ ਉਸ ਡਿਪਰੈਸ਼ਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਬਿਲਕੁਲ ਤਰਨ, ਡਿਪਰੈਸ਼ਨ ਜਿਵੇਂ ਇਹਨਾਂ ਨੇ ਕਿਹਾ 17 ਕਿਸਮ ਦਾ ਹੈਗਾ। ਮੈਂ, ਤੁਸੀਂ ਕਹੋਗੇ ਮੈਂ ਸਭ ਤੇ ਪੋਚਾ ਹੀ ਫੇਰ ਰਿਹਾ, ਸ਼ਾਇਦ ਹੀ ਕੋਈ ਹੋਵੇਗਾ ਜਿਹੜਾ ਡਿਪਰੈਸ਼ਨ ਚ ਨਹੀਂ ਹੈ। ਸਰਟਨ ਸਟੇਜਸ ਆਫ ਡਿਪਰੈਸ਼ਨ ਹੈਗੀਆਂ। ਕਿਸੇ ਦੇ ਬਹੁਤ ਲੋਅਰ ਸਟੇਜ ਹੈ, ਕਿਸੇ ਨੂੰ ਹਾਈ ਸਟੇਜ ਹੈ। ਜਿਹੜੀ ਹਾਈ ਸਟੇਜ ਅਸੀਂ ਉਹ ਨਹੀਂ ਡਿਪਰੈਸ਼ਨ ਮੰਨ ਲੈਂਦੇ। ਐਕਚੁਅਲੀ ਹਰ ਬੰਦਾ ਕਿਸੇ ਨਾ ਕਿਸੇ ਡਿਪਰੈਸ਼ਨ ਦੇ ਵਿੱਚ ਹੈਗਾ, ਜਿਹੜਾ ਕਿ ਨਿਕਲਣਾ ਢੰਗ ਹੈਗੇ ਨੇ ਨਿਕਲਣ ਦੇ, ਨਿਕਲਿਆ ਜਾ ਸਕਦਾ ਜੇ ਤੁਸੀਂ ਚਾਹੋ। ਪਹਿਲਾਂ ਤਾਂ ਤੁਹਾਨੂੰ ਆਪਦੀ ਸੋਚ ਪੋਜ਼ਿਟਿਵ ਕਰਨੀ ਪਈ ਹੈ। ਉਹੀ ਅੱਧਾ ਗਲਾਸ ਭਰਿਆ ਦੇਖਣਾ ਪਏਗਾ, ਖਾਲੀ ਨਹੀਂ ਦੇਖਣਾ ਪਏਗਾ। ਬੇਸਿਕਸ ਨੇ ਇਹ, ਹੋਰ ਬਹੁਤ ਗੱਲਾਂ ਨੇ। ਪਰ ਜਿਹੜੀ ਉਹ ਆਪਾਂ ਗੱਲ ਕਰ ਰਹੇ ਸੀਗੇ 75 ਸਾਲਾ ਜਿਹੜਾ ਉਹਨਾਂ ਦੀ ਮੌਤ, ਉਹਨਾਂ ਦੇ ਸੱਟ ਲੱਗੀ ਹੈ ਜੀ, ਉਹਨਾਂ ਨੂੰ ਅਸਾਲਟ ਦੇ ਵਿੱਚ ਚਾਰਜ ਕਰ ਲਿਆ ਗਿਆ ਉਸ ਪੁਲਿਸ ਅਫਸਰ ਨੂੰ। ਔਰ ਉਹਦੇ ਬਾਰੇ ਇਹ ਵੀ ਹੈ, ਹੀ ਇਜ਼ ਅ ਵੈਰੀ ਨਾਈਸ ਪਰਸਨ। ਜਿਹੜੀਆਂ ਕ੍ਰਿਸਚੀਅਨ ਵੈਲਿਊਜ਼ ਹੈ ਉਹਨਾਂ ਨੂੰ ਮੰਨਣ ਵਾਲਾ ਇਨਸਾਨ ਹੈ। ਹਾਲਾਂਕਿ ਟਰੰਪ ਸਾਹਿਬ ਨੇ ਜਿਹੜਾ ਕੁਝ ਕਿਹਾ ਸੀਗਾ ਉਹਨਾਂ ਬਾਰੇ, ਕਿ ਜਿਹੜੇ ਉਹ ਇੱਕ ਸਰਟਨ ਜਿਹੜੀ ਹੈਗੀ ਹੈ ਐਂਟੀਫਾ ਉਹਦੇ ਨਾਲ ਸੰਬੰਧਿਤ ਨੇ, ਉਹ ਬਿਲਕੁਲ ਗਲਤ ਗੱਲ ਸੀ। ਔਰ ਟਰੰਪ ਸਾਹਿਬ ਨੂੰ ਵੀ ਕਨਕਲੂਜਨ ਤੇ ਇੰਨੀ ਛੇਤੀ ਪਹੁੰਚਣਾ ਬੜਾ ਹੈਰਾਨੀਜਨਕ ਗੱਲ ਸੀਗੀ। ਪਰ ਚਲੋ ਆਪਾਂ ਮੰਨ ਲੈਂਦੇ ਕਿ ਹੋ ਸਕਦਾ ਜਿਹੜੀ CIA ਜਾਂ ਸੀਕਰਟ ਸਰਵਿਸ ਹੈਗੀਆਂ ਉਹਨਾਂ ਦੀ ਰਿਪੋਰਟ ਜਦੇ ਆ ਜਾਂਦੀ ਹੈ। ਪਰ ਐਡੀ ਵੱਡੀ ਗੱਲ ਕਹਿਣੀ ਅਜਿਹੇ ਇਨਸਾਨ ਵਾਸਤੇ ਜਿਹੜੇ ਐਂਟੀਫਾ ਨਾਲ ਕੋਈ ਵੀ ਸੰਬੰਧ ਨਹੀਂ ਹੈ, ਟਰੰਪ ਸਾਹਿਬ ਵਾਸਤੇ ਕੋਈ ਬਹੁਤੀ ਸਿਆਣੀ ਗੱਲ ਨਹੀਂ ਸੀ। ਪਰ ਉਹਨਾਂ ਦੋਨਾਂ ਨੂੰ ਅਸਾਲਟ ਦੇ ਵਿੱਚ ਚਾਰਜ ਕਰ ਲਿਆ ਗਿਆ ਜੀ। ਅਸੀਂ ਸੁਸਾਈਡ ਦੀ ਗੱਲ ਕਰ ਰਹੇ ਸੀ ਤੇ ਉਤੋਂ ਦੀ ਨਾਲ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਵੇਲੇ ਜਿਹੜੇ ਇਹ ਸਾਰਾ ਕੁਝ ਹੋਇਆ ਉਹਦੀ ਗੱਲ ਹੋ ਰਹੀ ਹੈ। ਅਜਿਹੇ ਵਿੱਚ ਇੱਕ ਹੋਰ US ਤੋਂ ਹੀ ਖਬਰ ਸਾਹਮਣੇ ਆਈ ਹੈ, ਜਿਹਦੇ ਵਿੱਚ ਇੱਕ ਬਲੈਕ ਪਰਸਨ ਨੇ ਆਪਣੇ ਆਪ ਨੂੰ ਹੈਂਗ ਕਰ ਲਿਆ, ਉਹਨਾਂ ਦੀ ਮੌਤ ਹੋ ਗਈ ਹੈ, ਸੁਸਾਈਡ ਕਰ ਲਿਆ। ਸੋ ਬਲੈਕ ਮੈਨ, ਅਸੀਂ ਉਹੀ ਕਹਿ ਰਹੇ ਹਾਂ ਕਿ ਬਲੈਕ ਲਾਈਵਸ ਮੈਟਰ ਦੀ ਗੱਲ ਹੋ ਰਹੀ ਹੈ, ਤੁਹਾਡੇ ਲਈ ਪ੍ਰੋਟੈਸਟ ਹੋ ਰਹੇ ਨੇ। ਦੂਜੇ ਪਾਸੇ ਸੁਸਾਈਡ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਹੁਤ ਹੀ ਇਹ ਸੋਚ ਸਮਝ ਕੇ, ਜਦੋਂ ਬੰਦਾ ਕਹਿੰਦਾ ਕਿ ਬਿਲਕੁਲ ਹਰ ਚੀਜ਼ ਤੋਂ ਹਾਰ ਚੁੱਕਿਆ, ਨਿਰਾਸ਼ ਹੋ ਚੁੱਕਿਆ, ਉਦੋਂ ਸੁਸਾਈਡ ਕਰ ਲਈ ਜਾਂਦੀ ਹੈ, ਉਦੋਂ ਇਹੀ ਆਪਸ਼ਨ ਉਹਨਾਂ ਨੂੰ ਦਿਖਦਾ ਆ। ਸੋ ਸਰ ਇੱਕ ਹੋਰ ਬਲੈਕ ਪਰਸਨ ਵੱਲੋਂ ਜਦੋਂ ਦੇ ਪ੍ਰੋਟੈਸਟ ਸ਼ੁਰੂ ਹੋਇਆ, ਮੇਰੇ ਖਿਆਲ 'ਚ ਤੀਸਰਾ ਕੇਸ ਹੈ। ਔਰ ਹਾਂਜੀ ਬਿਲਕੁਲ, ਔਰ ਇਹ ਵੀ ਟੀਨੇਜਰ ਸੀ, ਕੋਈ ਉਮਰ ਵੀ ਕੋਈ ਬਹੁਤੀ ਨਹੀਂ ਸੀਗੀ ਜਿਹੜੀ ਕਿ ਇਹ। ਔਰ ਹੁਣ ਤੱਕ ਜੋ ਕੁਛ ਇਹਦੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈਗੀ ਆ, ਉਹਦੇ 'ਚ ਬੇਸ ਇਹੀ ਹੈ ਕਿ ਬਲੈਕ ਲਾਈਵਸ ਮੈਟਰ ਵਾਲੀ ਘਟਨਾਕ੍ਰਮ ਦੇ ਵਿੱਚ ਹੋਈ, ਇਹਨਾਂ ਨੇ ਸੁਸਾਈਡ ਕੀਤਾ, ਫਾਊਂਡ ਹੈਂਗਿੰਗ। ਬੜੀ ਆਪਦੇ ਆਪ ਨੂੰ ਖ਼ਤਮ ਕਰ ਲੈਣਾ। ਜ਼ਿੰਦਗੀ ਜੇ ਆਪਾਂ ਸੋਚੀਏ ਤਰਨ, ਅਗਲੀ ਦਾ ਨਹੀਂ ਪਤਾ, ਪਿਛਲੀ ਦਾ ਨਹੀਂ ਪਤਾ, ਕੱਲ੍ਹ ਨੂੰ ਕੀ ਹੋਣਾ, ਕੱਲ੍ਹ ਨੂੰ ਕਿਹੜੀ ਜ਼ਿੰਦਗੀ ਮਿਲਣੀ ਹੈ। ਕਈ ਲੋਕ ਕਹਿੰਦੇ ਆ ਵਾਹ ਆਪਦੀ ਤੁਹਾਡਾ ਵਿਊਜ਼ ਨੇ, ਤੁਹਾਡਾ ਯਕੀਨ ਹੈ ਇਸ ਮਾਮਲੇ ਵਿੱਚ, ਪਰ ਜਿਹੜੀ ਆਹ ਮਿਲੀ ਹੈਗੀ ਹੈ, ਘੱਟੋ ਘੱਟ ਇਹਨੂੰ ਤਾਂ ਜਿਉਂ ਲੈਣਾ ਚਾਹੀਦਾ। ਕੋਈ ਐਸੀ ਗੱਲ ਨਹੀਂ ਵੀ ਖ਼ਤਮ ਕਰਨ ਦਾ ਆਸਾਰ ਬਣਦੇ ਨੇ, ਪਰ ਜਿਹੜਾ ਬੰਦਾ ਉਸ ਨੂੰ ਓਵਰਕਮ ਕਰ ਜਾਂਦਾ। ਔਰ ਇਹ ਸਰਟਨ, ਜਿਵੇਂ ਆਪਣੇ ਕਾਲਰ ਨੇ ਕਿਹਾ ਸੀਗਾ, ਉਹ ਸਮਾਂ ਹੀ ਹੈ, ਉਹ ਪੁਆਇੰਟ ਹੀ ਹੈ ਜਿਹੜਾ ਉਸ ਪੁਆਇੰਟ ਨੂੰ ਪਾਰ ਕਰ ਜਾਂਦਾ। ਜ਼ਿੰਦਗੀ ਬੜੀ ਵਧੀਆ ਜਿਉਂਦੇ ਨੇ ਜੀ, ਔਰ ਜ਼ਿੰਦਗੀ ਹੈ ਬੜੀ ਖੂਬਸੂਰਤ ਜੀ, ਇਹਨੂੰ ਖ਼ਤਮ ਨਹੀਂ ਕਰਨਾ ਚਾਹੀਦਾ। ਤੁਸੀਂ ਮਸਾਂ ਮਿਲੀ ਹੈ, ਖੂਬਸੂਰਤ ਹੈ, ਇਹਨੂੰ ਇੰਜੋਏ ਕਰੋ। ਬਿਲਕੁਲ ਜੀ। ਤੇ ਲੋਕਾਂ ਨੂੰ ਥੋੜਾ ਜਿਹਾ ਸਾਵਧਾਨ ਵੀ ਜ਼ਰੂਰ ਕਰ ਦਈਏ ਵੀ ਜੇਕਰ ਤੁਸੀਂ ਇਕੱਲੇ ਤੁਰੇ ਜਾ ਰਹੇ ਹੋ, ਇਕੱਲੇ ਕੀ ਤੁਸੀਂ ਗਰੁੱਪ ਵਿੱਚ ਵੀ ਤੁਰੇ ਜਾ ਰਹੇ ਹੋ ਸਕਦਾ ਤੁਹਾਡੀ ਕੋਈ ਫੋਟੋ ਖਿੱਚ ਲਵੇ। ਸਿਰਫ ਇਹੀ ਨਹੀਂ ਹੈ ਕਿ ਤੁਹਾਡੀ ਸਿਰਫ ਕੋਈ ਫੋਟੋ ਖਿੱਚ ਲਵੇ, ਇਹ ਵੀ ਹੋ ਸਕਦਾ ਕਿ ਤੁਹਾਡੀ ਫੋਟੋ ਨੂੰ ਅੱਗੇ ਸੇਲ ਕਰਨ ਦੀ ਵੀ ਕੋਸ਼ਿਸ਼ ਕਰੇ। ਸੋ ਸਾਵਧਾਨ ਹੋ ਜਾਓ, ਕਿਉਂਕਿ ਅੱਜ ਕੱਲ੍ਹ ਐਵੇਂ ਦੇ ਕਿੱਸੇ ਹੋਣੇ ਸ਼ੁਰੂ ਹੋ ਚੁੱਕੇ ਨੇ, ਜਿਹਦੇ ਬਾਰੇ ਸਾਨੂੰ ਨੱਚ ਹੀ ਦੱਸਣਗੇ। ਤਰਨ, ਇਹ ਗੱਲ ਨਾ ਜਿਹੜੀ ਹੋਈ ਹੈ, ਇਹ ਵੈਨਕੂਵਰ ਦੇ ਵਿੱਚ ਹੋਈ ਹੈ। ਇੱਕ ਲੇਡੀ ਨੇ ਕੁਦਰਤੀ ਉਹ ਆਪਣਾ ਨਾ, ਜਿਵੇਂ ਤੁਸੀਂ ਸਰਚ ਕਰ ਰਹੀ ਹੈ ਵੈਬ ਦੇ ਉੱਤੇ, ਉਹ ਕਰਦੀ ਤੇ ਉਹਨੂੰ ਇਉਂ ਲੱਗਾ ਵੀ ਉਹਦੀ ਫੋਟੋ ਹੈ। ਉਹ ਕਿਸੇ ਫੋਟੋਗ੍ਰਾਫਰ ਨੇ ਫੋਟੋ ਸੇਲ ਤੇ ਲਾਈ ਹੋਈ ਹੈ ਉਹਦੀ, ਔਰ ਉਹਨੇ ਕੰਪਲੇਂਟ ਕੀਤੀ ਹੈ ਪੁਲਿਸ ਕੋਲੇ। ਪੁਲਿਸ ਦਾ ਜਵਾਬ ਪਤਾ ਕੀ ਹੈ? ਕੋਈ ਵੀ ਤੁਹਾਡੀ ਫੋਟੋ ਖਿੱਚ ਸਕਦਾ ਪਬਲਿਕ ਦੇ ਵਿੱਚ,
ਤੇ ਤੁਹਾਡੀ ਫੋਟੋ ਨੂੰ ਉਹ ਵੇਚ ਵੀ ਸਕਦਾ ਹੈ। ਸੋ ਮੇਰੀ ਇਹ ਰਿਕੁਐਸਟ ਹੈ ਤਰਨ, ਆਪਣੇ ਖਾਸ ਕਰਕੇ ਸਭ ਨੂੰ ਜਿਹੜੇ ਆਪਣੇ ਦੇਖਦੇ ਨੇ, ਜਿਹੜੇ ਕੋਈ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਵੀ ਸਕਦੇ ਨੇ ਕਿ ਇਹ ਗੱਲ ਹੋ ਸਕਦੀ ਹੈ। ਸੋ ਕਈ ਵਾਰੀ ਅਸੀਂ ਬਾਹਰ ਜਦੋਂ ਨਿਕਲਦੇ ਹਾਂ, ਸਾਡੇ ਅਜਿਹੇ ਕੱਪੜੇ ਪਾਏ ਹੁੰਦੇ ਨੇ ਕਿ ਜਿਹੜੇ ਕਿ ਸਿਚੁਏਸ਼ਨ ਦੇ ਨਾਲ ਕੰਪਰੋਮਾਈਜ਼ ਕਰਦੇ ਆ। ਅਸੀਂ ਆਪਦੇ ਆਣ ਤਾਂ ਬਹੁਤ ਟੌਰ ਨਾਲ ਜਾਂਦੇ ਹਾਂ, ਤਾਂ ਪਰ ਕੀ ਤੁਹਾਡੇ ਲੋਕ ਉਸ ਸਰਟਨ ਟਾਈਪ ਦੀ ਤੁਸੀਂ ਡਰੈਸ ਪਾਈ ਹੈ ਤੇ ਜਿਹੜੇ ਫੋਟੋਆਂ ਤੁਹਾਡੀਆਂ ਖਿੱਚਦੇ ਨੇ, ਵੀਡੀਓ ਬਣਾਉਂਦੇ ਨੇ, ਉਹਨਾਂ ਨੂੰ ਤੁਸੀਂ ਰੋਕ ਨਹੀਂ ਜੀ ਸਕਦੇ। ਉਹ ਅਲਾਉਡ ਹੈਗਾ, ਔਰ ਜੇ ਉਹ ਤੁਹਾਡੀ ਫੋਟੋ ਨੂੰ ਅੱਗੇ ਵੇਚਣਾ ਚਾਹੇ ਤਾਂ ਵੇਚ ਸਕਦੇ ਨੇ ਅਕੋਰਡਿੰਗ ਟੂ ਜਿਹੜੀ ਇਹ ਖਬਰ ਆਈ ਹੈ। ਔਰ ਹੋ ਸਕਦਾ ਇਹ 'ਚ ਕੋਈ ਲੂਪ ਹੋਲ ਹੋਵੇ, ਪਰ ਫਿਰ ਵੀ ਸਟਿਲ ਮੈਂ ਇੰਨੀ ਕੁ ਜ਼ਰੂਰ ਬੇਨਤੀ ਕਰਾਂਗੇ, ਜਦੋਂ ਅਸੀਂ ਕੁਛ ਵੀ ਫਿਰ ਵੀ ਤੁਸੀਂ ਜਿਹੜੇ ਪਹਿਨੀ ਹੈ ਜੱਗ ਪਾਉਂਦਾ, ਜੇ ਤੁਸੀਂ ਜੇ ਕੱਪੜੇ ਪਾਉਂਦੇ ਨਹੀਂ ਹੋ ਬਹੁਤੇ ਕਿ ਤੁਸੀਂ ਕਿਸੇ ਦੀ ਨਿਗਾਹ ਚੜ੍ਹਦੇ ਹੋ ਤੇ ਅਗਲਾ ਤੁਹਾਡਾ ਉਹ ਸਰਟਨ ਐਂਗਲਸ ਤੋਂ ਫੋਟੋ ਖਿੱਚਦਾ ਤੇ ਅੱਗੇ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦਾ, ਅਗਲੇ ਨੂੰ ਮੌਕਾ ਇਹਨਾਂ ਦੇ ਪਹਿਨੀ ਹੈ ਜੱਗ ਪਾਉਂਦਾ, ਖਾਈਏ ਬਨ ਪਾਉਂਦਾ, ਜੀ ਉਹ ਕਰ ਲੈਣਾ ਚਾਹੀਦਾ। ਬਿਲਕੁਲ ਸਰ, ਅਗਲੀ ਖਬਰ ਥੋੜੀ ਜਿਹੀ ਡਰਾਮੈਟਿਕ ਜੀ ਖਬਰ ਸਾਹਮਣੇ ਆਈ ਹੈ ਕਿ ਲੌਂਗ ਟਰਮ ਕੇਅਰ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਵੀ ਰਹੇ ਨੇ, ਖਾਸ ਤੌਰ ਤੇ ਓਨਟਾਰੀਓ ਤੇ ਲੌਂਗ ਟਰਮ ਕੇਅਰਸ ਨੂੰ ਲੈ ਕੇ ਤਾਂ ਅਕਸਰ ਇਹ ਗੱਲ ਹੁਣ ਪਿੱਛੇ ਜੇ ਅਸੀਂ ਦੇਖਿਆ ਸੀ ਕਿ ਫੌਜ ਵੱਲੋਂ ਵੀ ਇਹ ਟਿੱਪਣੀ ਕੀਤੀ ਗਈ ਸੀ ਕਿ ਉੱਥੇ ਜਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੂੰ ਰੱਖਿਆ ਜਾ ਰਿਹਾ, ਹੁਣ ਵੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇਹਨਾਂ ਨੇ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਆ। ਕਿਸੇ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਤੇ ਇਹਨਾਂ ਵੱਲੋਂ ਝੂਠ ਬੋਲਿਆ ਜਾ ਰਿਹਾ। ਇਹ ਉਹਨਾਂ ਜਿਹੜੀਆਂ ਫੌਜ ਵਾਲੀਆਂ ਹੈਗੀਆਂ ਨੇ ਥਾਵਾਂ ਜਿਹੜੇ ਤੇ ਫੌਜ ਲਾਈ ਗਈ ਸੀ, ਉਹਨਾਂ ਦੇ ਵਿੱਚੋਂ ਹੀ ਹੋਈ ਇੱਕ ਜਗ੍ਹਾ ਹੈਗੀ ਆ, ਔਰਚਰਡ ਵਿਲਾ ਰਿਟਾਇਰਮੈਂਟ ਕਮਿਊਨਿਟੀ ਸੈਂਟਰ ਹੈ ਜੀ, ਇਹ ਇਨ ਪਿਕਨਿੰਗ ਹੈ। ਔਰ ਉਹਦੇ ਵਿੱਚ ਜਦੋਂ ਕਿਸੇ ਨੇ ਹੁਣ ਇਹ ਦੋਸ਼ ਲਾਇਆ ਕਿ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਉਹਨੂੰ ਪ੍ਰੋਬਲਮ ਸੀ ਔਰ ਉਹਨਾਂ ਨੂੰ ਲੱਗਦਾ ਵੀ ਬਿਮਾਰ ਬਹੁਤ ਜ਼ਿਆਦਾ ਹੈ, ਤਾਂ ਉਹ ਚਾਹੁੰਦੇ ਸੀ ਕਿ ਇੱਥੋਂ ਟਰਾਂਸਫਰ ਕਰਕੇ ਹਸਪੀਟਲ ਦੇ ਵਿੱਚ ਲਿਜਾਇਆ ਜਾਵੇ, ਉਹਨਾਂ ਦੀ ਡਿਮਾਂਡ ਸੀਗੀ। ਪਰ ਜਿਹੜਾ ਉਹ ਸੈਂਟਰ ਹੈਗਾ ਉਹਨੇ ਜਵਾਬ ਪਤਾ ਕੀ ਦਿੱਤਾ ਉਹਦੇ ਬੱਚਿਆਂ ਨੂੰ ਕਿ ਇਹ ਹਸਪੀਟਲ ਜਾ ਨਹੀਂ ਸਕਦੇ, ਹਸਪੀਟਲ ਇੱਥੋਂ ਦੇ ਲੋਕਾਂ ਨੂੰ ਲੈਂਦਾ ਨਹੀਂ ਹੈਗਾ, ਹਸਪੀਟਲ ਇਹ ਜਿਹੜਾ ਬੰਦਾ ਇਸੇ ਥਾਂ ਦੇ ਉੱਤੇ ਹੀ ਰਹੇਗਾ ਚਾਹੇ ਇਹਦੀ ਮੌਤ ਵੀ ਹੋ ਜਾਂਦੀ ਹੈ, ਵਿਚ ਵਾਜ਼ ਟੋਟਲੀ ਰੋਂਗ। ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਬਿਲਕੁਲ ਗਲਤ ਇਨਫੋਰਮੇਸ਼ਨ ਨਹੀਂ। ਹੁਣ ਇਹ ਉਹ ਕਮਿਊਨਿਟੀ ਜਿਹੜਾ ਉਹ ਸੈਂਟਰ ਹੈਗਾ ਜੀ, ਔਰਚਰਡ ਵਿਲਾ ਰਿਟਾਇਰਮੈਂਟ ਸੈਂਟਰ ਹੈ ਜੀ, ਇਹਦੇ 'ਚ ਬੜੀ ਵੱਡੀ ਟਰਬਲ 'ਚ ਹੈ ਜੀ। ਇਹਨਾਂ ਦੇ ਹੁਣ ਹੋਰ ਕੇਸ ਵੀ ਹੋਣਗੇ ਔਰ ਵਿਚ ਇਜ਼ ਜਦੋਂ ਤੁਸੀਂ ਤਰਨ ਸੋਚਣ ਵਾਲੀ ਗੱਲ ਹੈਗੀ ਆ, ਕਿਸੇ ਨੇ ਤੁਹਾਡੇ ਤੇ ਯਕੀਨ ਕੀਤਾ ਕਿ ਤੁਸੀਂ ਮੈਂ ਆਪਦੇ ਜਿਹੜੇ ਪਰਿਵਾਰਕ ਮੈਂਬਰ ਉਹਦੀ ਟੇਕ ਕੇਅਰ ਨਹੀਂ ਕਰ ਸਕਦਾ, ਮੈਂ ਕਿਸੇ ਐਸੀ ਜਗ੍ਹਾ ਤੇ ਛੱਡ ਰਿਹਾ ਕਿ ਤੁਸੀਂ ਟੇਕ ਕੇਅਰ ਕਰੋਗੇ ਔਰ ਤੁਹਾਨੂੰ ਅਸੀਂ ਪੈਸੇ ਦੇ ਰਹੇ ਹਾਂ, ਜਾਂ ਤਾਂ ਹੈ ਨਾ ਫ੍ਰੀ ਹੋਵੇ, ਜਿਹੜੇ ਤੁਹਾਡੀਆਂ ਕੰਡੀਸ਼ਨ ਤੇ ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ, ਅਸੀਂ ਤੁਹਾਡਾ ਕੋਈ ਸੌਦਾ ਨਹੀਂ ਕਰਦੇ, ਕੁਛ ਨਹੀਂ। ਉਹ ਜਿਹੜਾ ਕਹਿੰਦੇ ਅਗਲਾ ਮੋਸਟਲੀ ਰਿਟਾਇਰਮੈਂਟ ਸੈਂਟਰ 'ਚ ਐਵੇਂ ਹੀ ਹੈ। ਔਰ ਉੱਥੋਂ ਦੀ ਫਿਰ ਜਦ ਤੁਸੀਂ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰਦੇ ਤਾਂ ਨੈਚੁਰਲੀ ਹੈ ਜੀ ਕੇਸ ਵੀ ਹੋਣਗੇ। ਹੁਣ ਇਹ ਜਿਹੜਾ ਸੈਂਟਰ ਹੈ ਇਹ ਤਿਆਰ ਹੋ ਜਾਵੇ ਤੇ ਹੋਰ ਕੇਸ ਵੀ ਵਾਰੀ ਜ਼ਰੂਰ ਝੜੀ ਲੱਗੇਗੀ ਇਹਨਾਂ ਉੱਤੇ। ਬਿਲਕੁਲ ਸਰ, ਟੋਰਾਂਟੋ ਵਿੱਚ ਵੀ ਸੁਣਨ ਨੂੰ ਮਿਲਿਆ ਕਿ ਬੰਬ ਮਿਲਿਆ, ਸਾਵਧਾਨ ਹੋ ਜਾਓ। ਇਹ ਬੰਬ ਕਦੋਂ ਦਾ ਹੈਗਾ ਤੇ ਕੀ ਇਸ ਦੇ ਫਟਣ ਦੇ ਵੀ ਆਸਾਰ ਸਨ? ਤਰਨ ਇਹ ਨਾ ਹੈ ਤਾਂ ਪੁਰਾਣਾ ਬੰਬ ਹੈ, ਇਹ ਕਰ ਰਿਹਾ ਸੀ ਕੋਈ ਘਰੇ ਆਪਦੇ ਕੰਮ ਕਰ ਰਿਹਾ ਸੀਗਾ ਤੇ ਉਹ ਹੁਣ ਬੰਬ ਸਕੁਆਡ ਆਇਆ ਹੈ ਜੀ, ਹਜੇ ਤੱਕ ਉਹਨਾਂ ਨੇ ਰਿਮੂਵ ਨਹੀਂ ਕੀਤਾ। ਇਹ ਤਕਰੀਬਨ 2 ਫੁੱਟ ਲੰਬਾ ਤਾਂ ਐਡਾ ਵੱਡਾ ਬੰਬ ਹੈ ਤੇ ਤਕਰੀਬਨ 6 ਤੋਂ 8 ਇੰਚ ਦਾ ਡਾਇਮੀਟਰ ਹੈਗਾ। ਹਾਂ, ਤੇ ਉਸੇ ਕਰਕੇ ਅਜੇ ਉਹਨਾਂ ਨੇ ਮਿਲਟਰੀ ਦੇ ਨਾਲ ਹਲੇ ਚੱਲ ਰਹੀ ਹੈ ਜੀ ਨੈਗੋਸ਼ੀਏਸ਼ਨ ਚੱਲ ਰਹੀ ਵੀ ਕਿਵੇਂ ਇਹਨੂੰ ਡਿਸਪੋਜ਼ ਆਫ ਕੀਤਾ ਜਾਵੇ। ਅਜਿਹੇ ਚੀਜ਼ਾਂ ਮਿਲਦੀਆਂ ਨੇ ਤਰਨ, ਪਰ ਮੈਨੂੰ ਟੋਰਾਂਟੋ 'ਚ ਇਸ ਦੀ ਹੈਰਾਨੀ ਹੋਈ ਹੈ ਕਿ ਟੋਰਾਂਟੋ ਦੇ ਉੱਤੇ ਮੇਰਾ ਖਿਆਲ ਨਹੀਂ ਵੀ ਵਰਲਡ ਵਾਰ ਵੇਲੇ ਕੋਈ ਬੰਬਾਰਡਮੈਂਟ ਹੋਈ ਹੋਵੇ। ਆਮ ਜਿੱਥੇ ਬਹੁਤੀ ਬੰਬਾਰਡਮੈਂਟ, ਹੁਣ ਤੁਸੀਂ ਲੰਡਨ ਹੈ ਉੱਥੇ ਇਹੋ ਜਿਹੇ ਬਥੇਰੇ ਨਿਕਲੀ ਆਉਂਦੇ ਆ, ਤੁਸੀਂ ਜਰਮਨੀ 'ਚ ਹੈ, ਜਿਹੜੇ ਐਸੇ ਥਾਵਾਂ ਹੈਗੀਆਂ ਨੇ ਜਿੱਥੇ ਕਿ ਕਿਤੇ ਨਾ ਕਿਤੇ ਬੰਬ ਆਮ ਨਿਕਲਿਆ ਹੁੰਦਾ, ਕਿਤੇ ਖੋਲ ਖਦਈਆ ਹੁੰਦਾ, ਪਰ ਟੋਰਾਂਟੋ 'ਚ ਨਿਕਲਣਾ ਬੜੀ ਵੱਡੀ ਗੱਲ ਹੈ, ਹੈਰਾਨੀ ਦੀ ਗੱਲ ਹੈ। ਜਾਂ ਤਾਂ ਕਿਸੇ ਨੇ ਕਿਤੋਂ ਲਿਆਂਦਾ ਹੋਣਾ, ਲੁਕੋ ਕੇ ਰੱਖਿਆ ਹੋਏਗਾ, ਭੁੱਲ ਗਿਆ ਹੋਣਾ ਜੀ ਉੱਥੇ। ਖੈਰ ਨਹੀਂ ਹਾਂ, ਡਿਸਪੋਜ਼ ਆਫ ਕਰਨ ਵਾਸਤੇ ਉੱਥੇ ਜੀ ਮਿਲਟਰੀ ਤੋਂ ਯੂਨਿਟ ਆ ਰਹੀ ਹੈ ਜੀ, ਉਹਨੂੰ ਡਿਸਪੋਜ਼ ਆਫ ਕਰਨਗੇ। ਬਿਲਕੁਲ ਜੀ ਸਰ, ਚੀਨ ਤੇ ਭਾਰਤ ਦੇ ਥੋੜੇ ਰਿਸ਼ਤਿਆਂ ਉੱਤੇ ਵੀ ਗੱਲਬਾਤ ਕਰ ਲਈ ਹੈ। ਅਸੀਂ ਬੀਤੇ ਦਿਨੀ ਗੱਲ ਆਖੀ ਸੀ ਕਿ ਜਿਹੜੇ 20 ਸੈਨਿਕ ਨੇ ਭਾਰਤ ਦੇ ਸ਼ਹੀਦ ਹੋਏ ਨੇ ਰਾਤ ਹੋਏ ਫੇਸ ਆਫ ਦੇ ਰਾਉਂਡ ਦੇ ਵਿੱਚ, ਤੇ ਉਸ ਦੌਰਾਨ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਭਾਰਤ ਅਤੇ ਚੀਨ ਹੁਣ ਗੱਲਬਾਤ ਵੱਲ ਨੂੰ ਅੱਗੇ ਵਧ ਰਹੇ ਨੇ। ਕੀ ਹੈ ਪੂਰਾ ਮਾਮਲਾ? ਬਿਲਕੁਲ ਜੀ, ਤਾਂ ਦੋਨਾਂ ਦੇਸ਼ਾਂ ਵੱਲੋਂ ਇਹ ਬਿਆਨ ਆਇਆ ਜੀ ਕਿ ਅਸੀਂ ਇਸ ਦਾ ਸ਼ਾਂਤੀਪੂਰਵਕ ਇਹਦਾ ਸਮਾਧਾਨ ਚਾਹੁੰਦੇ ਹਾਂ। ਔਰ ਇਹ ਚੰਗੀ ਗੱਲ ਹੈਗੀ ਆ। ਦੇਖੋ, ਮੌਤਾਂ ਹੋਈਆਂ ਨੇ, ਦੋਨਾਂ ਪਾਸੇ ਜਾਨਾਂ ਗਈਆਂ ਨੇ, ਦੋਨਾਂ ਤਰ੍ਹਾਂ ਦੇ ਵੱਖਰੇ ਵੱਖਰੇ ਨੰਬਰਸ ਆ ਰਹੇ ਨੇ। ਔਰ ਜਿਹੜੀ ਥਾਂ ਤੇ ਮੌਤ ਹੋਈ ਹੈ ਤਾਂ ਆਪਾਂ
ਇਹ ਕਹਿੰਦੇ ਹਨ ਵੀ ਬਿਨਾਂ ਕੋਈ ਗੋਲੀ ਚੱਲੀ ਤੋਂ ਮੌਤ ਹੋਈ ਹੈ। ਜਿਹੜਾ ਉਹ ਇਲਾਕਾ ਹੈ ਨਾ ਤਰਨ, ਇਟਸ ਵੈਰੀ ਸਟੀਪ। ਜਿਹੜੀ ਜਗ੍ਹਾ ਤੇ ਇਹਨਾਂ ਦੀ ਆਪਸ ਵਿੱਚ ਕਸ਼ਮਕਸ਼ ਹੋਈ ਹੈ ਉਹ ਕਈ ਲੋਕ ਤਾਂ ਸਲਿਪ ਕਰਕੇ ਥੱਲੇ ਜਾ ਡਿੱਗੇ ਨੇ, ਔਰ ਥੱਲੇ ਬਹੁਤ ਵੱਡੀ ਖਾਈ ਹੈ ਜਿਹਦੇ ਵਿੱਚ ਜਾ ਕੇ ਉਹਨਾਂ ਦੀ ਮੌਤ ਹੋਈ ਹੈ। ਜਿਹੜੇ ਅਕੋਰਡਿੰਗ ਟੂ ਜਿਹੜੀਆਂ ਆਪਾਂ ਜਿੰਨੀਆਂ ਨਿਊਜ਼ ਹੈਗੀਆਂ ਉਹਦੇ ਸੋਰਸਿਸ ਤੋਂ ਇੰਨਾ ਕੁ ਜ਼ਰੂਰ ਆਇਆ। ਪਰ ਜਿਹੜਾ ਉਹ ਇਲਾਕਾ ਤਰਨ, ਉੱਥੇ ਨਾ ਬਾਰਡਰ ਦਾ ਰੌਲਾ ਕਿਉਂ ਹੈ? ਮੋਸਟਲੀ ਜਿਹੜਾ ਰਿਮੋਟ ਏਰੀਆਜ਼ ਨੇ ਉੱਥੇ ਬਾਰਡਰ ਹਿਲਦਾ ਹੈ, ਅੱਗੇ ਪਿੱਛੇ ਹੁੰਦਾ। ਰੀਜ਼ਨ ਕਿਤੇ ਕੋਈ ਦਰਿਆ ਬਣਾਇਆ ਹੈ ਬਾਰਡਰ, ਕਿਤੇ ਕੋਈ ਕ੍ਰੀਕ ਬਣਾਈ ਹੋਈ ਬਾਰਡਰ, ਕਿਤੇ ਕੁਝ ਹੋਰ ਹੈਗਾ। ਸੋ ਉਹਦੇ ਕਰਕੇ ਦੋਨਾਂ ਧਿਰਾਂ ਨੂੰ ਹਜੇ ਤੱਕ ਪੂਰਾ ਪਤਾ ਹੀ ਨਹੀਂ ਹੈ ਕਈ ਵਾਰੀ ਵੀ ਅਸੀਂ ਕਿੱਥੇ ਹੈਗੇ ਆ, ਕਿਹੜੇ ਇਲਾਕੇ ਜਾਂਗੇ। ਬਿਲਕੁਲ ਜਿਵੇਂ ਆਪਾਂ ਫੋਰਟ ਬਲੰਡਰ ਦੀ ਗੱਲ ਕੀਤੀ ਸੀਗੀ, ਔਰ ਇਹ ਗੱਲਾਂ ਕਰਕੇ ਫਿਰ ਨੈਚੁਰਲੀ ਹੈ ਕਿ ਕਿਤੇ ਨਾ ਕਿਤੇ ਤੁਸੀਂ ਹੋ ਸਕਦਾ ਤੁਸੀਂ ਆਪਦੇ ਇਲਾਕੇ 'ਚ ਤੁਹਾਨੂੰ ਦੂਸਰਾ ਸਮਝਦਾ ਕਿ ਤੁਸੀਂ ਦੂਸਰੇ ਇਲਾਕੇ ਦੇ ਵਿੱਚ ਹੋ ਗਿਆ। ਔਰ ਅਜਿਹੀ ਗੱਲ ਆਮ ਚਾਈਨਾ ਤੇ ਇੰਡੀਆ ਦੇ ਵਿੱਚ ਧੱਕਾ ਮੁੱਕਾ ਤਾਂ ਬਹੁਤ ਹੁੰਦਾ ਰਿਹਾ, ਤੇ ਜਿਹੜੀ ਆਹ ਜਾਨਾਂ ਗਈਆਂ ਨੇ ਇਹ ਬਹੁਤ ਬੜੀ ਮਾੜੀ ਗੱਲ ਹੋਈ ਹੈ। ਪਰ ਜਿਹੜੇ ਦੋਨੇ ਦੇਸ਼ ਹੈ ਜੇ ਇਸ ਨੂੰ ਠੰਡੇ ਮੱਤ ਨਾਲ ਸੋਚ ਰਹੇ ਨੇ, ਦੋਨੇ ਜਾਣੇ ਗੱਲਬਾਤ ਨਾਲ ਇਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਤਾਂ ਬੜੀ ਵਧੀਆ ਗੱਲ ਹੈ। ਸਰ ਕੰਜ਼ਰਵੇਟਿਵਸ ਦੀ ਲੀਡਰਸ਼ਿਪ ਦੌੜ ਲਈ ਵੀ ਸੁਣਨ ਵਿੱਚ ਆ ਰਿਹਾ ਕਿ ਕਾਫੀ ਜ਼ਿਆਦਾ ਅੱਜ ਗਹਿਮਾ ਗਹਿਮੀ ਚੱਲ ਰਹੀ ਹੈ, ਤੇ ਸੁਣਨ ਵਿੱਚ ਆ ਰਿਹਾ ਕਿ ਫ੍ਰੈਂਚ ਡਿਬੇਟ ਹੋਣ ਜਾ ਰਹੀ ਹੈ ਇਸ ਦੇ ਲਈ। ਹਾਂਜੀ, ਅੱਜ ਹੋ ਰਹੀ ਹੈ ਜੀ। ਜਦੋਂ ਆਪਣੀਆਂ ਖਬਰਾਂ ਖਤਮ ਹੋ ਜਾਣੀਆਂ ਉਸ ਤੋਂ ਬਾਅਦ ਸ਼ੁਰੂ ਹੋਣੀ ਹੈ। ਅੱਜ ਟੋਰਾਂਟੋ ਦੇ ਵਿੱਚ ਹੋ ਰਹੀ ਹੈ ਜੀ, ਫ੍ਰੈਂਚ ਡਿਬੇਟ ਹੋ ਰਹੀ ਹੈ। ਔਰ ਜਿਹੜੇ 4 ਕੈਂਡੀਡੇਟ ਨੇ, 4ਾਂ ਦੀ ਪਹਿਲੀ ਜ਼ੁਬਾਨ ਫ੍ਰੈਂਚ ਨਹੀਂ ਹੈ। ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ ਸਾਰਿਆਂ ਨੂੰ ਦੇਖਣ ਵਾਸਤੇ, ਖਾਸ ਕਰਕੇ ਪੀਟਰ ਮਕੇ ਐਂਡ ਐਰਨ ਓਟੂਲ ਇਹ ਮਿਨਿਸਟਰੀ 'ਚ ਵੀ ਰਹੇ ਨੇ, ਇਹਨਾਂ ਕੋਲ ਥੋੜ੍ਹਾ ਤਜਰਬਾ ਜ਼ਰੂਰ ਹੈਗਾ। ਜਿਹੀਆਂ ਜ਼ੁਬਾਨ ਆਉਂਦੀ ਹੈ, ਐਸੀ ਗੱਲ ਨਹੀਂ ਹੈ, ਪਰ ਉਨੀ ਮਹਾਰਤ ਨਾਲ ਇਹ ਗੱਲ ਨਹੀਂ ਕਰ ਸਕਦੇ। ਪਰ ਜਿਹੜੇ ਸਰਵੇ ਹੈ ਤਰਨ ਕੈਨੇਡੀਅਨਸ ਦਾ, ਮੋਸਟਲੀ ਕੈਨੇਡੀਅਨਸ ਇਹ ਚਾਹੁੰਦੇ ਨੇ ਕਿ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ ਸ਼ੁੱਡ ਬੀ ਬਾਈਲਿੰਗੁਅਲ, ਉਹਨੂੰ ਦੋਨੇ ਜ਼ਬਾਨਾਂ ਆਉਣੀਆਂ ਚਾਹੀਦੀਆਂ ਨੇ। ਔਰ ਚੰਗੀ ਗੱਲ ਹੈ ਕਿ ਸਾਡੀਆਂ 2 ਜ਼ਬਾਨਾਂ ਨੇ ਆਫੀਸ਼ੀਅਲ, ਔਰ ਦੋਨਾਂ ਦੇ ਵਿੱਚ ਹੀ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ ਉਹ ਪਰਪੱਕ ਹੋਣਾ ਬਹੁਤ ਜ਼ਰੂਰੀ ਹੈ ਜੀ। ਔਰ ਅੱਜ ਦੇਖਦੇ ਹਾਂ ਇਹ ਜਿਹੜੀ ਡਿਬੇਟ ਹੋਏਗੀ ਇਹਦੇ 'ਚ ਕਿੱਥੇ ਤੱਕ ਕਿਹੜਾ ਜਾਂਦਾ ਜੀ। ਬਾਕੀ ਵੋਟਾਂ ਜਿਹੜੀਆਂ ਇਹਨਾਂ ਦੀ ਪੈਣੀਆਂ ਸੀਗੀਆਂ ਉਹ ਡੇਟ ਅੱਗੇ ਐਕਸਟੈਂਡ ਕਰ ਦਿੱਤੀ ਗਈ ਹੈ। ਉਹਦੇ ਵਿੱਚ ਹਜੇ ਇਹਨਾਂ ਨੂੰ ਹੋਰ ਸਮਾਂ ਮਿਲ ਗਿਆ ਆਪਦੀਆਂ ਜਿਹੜੀ ਮੈਂਬਰਸ ਬਣਾਉਣੇ ਸੀ ਤਾਂ ਉਹਦੀ ਤਾਂ ਡੈਡਲਾਈਨ ਲੰਘ ਚੁੱਕੀ ਹੈ। ਹੁਣ ਜਿਹੜੇ ਮੈਂਬਰ ਬਣਨੇ ਸੀ ਉਹ ਬਣ ਚੁੱਕੇ ਨੇ। ਹੁਣ ਬਸ ਜਿਹੜੇ ਮੈਂਬਰ ਬਣੇ ਹੋਏ ਆ ਉਹਨਾਂ ਨੂੰ ਕਿਵੇਂ ਆਪਦੇ ਵੱਲ ਅਟਰੈਕਟ ਕਰਨਾ, ਹੁਣ ਇਹਦਾ ਜ਼ੋਰ ਸ਼ੁਰੂ ਹੋਏਗਾ ਜੀ। ਬਿਲਕੁਲ ਜੀ, ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਤੁਹਾਡੇ ਇੰਟਰਸਟਿੰਗ ਫੈਕਟ ਜਾਣਨ ਦਾ ਸਮਾਂ ਆ ਰਿਹਾ। ਪਰ ਇਸ ਤੋਂ ਪਹਿਲਾਂ ਸਰ ਮੈਂ ਇੱਕ ਨਿਊਜ਼ ਜ਼ਰੂਰ ਡਿਸਕਸ ਕਰਨਾ ਚਾਹੂੰਗੀ, ਹਾਲਾਂਕਿ ਆਪਣਾ ਸਮਾਂ ਲੰਘਦਾ ਜਾ ਰਿਹਾ। ਬਿਲਕੁਲ ਜੀ। ਕਹਿੰਦੇ ਨੇ ਕਿ ਜਦੋਂ ਆਪਾਂ ਕੋਈ ਵੀ ਡਕੈਤ ਟੱਕਰਦਾ ਆ ਤਾਂ ਤੁਹਾਡੇ ਕੋਲ ਪੱਲੇ ਕੁਝ ਵੀ ਨਹੀਂ ਛੱਡ ਕੇ ਜਾਂਦਾ ਹੈਗਾ, ਇੱਕ ਇੱਕ ਚੀਜ਼ ਉਤਰਵਾ ਲੈਂਦਾ ਆ, ਤੁਹਾਡੀ ਕੀਮਤੀ ਗਹਿਣੇ, ਤੁਹਾਡੀ ਨਕਦੀ, ਸਭ ਕੁਝ ਲੈ ਜਾਂਦਾ। ਤੇ ਭਲਾ ਜੇ ਕੋਈ ਦਰਿਆ ਦਿਲ ਡਕੈਤ ਤੁਹਾਨੂੰ ਟੱਕਰ ਜਾਵੇ ਤਾਂ ਫਿਰ ਉਹ ਕੀ ਕਰੇ? ਪਾਕਿਸਤਾਨ 'ਚ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਹੈ? ਕਰਾਚੀ 'ਚ ਇਹ ਗੱਲ ਹੋਈ ਆ ਤਰਨ, ਬੜੀ ਹੈਰਾਨੀ ਦੀ ਗੱਲ ਹੈਗੀ ਆ। ਜਿਵੇਂ ਅੱਜ ਕੱਲ ਫੂਡ ਡਿਲੀਵਰੀ ਵਾਲੇ ਹੈਗੇ ਨੇ ਜੀ ਆਪਣੇ ਸਾਰੀ ਜਗ੍ਹਾ ਤੇ ਆਲ ਓਵਰ ਦਾ ਵਰਲਡ ਹੀ ਆ। ਇੱਕ ਲੜਕਾ ਸੀਗਾ ਫੂਡ ਡਿਲੀਵਰੀ ਵਾਲਾ ਸੀਗਾ, ਤੇ ਉਹਨੂੰ 2 ਜਣਿਆਂ ਨੇ ਰੋਕ ਲਿਆ ਜੀ। ਉਹ ਤੋਂ ਖੋਇਆ ਕੀਤਾ, ਜਿਹੜਾ ਕੁਛ ਉਹ ਤੋਂ ਸੀਗਾ ਉਹ ਕੋਲੋਂ ਲੁੱਟ ਲਿਆ। ਪਰ ਉਹ ਜਿਹੜਾ ਜਿੱਤੋਂ ਲੁੱਟਿਆ ਗਿਆ ਸਮਾਨ ਜੀ, ਉਹਨੇ ਉਹਨਾਂ ਦੀ ਮਿਹਨਤ ਦਾ ਕੀਤਾ, ਕੁਛ ਹੋਰ ਕੀਤਾ, ਤੇ ਅਖੀਰ ਉਹਨਾਂ ਦੇ ਮਨ ਰਹਿਮ ਪੈ ਗਿਆ। ਡੋਂਟ ਨੋ ਹਾਓ, ਜਾਂ ਤਾਂ ਮੇਰੇ ਹੋ ਸਕਦਾ ਨਵੇਂ ਹੋਣਗੇ, ਉਹਨਾਂ ਦੇ ਮਨ ਰਹਿਮ ਪੈ ਗਿਆ ਜੀ। ਉਹਨਾਂ ਜੋ ਕੁਛ ਉੱਥੋਂ ਲੁੱਟਿਆ ਸੀ ਉਹ ਵਾਪਸ ਕਰਤਾ। ਜਾਂਦੇ ਹੋਏ ਉਹਨੂੰ ਸ਼ਾਬਾਸ਼ੇ ਵੀ ਦੇ ਕੇ ਗਏ ਆ, ਔਰ ਇਹਦੀ ਵੀਡੀਓ ਬਣੀ ਹੋਈ ਆ ਐਕਚੁਅਲੀ, ਤਾਂ ਪਤਾ ਲੱਗਿਆ ਤਰਨ। ਇਹ ਵੀਡੀਓ ਬੜੀ ਵਾਇਰਲ ਹੋਈ ਹੋਈ ਹੈ, ਲੋਕਾਂ ਨੇ ਬੜਿਆਂ ਨੇ ਦੇਖੀ ਹੋਏਗੀ, ਹੈਗੀ ਹੈ ਜੀ ਔਨ ਇੰਟਰਨੈਟ ਦੇ ਉੱਤੇ ਹੈਗੀ, ਤੁਸੀਂ ਦੇਖਣੀ ਚਾਹੁੰਦੇ ਦੇਖ ਸਕਦੇ ਹੋ। ਔਰ ਆਈ ਡੋਂਟ ਨੋ ਸ਼ਲਾਘਾ ਹੋ ਰਹੀ ਹੈ ਇਸ ਗੱਲ ਦੀ ਜਾਂ ਨਹੀਂ ਹੋ ਰਹੀ। ਹਾਂ ਦੇਖੋ ਕੈਸੀ ਗੱਲ ਹੈਗੀ ਆ। ਹੁਣ ਜਦੋਂ ਉਹਨਾਂ ਦੀ ਆਇਡੈਂਟੀ ਹੋ ਗਈ ਆ ਤਰਨ, ਕੀ ਹੋ ਸਕਦਾ ਪੁਲਿਸ ਉਹਨਾਂ ਨੂੰ ਫੜੇ, ਹੋ ਸਕਦਾ ਕੋਈ ਅਗਲੀ ਘਟਨਾ ਵਾਸਤੇ ਅੰਜਾਮ ਦੇਣ ਤੋਂ ਪਹਿਲਾਂ ਪੁਲਿਸ ਉਹਨਾਂ ਨੂੰ ਫੜਨ ਨੂੰ ਫਿਰਦੀ ਹੋਵੇ। ਦੇਖੋ ਅਗਲੇ ਆਉਣ ਵਾਲੇ ਦਿਨਾਂ 'ਚ ਉਹਨਾਂ ਬਾਰੇ ਕੀ ਕੋਈ ਖਬਰ ਆਉਂਦੀ ਹੈ ਕਿ ਨਹੀਂ। ਜੀ ਬਿਲਕੁਲ। ਤੇ ਹੁਣ ਸਮਾਂ ਹੋ ਗਿਆ ਤੁਹਾਡੇ ਇੰਟਰਸਟਿੰਗ ਫੈਕਟ ਜਾਣਨ ਦਾ। ਅੱਜ ਸਾਨੂੰ ਕਿਸ ਚੀਜ਼ ਦੇ ਬਾਰੇ ਵਿੱਚ ਨੌਲੇਜ ਦਿੱਤੀ ਜਾ ਰਹੀ ਹੈ? ਤਰਨ, ਅੱਜ ਮੈਂ ਇੱਕ ਪਰਸਨੈਲਿਟੀ ਬਾਰੇ ਗੱਲ ਕਰਨੀ ਚਾਹਾਂਗਾ। ਇਹ ਜੀ ਪਰਸਨੈਲਿਟੀ ਦਾ ਜਨਮ 1936 ਦੇ ਵਿੱਚ ਹੋਇਆ ਸੀਗਾ ਜਲੰਧਰ ਵਿੱਚ। ਔਰ ਉੱਥੋਂ ਜੋ ਵੰਡ ਹੋਈ ਹੈ, ਇਹ ਤੁਹਾਨੂੰ ਮੈਂ ਹਿੰਟ ਦੇ ਰਿਹਾ ਜੀ, ਕੋਈ ਅੱਜ ਪੁੱਛ ਲਓ, ਚੰਗੀ ਗੱਲ, ਸੌਖਾ। ਅੱਜ ਜਦੋਂ ਵੰਡ ਹੋਈ ਹੈ ਜੀ ਤਾਂ ਉਹ ਵਾਪਸ ਉਹ ਵੰਡ ਵੇਲੇ ਪਾਕਿਸਤਾਨ ਦੇ ਵਿੱਚ ਚਲੇ ਗਏ ਸੀਗੇ। ਇਹ ਪਾਕਿਸਤਾਨ ਟੀਵੀ ਦੇ ਉੱਤੇ ਸਭ ਤੋਂ ਪਹਿਲੇ ਮੇਲ ਟੀਵੀ ਅਨਾਉਂਸਰ ਸੀਗੇ ਜੀ। ਇਹਨਾਂ ਨੂੰ ਪਾਕਿਸਤਾਨ ਟੀਵੀ ਦੇ ਉੱਤੇ ਜੇ ਕੋਈ ਪਹਿਲਾ ਮਰਦ ਦੇਖਿਆ ਗਿਆ ਤਾਂ ਇਹ ਸ਼ਖਸੀਅਤ ਸੀਗੀ ਜੀ। ਇਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਬੜਾ, ਉਹਦੇ 'ਚ
ਕੁਐਸਚਨ ਵਾਲਾ ਪ੍ਰੋਗਰਾਮ ਹੁੰਦਾ ਸੀਗਾ ਇਨਾਮ ਘਰ। ਉਹ ਇਨਾਮ ਘਰ ਦਾ ਇਹਨਾਂ ਨੇ ਉਹ ਜਿੱਤਿਆ ਸੀਗਾ ਬਿਨਾਂ ਕਿਸੇ ਦੀ ਹੈਲਪ ਤੋਂ, ਜਸਟ ਲਾਈਕ ਜਿਹੜਾ ਅੱਜ ਕੱਲ੍ਹ ਆਉਂਦਾ ਕੌਣ ਬਣੇਗਾ ਕਰੋੜਪਤੀ, ਅਜਿਹੀ ਤਰਜ਼ ਦੇ ਉੱਤੇ ਸੀਗਾ। ਉਹ 'ਚ ਹੈਲਪ ਵੀ ਲੈਣੀ ਹੁੰਦੀ ਸੀ, ਪਰ ਇਹ ਪਹਿਲੇ ਸੀਗੇ ਜਿਨ੍ਹਾਂ ਨੇ ਕਿਸੇ ਦੀ ਹੈਲਪ ਤੋਂ ਬਿਨਾਂ ਉਹ ਪ੍ਰੋਗਰਾਮ ਦੇ ਵਿੱਚ ਇਨਾਮ ਦਿੱਤਾ ਸੀਗਾ ਜੀ। ਇਹਨਾਂ ਨੇ ਇੱਕ ਪ੍ਰੋਗਰਾਮ 40 ਸਾਲ ਲਗਾਤਾਰ ਸ਼ੋਅ ਕੀਤਾ ਜੀ। ਉਹ ਪ੍ਰੋਗਰਾਮ ਹਰ ਬੁੱਧਵਾਰ ਨੂੰ ਆਉਂਦਾ ਹੁੰਦਾ ਸੀਗਾ। ਹੈ ਜੀ ਕੋਈ ਆਈਡੀਆ ਆਇਆ ਕੋਈ? ਨਹੀਂ ਜੀ, ਫਿਲਹਾਲ ਤਾਂ ਕੋਈ ਨਹੀਂ। 40 ਸਾਲ ਲਗਾਤਾਰ ਉਹ ਪ੍ਰੋਗਰਾਮ ਆਉਂਦਾ ਰਿਹਾ। ਪਾਕਿਸਤਾਨ ਟੀਵੀ ਦਾ ਇੱਕ ਬਹੁਤ ਮਸ਼ਹੂਰ ਪ੍ਰੋਗਰਾਮ ਸੀਗਾ ਜੀ। ਇਸ ਇਨਸਾਨ ਨੇ ਕਈਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਇਹ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਜੀ। ਜਿਹੜਾ ਸ਼ੋਅ ਸੀਗਾ ਜੀ, ਉਹਦਾ ਸ਼ੋਅ ਦਾ ਨਾਮ ਸੀਗਾ ਜੀ ਸਮਥਿੰਗ ਘਰ ਸੀਗਾ। ਮੈਂ ਆਈ ਫੋਰਗੋਟ ਹਿਸ ਨੇਮ। ਉਹਦੇ 'ਚ ਉਹ ਜਿਹੜਾ ਸ਼ੋਅ ਸੀਗਾ ਜੀ, ਉਹ ਸ਼ੋਅ ਦੇ ਵਿੱਚ ਕੁਐਸਚਨ ਆਨਸਰ ਵਾਲਾ ਹੁੰਦਾ ਸੀ, ਔਰ ਇੰਨਾ ਜ਼ਿਆਦਾ ਸਮਾਨ ਦਿੱਤਾ ਜਾਂਦਾ ਸੀਗਾ ਕਿ ਜਿਹੜਾ ਜਿੱਤਦਾ ਸੀਗਾ ਉਹਨੂੰ ਉਹ ਚੀਜ਼ਾਂ ਦੇ ਦਿੱਤੀਆਂ ਜਾਂਦੀਆਂ ਸੀਗੀਆਂ ਜੀ। ਨੀਲਾਮ ਘਰ ਸੀਗਾ ਜੀ ਉਹ ਸ਼ੋਅ ਦਾ ਨਾਮ। ਦੇਖ ਲਓ ਜੀ ਕਿਸੇ ਜੀ ਨੇ ਬਿਲਕੁਲ ਜੀ, ਜਵਾਬ ਆ ਚੁੱਕਿਆ ਤੇ ਅਸੀਂ ਤੁਹਾਡੇ ਜਵਾਬ ਦੀ ਵੀ ਵੇਟ ਕਰਾਂਗੇ। ਸਾਡੇ ਵੀਅਰ ਨੇ ਮਿਸਟਰ ਮਨਜੋਤ ਸਿੰਘ, ਉਹਨਾਂ ਨੇ ਨਾਮ ਦਿੱਤਾ ਹੈ। ਦੱਸੋ ਜੀ ਕੀ ਹੈ ਜੀ? ਤਾਰਿਕ ਅਸੀਸ। ਉਹਨਾਂ ਦਾ ਜਵਾਬ ਹਮੇਸ਼ਾ ਹੁੰਦਾ ਸੀ, ਜਦੋਂ ਕੋਈ ਸਹੀ ਜਵਾਬ ਹੁੰਦਾ ਸੀ ਉਹ ਕਹਿੰਦੇ ਸੀ ਜਵਾਬ ਦਰੁਸਤ ਹੈ। ਤੁਹਾਡਾ ਜਵਾਬ ਦਰੁਸਤ ਹੈ ਜੀ। ਬਿਲਕੁਲ ਜੀ, ਅੱਜ ਉਹਨਾਂ ਦਾ ਤਾਰਿਕ ਦੇਹਾਂਤ ਅਜ਼ੀਜ਼ ਵੀ ਹੋ ਗਿਆ। ਬਿਲਕੁਲ ਹਾਂਜੀ, ਅੱਜ ਉਹਨਾਂ ਦੀ ਡੈਥ ਹੋਈ ਹੈ ਜੀ। 84 ਸਾਲਾਂ ਦੇ ਸੀਗੇ। ਇੱਕ ਬੜਾ ਵੱਡਾ ਨਾਮ ਹੈ ਪਾਕਿਸਤਾਨ ਟੀਵੀ ਦੇ ਉੱਤੇ। ਐਕਚੁਅਲੀ ਇੰਡੋ ਪਾਕਿਸਤਾਨ ਟੀਵੀ ਦੇ ਵਿੱਚ ਤਾਰਿਕ ਅਜ਼ੀਜ਼ ਦਾ ਬੜਾ ਵੱਡਾ ਨਾਮ ਜੀ। ਸ਼ਾਇਦ ਮੂਲ ਰੂਪ ਨਾਲ ਅੰਮ੍ਰਿਤਸਰ ਚ ਬੌਰਨ ਹੋਏ ਸੀ। ਹਾਂਜੀ, ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਉਹ ਜਲੰਧਰ ਲਿਖੀ ਹੈ ਜੀ। ਹੋ ਸਕਦਾ ਅੰਮ੍ਰਿਤਸਰ ਹੋਵੇ ਜੀ। ਜੀ ਬਿਲਕੁਲ। ਅਖੀਰਲੀ ਇੱਕ ਕਾਲ ਅਸੀਂ ਜ਼ਰੂਰ ਲੈ ਲਵਾਂਗੇ ਇਹਨਾਂ ਦੀ, ਜਿਹੜੇ ਸਾਡੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਤਾਰਿਕ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਅਸੀਂ ਟੋਪੀ ਤੋਂ ਬੋਲ ਰਹੇ ਹਾਂ। ਬਲਜੀਤ ਸਿੰਘ ਮੇਰਾ ਨਾਮ ਹੈ। ਬਹੁਤ ਬਹੁਤ ਸਵਾਗਤ ਹੈ ਬਲਜੀਤ ਜੀ। ਜੀ ਹਾਂਜੀ, ਮੈਂ ਥੈਂਕ ਯੂ। ਮੈਂ ਤੁਹਾਨੂੰ ਇਹ ਦੱਸਣਾ ਸੀ, ਤੁਹਾਡਾ ਨਾ ਪ੍ਰੋਗਰਾਮ ਆਹ ਸ਼ਾਮ ਨੂੰ ਜਿਹੜਾ ਹੈ ਜੀ ਨਟ ਸਾਹਿਬ ਨਾਲ ਜਿਹੜਾ ਹੁੰਦਾ, ਇਹ ਰਿਪੀਟ ਆਵਾਜ਼ ਰਿਪੀਟਡ ਬਹੁਤ ਆਉਂਦੀ ਆ। ਰਿਪੀਟ ਹੁੰਦੀ ਹੈ ਆਵਾਜ਼, ਜਿੱਦਾਂ ਇੱਕ ਵਾਰ ਡਾਇਲੌਗ ਬੋਲ ਦਿੱਤਾ ਉਹ ਫਿਰ ਰਿਪੀਟ ਹੁੰਦਾ। ਮੈਮ ਤੁਸੀਂ ਇੱਕ ਵਾਰੀ ਦੱਸੋਗੇ ਤੁਸੀਂ ਕਿਹੜੇ ਨੈਟਵਰਕ ਦੇ ਥਰੂ ਤੁਸੀਂ ਸਾਡਾ ਚੈਨਲ ਦੇਖਦੇ ਹੋ? ਟੀਵੀ ਤੇ ਦੇਖਦੇ ਹਾਂ। ਤੇ ਉਹ ਕਿਹੜਾ ਬਾਕਸ ਹੈ IPTV ਦੇ? ਕਿਉਂਕਿ ਜੇ ਕੋਈ ਬਾਕਸ ਦੇ ਨਾਲ ਤੁਹਾਡੀ ਕੋਈ ਪ੍ਰੋਬਲਮ ਚੱਲ ਰਹੀ ਹੈ, ਅਸੀਂ ਚਾਹਾਂਗੇ ਕਿ ਉਹਨਾਂ ਦੇ ਨਾਲ ਅਸੀਂ ਖੁਦ ਸੰਪਰਕ ਕਰੀਏ, ਕਿਉਂਕਿ ਇੱਕ ਦੋ ਸਾਨੂੰ ਦਰਸ਼ਕ ਕੰਪਲੇਂਟਸ ITV ਬਾਕਸ ਤੇ ਬੋਲਦੇ ਇਹਨਾਂ ਨੂੰ, ITV ਬਾਕਸ। ਜੀ ਬਿਲਕੁਲ ਮੈਮ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਖੁਦ ਇਹਨਾਂ ਦੇ ਨਾਲ ਕੰਪਨੀਆਂ ਨਾਲ ਰਾਬਤਾ ਕਾਇਮ ਕਰੀਏ ਤਾਂ ਕਿ ਸਾਡੇ ਦਰਸ਼ਕਾਂ ਨੂੰ ਪੂਰੀ ਕਲੀਅਰ ਆਵਾਜ਼ ਸੁਣਾਈ ਦੇਵੇ ਤੇ ਪ੍ਰੋਪਰ ਕਲੈਰਿਟੀ ਜਿਹੜੀ ਉਹ ਟੀਵੀ ਦੀ ਜ਼ਰੂਰ ਆਵੇ। ਥੈਂਕ ਯੂ ਸੋ ਮਚ ਜੀ। ਦੁਬਾਰਾ ਰਿਪੀਟ ਹੁੰਦੀ ਹੈ ਬਸ ਗੱਲ ਇਹ। ਜੀ ਬਿਲਕੁਲ, ਕੋਈ ਨਹੀਂ ਮੈਮ, ਤੁਸੀਂ ਸਾਨੂੰ ਪ੍ਰੋਬਲਮ ਜਿਹੜੀ ਸਾਨੂੰ ਦੱਸੀ ਆ ਅਸੀਂ ਜ਼ਰੂਰ ਇਹ ਤੇ ਕੋਸ਼ਿਸ਼ ਕਰਾਂਗੇ ਕਿ ਹਮਦਰ ਟੀਵੀ ਤੁਹਾਨੂੰ ਕਲੀਅਰ ਦਿਖਾਈ ਵੀ ਦੇਵੇ ਤੇ ਸੁਣਾਈ ਵੀ ਦੇਵੇ। ਥੈਂਕ ਯੂ ਸੋ ਮਚ ਜੀ। ਥੈਂਕ ਯੂ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਅਸੀਂ ਤਰਨਜੀਤ ਨਾਲ ਗੱਲ ਕਰਨੀ ਸੀ। ਜੀ ਮੈਮ, ਮੈਂ ਤਰਨਜੀਤ ਹੀ ਬੋਲ ਰਹੀ ਹਾਂ। ਦੱਸੋ ਜੀ ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ BC ਤੋਂ ਬੋਲ ਰਹੇ ਹਾਂ। ਮੈਂ ਪੁੱਛਣਾ ਸੀ BC ਦੇ ਕੈਸੀਨੋ ਵੀ ਕਦੋਂ ਤੱਕ ਖੁੱਲ ਰਹੇ ਆ? ਜੇ ਸਾਡਾ ਕੰਮ ਆ ਉੱਥੇ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਖੁੱਲ ਰਹੇ ਆ। ਸੋ BC ਦੇ ਵਿੱਚ ਕੈਸੀਨੋਸ ਕਦੋਂ ਖੁੱਲ ਰਿਹਾ? ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਛੇਤੀ ਸਾਨੂੰ ਜਾਣਕਾਰੀ ਮਿਲੇ ਅਸੀਂ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕਰੀਏ। ਥੈਂਕ ਯੂ ਸੋ ਮਚ ਮੈਮ। ਜੀ ਸਰ, BC ਦੇ ਵਿੱਚ ਵੈਸੇ ਤਾਂ ਕਾਫੀ ਕੁਝ ਓਪਨ ਹੋ ਚੁੱਕਿਆ ਆ, ਕੇਸਿਸ ਬਹੁਤ ਘਟ ਗਏ ਨੇ ਤੇ ਕੈਸੀਨੋਸ ਤਾਂ ਕੈਸੀਨੋ ਦੀ ਅਜੇ ਕੋਈ ਇਨਫੋਰਮੇਸ਼ਨ ਆਈ ਨਹੀਂ ਹੈਗੀ। ਜਦੋਂ ਆਈ ਜੀ ਅਸੀਂ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੇਟੈਸਟ ਇਨਫੋਰਮੇਸ਼ਨ ਲੈ ਕੇ ਆਈਏ। ਅਸੀਂ ਈਵਨ 6 ਵਜੇ ਤੱਕ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਸੀਂ ਸਾਰੇ ਵੈਬ ਦੇ ਉੱਤੇ ਦੇਖ ਕੇ ਸ਼ੁਰੂ ਕਰਦੇ ਹਾਂ ਕਿ ਜੇ ਕੋਈ ਐਸੀ ਖਬਰ ਮਿਸ ਨਾ ਹੋ ਜਾਏ। ਅਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਆਈ ਨਹੀਂ ਜੀ। ਜਦੋਂ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਬਿਲਕੁਲ ਜੀ, ਥੈਂਕ ਯੂ ਸੋ ਮਚ। ਤੁਸੀਂ ਪ੍ਰੋਗਰਾਮ ਦੇਖਦੇ ਹੋ, ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰਦੇ ਹੋ ਤੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਇਸ ਵਕਤ ਹਮਦਰ ਟੀਵੀ ਦੇਖਣ ਦੇ ਵਿੱਚ ਆ ਰਹੀ ਹੈ, ਸਾਨੂੰ ਟੋਰਾਂਟੋ ਆਫਿਸ ਦੇ ਵਿੱਚ ਜਾਂ ਫਿਰ ਸਾਡੇ ਚੰਡੀਗੜ੍ਹ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਅੱਜ ਸਾਡੇ ਦਰਸ਼ਕ ਨੇ ਆਪਣੀ ਪ੍ਰੋਬਲਮ ਸ਼ੇਅਰ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਬੰਧਿਤ ਅਸੀਂ IPTV ਬਾਕਸ ਦੇ ਨਾਲ ਅਸੀਂ ਕੰਟੈਕਟ ਕਰ ਸਕੀਏ ਤੇ ਤੁਹਾਡੇ ਤੱਕ ਕਲੀਨ ਐਂਡ ਕਲੀਅਰ ਹਮਦਰ ਟੀਵੀ ਦਿਖਾਇਆ ਜਾ ਸਕੇ। ਥੈਂਕ ਯੂ ਸੋ ਮਚ ਪ੍ਰੋਗਰਾਮ ਦੇਖਣ ਲਈ। ਜੀ ਨਾਚੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਅੱਜ ਇੰਨੇ ਕਾਫੀ ਜੀ। ਕੱਲ ਫਿਰ ਮਿਲਾਂਗੇ। ਬਿਲਕੁਲ। ਫਿਲਹਾਲ ਦੇ ਵਿੱਚ ਇਜਾਜ਼ਤ। ਦੇਖਦੇ ਰਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ।